ਪਿਆਰੇ ਬੱਚਿਓ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਆ ਕਿ ਨਵੰਬਰ ਮਹੀਨੇ ਦੇ ਵਿੱਚ ਰਾਸ਼ਟਰੀ ਪ੍ਰਾਪਤੀ ਸਰਵੇਖਣ ਯਾਨੀ ਕਿ ਨੈਸ਼ਨਲ ਅਚੀਵਮੈਂਟ ਸਰਵੇ ਹੋਣ ਜਾ ਰਿਹਾ। ਉਹਦੇ ਵਿੱਚ ਆਹ ਅਭਿਆਸ ਪੁਸਤਿਕਾ ਦੇਖੋ, ਜਿਹੜੀ ਵਿਦਿਆਰਥੀ ਅਭਿਆਸ ਪੁਸਤਕ ਜਿਹੜੀ ਮਿਲੀ ਹੈ ਜਮਾਤ 10ਵੀਂ ਨੂੰ, ਇਹਦੇ ਵਿੱਚ ਕੁਝ ਸੈਂਪਲ ਪੇਪਰ ਦਿੱਤੇ ਗਏ ਆ। ਉਹ ਸੈਂਪਲ ਪੇਪਰ ਆਪ ਸਭ ਦੀ ਪ੍ਰੈਕਟਿਸ ਵਾਸਤੇ ਆ। ਮੈਂ ਅੱਜ ਤੁਹਾਡੇ ਵਾਸਤੇ ਇਸੇ ਜਿਹੜੀ ਅਭਿਆਸ ਪੁਸਤਿਕਾ ਵਿੱਚੋਂ, ਇਸੇ ਬੁਕਲੇਟ ਵਿੱਚੋਂ ਮੈਂ ਸੈਂਪਲ ਪੇਪਰ ਨੰਬਰ 4 ਉਹਦਾ ਸੋਲੂਸ਼ਨ ਤੁਹਾਡੇ ਵਾਸਤੇ ਲੈ ਕੇ ਆਇਆ। ਆਹ ਦੇਖੋ ਬੱਚਿਓ, ਇਹ 10ਵੀਂ ਕਲਾਸ ਦਾ ਜਿਹੜਾ ਸੈਂਪਲ ਪੇਪਰ ਨੰਬਰ 4 ਆ, ਸਬਜੈਕਟ ਮੈਥਮੈਟਿਕਸ। ਅੱਜ ਅਸੀਂ ਇਹਦਾ ਸੋਲੂਸ਼ਨ ਦੇਖਾਂਗੇ ਕਿ ਜਿਹੜੇ ਇਹਦੇ 'ਚ ਨੈਸ ਦੇ ਵਿੱਚ ਜਿਹੜੇ ਕੁਐਸਚਨ ਆਉਣੇ ਆ, ਉਹ ਕੁਐਸਚਨ ਕਿਸ ਤਰ੍ਹਾਂ ਦੇ ਆਉਣਗੇ ਔਰ ਅਸੀਂ ਉਹਨਾਂ ਦਾ ਆਨਸਰ ਜਿਹੜਾ ਵਾ ਕਿਸ ਤਰ੍ਹਾਂ ਫਾਈਂਡ ਕਰ ਸਕਦੇ ਹਾਂ। ਔਰ ਜਿਹੜੀਆਂ 4 ਆਪਸ਼ਨਸ ਦਿੱਤੀਆਂ ਹੋਣਗੀਆਂ ਉਹਨਾਂ ਵਿੱਚੋਂ ਕਿਹੜਾ ਆਨਸਰ ਅਸੀਂ ਟਿਕ ਕਰਨਾ ਵਾ, ਜਾਂ ਉਸ ਜਿਹੜਾ ਸਾਨੂੰ OMR ਸ਼ੀਟ ਜਿਹੜੀ ਸਾਨੂੰ ਮਿਲੀ ਹੋਏਗੀ ਉਹਦੇ ਵਿੱਚ ਅਸੀਂ ਸਰਕਲ ਨੂੰ ਕਿਸ ਤਰ੍ਹਾਂ ਡਾਰਕ ਕਰਨਾ। ਤੁਸੀਂ ਹੁਣੇ ਹੀ ਜਸਟ ਜਿਹੜੇ ਪੇਪਰ ਹੋਏ ਸੀ ਪਿੱਛੇ ਸਤੰਬਰ ਮਹੀਨੇ 'ਚ, ਉਹਦੇ ਵਿੱਚ ਵੀ ਤੁਸੀਂ OMR ਸ਼ੀਟ ਜਿਹੜੀ ਸੀ ਉਹ ਫਿਲ ਕੀਤੀ ਸੀ। ਉਹਦੇ ਬਾਰੇ ਤੁਹਾਨੂੰ ਜਾਣਕਾਰੀ ਸਾਰਿਆਂ ਨੂੰ ਹੀ ਹੈਗੀ ਆ। ਅਤੇ ਆਹ ਦੇਖਦੇ ਹਾਂ ਜਿਹੜੀ ਵਰਕਸ਼ੀਟ ਜਿਹੜੀ ਹੈ ਸੈਂਪਲ ਪੇਪਰ ਨੰਬਰ 4 ਆ, ਇਹਦਾ ਸੋਲੂਸ਼ਨ ਦੇਖਦੇ ਹਾਂ ਅੱਜ ਕਿ ਇਹਦੇ ਜਿਹੜੇ ਕੁਐਸਚਨ ਨੇ ਉਹ ਕਿਸ ਤਰ੍ਹਾਂ ਦੇ ਨੇ। ਸਭ ਤੋਂ ਪਹਿਲਾ ਕੁਐਸਚਨ ਕੀ ਆ ਕਿ ਸਮ ਚਤੁਰਭੁਜ ਦਾ ਇੱਕ ਵਿਕਰਨ 24 ਸੈਂਟੀਮੀਟਰ ਹੈ ਅਤੇ ਇੱਕ ਭੁਜਾ 13 ਸੈਂਟੀਮੀਟਰ ਹੈ। ਦੂਜੇ ਵਿਕਰਨ ਦੀ ਲੰਬਾਈ ਕੀ ਹੋਵੇਗੀ? ਹੁਣ ਦੇਖੋ, ਵਨ ਡਾਇਗਨਲ ਆਫ ਅ ਰੋਮਬਸ ਇਜ਼ 24 ਸੈਂਟੀਮੀਟਰ ਐਂਡ ਇਟਸ ਸਾਈਡ ਇਜ਼ 13 ਸੈਂਟੀਮੀਟਰ। ਦਾ ਲੈਂਥ ਆਫ ਸੈਕੰਡ ਡਾਇਗਨਲ ਇਜ਼। ਹੁਣ ਦੇਖੋ ਬੱਚੋ, ਜਿਹੜੀ ਸਮ ਚਤੁਰਭੁਜ ਹੁੰਦੀ ਆ ਉਹ ਤੁਹਾਨੂੰ ਪਤਾ ਕਿ ਉਹਦੀਆਂ ਚਾਰੇ ਭੁਜਾਵਾਂ ਜਿਹੜੀਆਂ ਬਰਾਬਰ ਹੁੰਦੀਆਂ ਨੇ, ਔਰ ਜਿਹੜੇ ਵਿਕਰਨ ਹੁੰਦੇ ਆ ਉਹਨਾਂ ਦੀ ਜਿਹੜੀ ਲੈਂਥ ਵਾ, ਜਿਹੜੀ ਲੰਬਾਈ, ਉਹ ਦੋਨਾਂ ਦੀ ਵੱਖਰੀ ਵੱਖਰੀ ਹੁੰਦੀ ਆ। ਅਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹਦੀ ਡਾਇਗਰਾਮ ਬਣਾ ਕੇ ਅਤੇ ਫਿਰ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਇਹਦੇ ਵਿੱਚੋਂ ਦੂਸਰੇ ਵਿਕਰਨ ਦੀ ਲੰਬਾਈ ਜਿਹੜੀ ਉਹ ਕਿਸ ਤਰ੍ਹਾਂ ਫਾਈਂਡ ਕਰਾਂਗੇ। ਆਹ ਦੇਖੋ ਬੱਚਿਓ, ਆਹ ਜਿਹੜੀ ਆ ਸਮ ਚਤੁਰਭੁਜ ਦੀ ਮੈਂ ਇੱਕ ਡਾਇਗਰਾਮ ਬਣਾ ਲਈ, ਆਕ੍ਰਿਤੀ ਆ। ਦੇਖੋ ABCD ਇੱਕ ਸਮ ਚਤੁਰਭੁਜ ਆ, AC ਅਤੇ BD ਇਹਦੇ 2 ਵਿਕਰਨ ਨੇ। ਔਰ ਸਮ ਚਤੁਰਭੁਜ ਦੇ ਜਿਹੜੇ ਵਿਕਰਨ ਨੇ ਇਹ ਆਪਸ ਵਿੱਚ ਇੱਕ ਦੂਸਰੇ ਨੂੰ ਬਾਈਸੈਕਟ ਕਰਦੇ ਨੇ, ਯਾਨੀ ਕਿ ਸਮਦੁਭਾਜਕ ਹੁੰਦੇ ਨੇ ਇੱਕ ਦੂਜੇ ਦੇ, ਅਤੇ ਨਾਲ ਹੀ ਇਹ ਜਿਹੜੇ ਸਮਕੋਣ 'ਤੇ ਕੱਟਦੇ ਨੇ। ਹੁਣ ਸਾਨੂੰ ਦਿੱਤਾ ਕੀ ਆ ਕਿ ਜਿਹੜਾ ਸਮ ਚਤੁਰਭੁਜ ਆ ਉਹਦੀ ਇੱਕ ਭੁਜਾ ਦਿੱਤੀ ਹੋਈ ਹੈ 13 ਸੈਂਟੀਮੀਟਰ, ਅਤੇ ਇਹਦੀਆਂ ਸਾਰੀਆਂ ਭੁਜਾਵਾਂ ਹੀ 13 ਸੈਂਟੀਮੀਟਰ ਦੀਆਂ ਹੋਣਗੀਆਂ। ਸਾਰੀਆਂ ਭੁਜਾਵਾਂ ਕਿਉਂਕਿ ਇਹਦੀਆਂ ਬਰਾਬਰ ਹੁੰਦੀਆਂ ਨੇ। ਹੁਣ ਸਾਨੂੰ ਜਿਹੜਾ ਇਹਦਾ ਵਿਕਰਨ ਦਿੱਤਾ ਹੋਇਆ ਵਾ, ਉਸ ਵਿਕਰਨ ਦੀ ਜਿਹੜੀ ਲੰਬਾਈ ਕਿੰਨੀ ਦਿੱਤੀ ਹੋਈ? 24 ਸੈਂਟੀਮੀਟਰ। ਆਹ ਦੇਖੋ, ਮੰਨ ਲਓ ਆਹ ਵਾਲਾ ਵਿਕਰਨ BD ਆ, ਅਤੇ ਅਸੀਂ ਇਹਨੂੰ ਮੰਨ ਲੈਂਦੇ ਹਾਂ ਕਿ ਇਹ ਹੈਗਾ ਵਾ 24 ਸੈਂਟੀਮੀਟਰ। ਇਹ ਪੂਰਾ ਇਹ 24 ਸੈਂਟੀਮੀਟਰ ਆ। ਹੁਣ ਮੈਂ ਤੁਹਾਨੂੰ ਦੱਸਿਆ ਸੀ ਕਿ ਵਿਕਰਨ ਇੱਕ ਦੂਜੇ ਨੂੰ ਸਮਦੁਭਾਜਕ ਹੁੰਦੇ ਨੇ ਇੱਕ ਦੂਜੇ ਦੇ, ਅਤੇ ਇਹ ਜਿਹੜਾ ਵਿਕਰਨ ਵਾ ਇਹ ਮੰਨ ਲਓ ਆਹ ਬਿੰਦੂ O 'ਤੇ ਆਪਸ ਵਿੱਚ ਕੱਟਦੇ ਨੇ। ਇੱਥੇ ਪੂਰਾ 24 ਸੈਂਟੀਮੀਟਰ ਸੀ, ਇਹ ਅੱਧਾ ਕਿੰਨਾ ਰਹਿ ਗਿਆ? 12 ਸੈਂਟੀਮੀਟਰ, ਯਾਨੀ ਕਿ ਇੱਥੋਂ ਤੱਕ ਇਹ 12 ਸੈਂਟੀਮੀਟਰ ਦਾ ਰਹਿ ਗਿਆ। ਹੁਣ ਦੇਖੋ, ਆਹ ਤੁਹਾਡੇ ਸਾਹਮਣੇ ਜਿਹੜੀ AOD ਟਰਾਈਐਂਗਲ ਆ, ਇਹ ਬਣੀ ਤੁਹਾਡੇ ਸਾਹਮਣੇ ਸਮਕੋਣੀ ਤ੍ਰਿਭੁਜ। ਹੁਣ ਸਮਕੋਣੀ ਤ੍ਰਿਭੁਜ ਦੇ ਵਿੱਚ ਅਸੀਂ ਪਾਇਥਾਗੋਰਸ ਦਾ ਫਾਰਮੂਲਾ ਲਗਾਵਾਂਗੇ ਅਤੇ AO ਲੱਭ ਲਾਂਗੇ, ਅਤੇ AO ਜਦੋਂ ਸਾਨੂੰ ਲੱਭ ਜਾਏਗਾ ਅਤੇ OC ਅਤੇ AO ਦੋਨੋਂ ਬਰਾਬਰ ਨੇ। AO ਨੂੰ 2 ਨਾਲ ਗੁਣਾ ਕਰਾਂਗੇ ਕਿਉਂਕਿ ਆਹ ਇਹਦੇ ਤੋਂ ਡਬਲ ਵਾ AC ਪੂਰਾ, ਅਤੇ AO ਅੱਧਾ ਵਾ। ਇਹਨੂੰ 2 ਨਾਲ ਗੁਣਾ ਕਰਾਂਗੇ ਅਤੇ ਸਾਡੇ ਕੋਲ ਦੂਸਰਾ ਵਿਕਰਨ ਜਿਹੜਾ ਵਾ ਉਹ AC ਆ ਜਾਏਗਾ। ਚਲੋ ਦੇਖਦੇ ਹਾਂ ਕਿ ਆਨਸਰ ਕਿੰਨਾ ਆਉਂਦਾ। ਸਭ ਤੋਂ ਪਹਿਲਾਂ ਪਾਇਥਾਗੋਰਸ ਥਿਊਰਮ ਲਗਾਵਾਂਗੇ। ਜੋ ਸਾਨੂੰ ਦਿੱਤਾ ਹੋਇਆ ਵਾ ਉਹ ਅਸੀਂ ਨਾਲ ਨਾਲ ਇੱਥੇ ਲਿਖ ਲੈਣਾ। ਪਹਿਲਾਂ ਸਭ ਤੋਂ ਪਹਿਲਾਂ ਲਿਖਾਂਗੇ ਕਿ ਸਮ ਚਤੁਰਭੁਜ ਦੀ ਜਿਹੜੀ ਭੁਜਾ ਦਿੱਤੀ ਆ ਉਹ ਕਿੰਨੀ ਆ। ਸਮ ਚਤੁਰਭੁਜ ਦੀ ਭੁਜਾ 13 ਸੈਂਟੀਮੀਟਰ, ਅਤੇ ਸਮ ਚਤੁਰਭੁਜ ਦਾ ਵਿਕਰਨ, ਇੱਕ ਵਿਕਰਨ ਦਿੱਤਾ ਵਾ, ਇਹਨੂੰ ਅਸੀਂ ਵਿਕਰਨ ਨੂੰ D ਲਿਖ ਲੈਂਦੇ ਹਾਂ, ਡਾਇਗਨਲ 1, ਉਹ ਹੈਗਾ 24 ਸੈਂਟੀਮੀਟਰ। ਉਸ ਤੋਂ ਬਾਅਦ ਜਿਹੜੀ ਥਿਊਰਮ ਲਗਾਉਣੀ ਉਹ ਕਿਹੜੀ ਤੁਹਾਨੂੰ ਦੱਸਿਆ ਸੀ? ਪਾਇਥਾਗੋਰਸ ਪ੍ਰਮੇୟ ਲਗਾਵਾਂਗੇ ਅਸੀਂ। ਪਾਇਥਾਗੋਰਸ ਪ੍ਰਮੇୟ ਅਨੁਸਾਰ ਟਰਾਈਐਂਗਲ AOD ਵਿੱਚ ਜਿਹੜੀ ਆਹ ਵਾਲੀ ਭੁਜਾ ਵਾ AD, ਇਹ ਬਣਦਾ ਵਾ ਕਰਨ। ਆਹ ਲੰਬ ਅਤੇ ਆਹ ਵਾਲਾ ਆਧਾਰ। ਹੁਣ ਇਹਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਕਰਨ ਦਾ ਵਰਗ ਯਾਨੀ ਕਿ AD ਦਾ ਵਰਗ,
ਉਹ ਕਿਹਦੇ ਬਰਾਬਰ ਆ? AO ਦਾ ਵਰਗ ਪਲੱਸ OD ਦਾ ਵਰਗ। ਹੁਣ AD ਜਿਹੜਾ ਵਾ ਉਹ ਹੈਗਾ 13, AO ਅਸੀਂ ਲੱਭਣਾ ਵਾ, ਅਤੇ OD ਕਿੰਨਾ ਬਣਿਆ ਸੀਗਾ 12। ਉਹ ਮੈਂ ਤੁਹਾਨੂੰ ਦੱਸ ਦਿੱਤਾ ਸੀ ਵੀ ਕਿਸ ਤਰ੍ਹਾਂ ਬਣਾਉਣਾ ਸੀ ਉਹਨੂੰ। ਆ ਸਾਡੇ ਕੋਲ ਇੰਨਾ ਆ ਗਿਆ। ਹੁਣ ਇੱਥੇ ਕੀ ਲਿਖਾਂਗੇ? 13 13 169 ਬਰਾਬਰ AO ਦਾ ਵਰਗ ਜਮਾ 12 12 144। ਹੁਣ ਆ 144 ਇੱਧਰ ਆ ਕੇ ਮਾਈਨਸ ਹੋ ਜਾਏਗਾ ਇਹਦੇ 'ਚੋਂ। 169 ਮਾਈਨਸ 144 ਬਰਾਬਰ AO ਦਾ ਸਕੇਅਰ। ਇਹਨਾਂ ਨੂੰ ਮਾਈਨਸ ਕੀਤਾ ਅਤੇ ਕਿੰਨਾ ਆ ਗਿਆ? 25। 25 ਬਰਾਬਰ AO ਦਾ ਸਕੇਅਰ। ਹੁਣ ਇੱਧਰੋਂ ਜਦੋਂ ਅਸੀਂ ਵਰਗ ਹਟਾਵਾਂਗੇ AO ਤੋਂ, ਅਤੇ ਸਾਡੇ ਕੋਲ ਕੀ ਬਚੇਗਾ? AO ਬਰਾਬਰ ਇਹ ਸਾਡੇ ਕੋਲ ਕੀ ਆ ਗਿਆ? AO ਬਰਾਬਰ ਵਰਗਮੂਲ 25, ਯਾਨੀ ਕਿ ਵਰਗਮੂਲ 25। 25 ਦਾ ਵਰਗਮੂਲ ਆ ਗਿਆ 5। ਹੁਣ ਜਿਹੜੀ AO ਆਈ ਆ ਉਹ ਭੁਜਾ ਸਾਡੇ ਕੋਲ ਕਿੰਨੀ ਆਈ ਆ? 5 ਸੈਂਟੀਮੀਟਰ। ਅਤੇ ਅਸੀਂ ਲੱਭਣਾ ਕਿਹੜਾ ਸੀ? ਪੂਰਾ ਡਾਇਗਨਲ AC। ਅਤੇ ਮੈਂ ਤੁਹਾਨੂੰ ਦੱਸਿਆ ਸੀਗਾ ਵੀ AC ਜਿਹੜਾ ਵਾ ਉਹ 2 ਗੁਣਾ AO ਹੋਵੇਗਾ, ਯਾਨੀ ਕਿ 2 ਗੁਣਾ 5 ਬਰਾਬਰ 10 ਸੈਂਟੀਮੀਟਰ। ਅਤੇ ਇਹਦਾ ਆਨਸਰ ਜੇ ਸਾਡੇ ਪਹਿਲੇ ਕੁਐਸਚਨ ਦਾ 10 ਸੈਂਟੀਮੀਟਰ। ਆਹ ਦੇਖੋ, ਪਹਿਲੇ ਕੁਐਸਚਨ ਦਾ ਆਨਸਰ ਜਿਹੜਾ ਆਇਆ ਸੀਗਾ 10 ਸੈਂਟੀਮੀਟਰ। ਇਹ ਸੀਗੀ ਸਮ ਚਤੁਰਭੁਜ ਦੀ ਜਿਹੜੀ ਦੂਸਰੇ ਵਿਕਰਨ ਦੀ ਜਿਹੜੀ ਲੰਬਾਈ ਆ, ਉਹ ਜੋ ਸਾਨੂੰ ਉਹਨਾਂ ਨੇ ਕਿਹਾ ਸੀ ਦੂਸਰੇ ਵਿਕਰਨ ਦੀ ਲੰਬਾਈ ਕੀ ਹੋਵੇਗੀ? 10 ਸੈਂਟੀਮੀਟਰ। ਹੁਣ ਦੂਸਰਾ ਕੁਐਸਚਨ ਦੇਖੋ, ਕਹਿੰਦੇ ਵੀ ਆਹ ਲਾਗੇ ਇੱਕ ਚਿੱਤਰ ਦਿੱਤਾ ਹੋਇਆ ਵਾ, ਇਹਦੇ 'ਚ DE ਪੈਰਲਲ ਟੂ BC ਆ। ਆਹ ਦੇਖੋ DE ਪੈਰਲਲ ਟੂ BC ਆ, ਅਤੇ AC ਦੀ ਵੈਲਿਊ ਦਿੱਤੀ ਆ, EC ਦੀ ਦਿੱਤੀ ਆ, ਅਤੇ DE ਦੀ ਵੈਲਿਊ ਦਿੱਤੀ ਆ, ਅਤੇ ਕਹਿੰਦੇ BC ਦੀ ਵੈਲਿਊ ਕੀ ਹੋਵੇਗੀ। ਚਲੋ ਇਹਦੇ ਵੀ ਡਾਇਗਰਾਮ ਮੈਂ ਕਾਪੀ 'ਤੇ ਬਣਾ ਕੇ ਸੋਲਵ ਕਰਕੇ ਤੁਹਾਨੂੰ ਦੱਸਦਾ। ਆਹ ਦੇਖੋ ਬੱਚਿਓ, ਦੂਸਰੇ ਕੁਐਸਚਨ ਦੀ ਮੈਂ ਇੱਥੇ ਡਾਇਗਰਾਮ ਬਣਾ ਲਈ ਜੋ ਤੁਹਾਡੀ ਬੁੱਕ ਦੇ ਉੱਪਰ ਦਿੱਤੀ ਹੋਈ ਸੀ। ਇਹਦੇ 'ਚ ਦਿੱਤਾ ਸੀ DE ਪੈਰਲਲ ਟੂ BC ਆ, AC ਦਾ ਸਾਈਜ਼ ਦਿੱਤਾ ਸੀ, EC ਦਾ ਅਤੇ DE ਦਾ, ਅਤੇ BC ਅਸੀਂ ਆਹ ਵਾਲੀ ਭੁਜਾ ਜਿਹੜੀ ਆ ਇਹ ਅਸੀਂ ਲੱਭਣੀ ਆ। ਹੁਣ ਸਭ ਤੋਂ ਪਹਿਲਾਂ ਮੈਂ ਇੱਥੇ ਲਿਖ ਲਿਆ AC ਜਿਹੜੀ ਭੁਜਾ ਵਾ ਪੂਰੀ 20 ਸੈਂਟੀਮੀਟਰ ਆ, EC 5 ਅਤੇ DE 12, ਅਤੇ BC ਅਸੀਂ ਫਾਈਂਡ ਕਰਨੀ ਆ। ਹੁਣ ਆਹ ਦੇਖੋ ਪੂਰੀ ਭੁਜਾ ਹੈਗੀ ਆ 20 ਅਤੇ ਇੰਨੀ ਹੈਗੀ ਆ 5, ਅਤੇ ਜਿਹੜੀ AE ਆ ਉਹ ਕਿੰਨੀ ਹੋਏਗੀ? ਬਾਕੀ ਜਿਹੜੀ ਆ ਉਹ 20 ਚੋਂ 5 ਘਟਾ ਦਾਂਗੇ ਅਤੇ ਕਿੰਨੀ ਆਏਗੀ? 15 ਸੈਂਟੀਮੀਟਰ। ਇਹ ਬਣ ਗਈ 15 ਸੈਂਟੀਮੀਟਰ AE, ਅਤੇ ਉਹ ਵੀ ਅਸੀਂ ਇੱਥੇ ਨਾਲ ਲਿਖ ਲਾਂਗੇ ਕਿ AE ਬਰਾਬਰ 15 ਸੈਂਟੀਮੀਟਰ। ਇਹ ਅਸੀਂ ਫਾਈਂਡ ਕਰ ਲਈ। ਹੁਣ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ? ਦੇਖੋ ਆਹ ਵਾਲੀ ਭੁਜਾ ਅਤੇ ਆਹ ਭੁਜਾ ਨੂੰ ਅਸੀਂ ਪ੍ਰਪੋਰਸ਼ਨ 'ਚ ਕਰਨਾ ਵਾ। ਅਸੀਂ 2 ਟਰਾਇੰਗਲਾਂ ਲੈ ਲਾਂਗੇ, ਇੱਕ ADE ਅਤੇ ਇੱਕ ਪੂਰੀ ABC, ਅਤੇ ਇਹਨਾਂ ਦੋਨਾਂ ਨੂੰ ਅਸੀਂ ਪਹਿਲਾਂ ਸਿਮੀਲਰ ਸ਼ੋਅ ਕਰਾਂਗੇ ਵੀ ਇਹ ਦੋਨੇ ਤ੍ਰਿਭੁਜ ਆਪਸ ਵਿੱਚ ਸਿਮੀਲਰ ਨੇ, ਯਾਨੀ ਕਿ ਸਮਰੂਪ ਨੇ। ਉਹਦੇ ਵਾਸਤੇ ਕੀ ਕਰਨਾ ਪਏਗਾ ਸਾਨੂੰ? ਆਹ ਦੇਖੋ ਮੈਂ ਸਭ ਤੋਂ ਪਹਿਲਾਂ ਕਿ ਟਰਾਇੰਗਲ ਲੈ ਲਾਂਗਾ। ਟਰਾਇੰਗਲ ਦਾ ਨਾਮ ਲਿਖ ਲਓ ਇੱਥੇ। ਕਿਹੜੀ ਕਿਹੜੀ ਟਰਾਇੰਗਲ ਆ? ਟਰਾਇੰਗਲ ADE ਅਤੇ ਟਰਾਇੰਗਲ ਦੂਸਰੀ ਹੈਗੀ ਆ ABC ਪੂਰੀ ਜਿਹੜੀ ਆ। ਇਹਦੇ ਵਿੱਚ ਕੀ ਆ? ਦੇਖੋ ਆਹ ਜਿਹੜਾ ਕੋਣ ਅਤੇ ਆਹ ਕੋਣ, ਦੋਨੋਂ ਕੋਣ ਕੀ ਨੇ? ਇਹ ਦੋਨੋਂ ਕੋਣ ਸੰਗਤ ਕੋਣ ਨੇ, ਕੋਰਸਪੋਂਡਿੰਗ ਐਂਗਲ ਨੇ, ਕਿਉਂਕਿ DE ਅਤੇ BC ਦੋਨੋਂ ਪੈਰਲਲ ਨੇ, ਅਤੇ ਆਹ ਇਹਨਾਂ ਦੀ ਜਿਹੜੀ ਕਾਟਵੀਂ ਰੇਖਾ ਆ ਰਹੀ ਆ, ਚਾਹੇ DB ਮੰਨ ਲਓ ਜਾਂ AB ਪੂਰੀ ਮੰਨ ਲਓ। ਇਹ ਕਾਟਵੀਂ ਰੇਖਾ ਅਤੇ ਆਹ ਕੋਣ ਦੋਨੋਂ ਕਿਹੜੇ ਹੋ ਗਏ ਇਹਨਾਂ ਦੇ? ਸੰਗਤ ਕੋਣ, ਯਾਨੀ ਕੋਰਸਪੋਂਡਿੰਗ ਐਂਗਲਸ। ਇਹ ਦੋਨੋਂ ਇਕੁਅਲ ਹੋਣਗੇ। ਇੱਥੇ ਕੀ ਲਿਖਾਂਗੇ? ਕੋਣ ADE ਬਰਾਬਰ ਕੋਣ ABC। ਇਹ ਸੰਗਤ ਕੋਣ ਯਾਨੀ ਕਿ ਕੋਰਸਪੋਂਡਿੰਗ ਐਂਗਲਸ। ਹੁਣ ਦੂਸਰੇ ਪਾਸੇ ਇੱਧਰ ਵਾਲੇ ਕੋਣ ਜਿਹੜੇ ਨੇ, ਆਹ ਕੋਣ ਅਤੇ ਆਹ ਕੋਣ ਦੋਨੋਂ ਸੰਗਤ ਕੋਣ ਹੋਣਗੇ। ਇਹਨਾਂ ਦਾ ਵੀ ਲਿਖ ਲਾਂਗੇ। ਕੋਣ AED ਬਰਾਬਰ ਕੋਣ ACB। ਇਹ ਵੀ ਕਿਹੜੇ ਨੇ? ਸੰਗਤ ਕੋਣ। ਹੁਣ ਐਂਗਲ ਸਮਰੂਪਤਾ ਦੇ ਅਨੁਸਾਰ ਜਿਹੜੀ ਇਹ ਸਮਰੂਪਤਾ ਕ੍ਰਾਈਟੀਰੀਆ ਜਿਹੜਾ ਇਹਦਾ ਵਾ, ਸਮਰੂਪਤਾ ਅਨੁਸਾਰ ਜਿਹੜੀ ਟਰਾਇੰਗਲ ADE ਆ ਉਹ ਸਮਰੂਪ ਆ ਕਿਹੜੀ ਟਰਾਇੰਗਲ ਦੇ? ਟਰਾਇੰਗਲ ABC ਦੇ। ਇਹ ਦੋਨੋਂ ਤਿਕੋਣਾ ਆਪਸ ਵਿੱਚ ਸਮਰੂਪ ਹੋ ਗਈਆਂ। ਸਮਰੂਪ ਹੋਣਗੀਆਂ ਅਤੇ ਇਹਨਾਂ ਦੀਆਂ ਜਿਹੜੀਆਂ ਸੰਗਤ ਭੁਜਾਵਾਂ ਨੇ ਉਹ ਆਪਸ ਵਿੱਚ ਪ੍ਰਪੋਰਸ਼ਨ 'ਚ ਆ ਜਾਂਦੀਆਂ ਨੇ, ਯਾਨੀ ਕਿ AD ਬਟਾ AB ਬਰਾਬਰ DE ਬਟਾ BC ਅਤੇ ਬਰਾਬਰ AE ਬਟਾ AC। ਯਾਨੀ ਕਿ ਪਹਿਲੀ ਟਰਾਇੰਗਲ ਉਹਦੀ ਭੁਜਾ ਆਹ ਵਾਲੀ ਇੰਨੀ,
ਵੱਡੀ ਟਰਾਇੰਗਲ ਦੀ ਪੂਰੀ ਭੁਜਾ, ਇੱਧਰੋਂ ਇਹਦੀ DE, ਇਹਦੀ BC, ਇਹਦੀ AD ਅਤੇ ਇਹਦੀ ਪੂਰੀ AB, ਇਹ ਸਾਰੀਆਂ ਲਿਖ ਲਈਆਂ ਇੱਥੇ। ਹੁਣ ਦੇਖੋ ਕਿ ਸਾਨੂੰ ਕਿਹੜੀਆਂ ਦੋ ਭੁਜਾਵਾਂ ਜਿਹੜੀਆਂ ਉਹ ਦਿੱਤੀਆਂ ਨੇ ਅਤੇ ਅਸੀਂ ਲੱਭਣੀਆਂ ਕਿਹੜੀਆਂ ਨੇ। ਆ ਦੇਖੋ DE ਅਤੇ BC, DE ਦਿੱਤੀ ਆ, BC ਲੱਭਣੀ ਆ, ਅਤੇ ਦੂਜੇ ਪਾਸੇ ਸਾਨੂੰ AE ਅਤੇ AC ਦਿੱਤੀ ਹੋਈ ਆ। ਯਾਨੀ ਕਿ ਆਹ ਦੋਨੋਂ ਰਿਜ਼ਲਟ ਲੈ ਕੇ ਤਾਂ ਅਸੀਂ BC ਦੀ ਵੈਲਿਊ ਫਾਈਂਡ ਕਰ ਸਕਦੇ ਹਾਂ। ਮੈਂ ਇੱਥੇ ਲਿਖ ਲਾਂਗਾ DE ਬਟਾ BC ਬਰਾਬਰ AE ਬਟਾ AC। ਇਹਨਾਂ ਦੀਆਂ ਵੈਲਿਊਜ਼ ਪੁੱਟ ਕਰ ਦੇਣੀਆਂ ਇਹਦੇ ਵਿੱਚ ਅਤੇ ਇਹਨੂੰ ਸੋਲਵ ਕਰ ਲੈਣਾ। ਆ ਦੇਖੋ ਜਿਹੜੀ DE ਆ ਉਹਦੀ ਵੈਲਿਊ 12, BC ਅਸੀਂ ਲੱਭਣਾ ਵਾ, AE ਜਿਹੜਾ ਵਾ ਉਹ ਅਸੀਂ 15 ਸੈਂਟੀਮੀਟਰ ਕੱਢਿਆ ਸੀਗਾ, ਅਤੇ ਜਿਹੜਾ AC ਪੂਰਾ ਵਾ ਉਹ ਸਾਨੂੰ 20 ਸੈਂਟੀਮੀਟਰ ਦਿੱਤਾ। ਇਹਨਾਂ ਦੀ ਤਿਰਛੀ ਗੁਣਾ ਕਰਾਂਗੇ, ਸਾਡੇ ਕੋਲ ਕੀ ਆ ਜਾਏਗਾ 15 BC ਬਰਾਬਰ 12 ਗੁਣਾ 20, BC ਬਰਾਬਰ 12 ਗੁਣਾ 20 ਬਟਾ 15। ਕਟਿੰਗ ਕਰ ਲਓ 3 ਦੇ ਪਹਾੜੇ ਨਾਲ, 3 ਚੌਕੇ 12, 3 ਪੰਜੇ 15, 5 ਦੇ ਪਹਾੜੇ ਨਾਲ 5 ਏਕਮ 5, 5 ਚੌਕਾ 20, ਅਤੇ BC ਦੀ ਵੈਲਿਊ ਕਿੰਨੀ ਆ ਗਈ 4 ਚੌਕੇ 16 ਸੈਂਟੀਮੀਟਰ। ਇਹ ਸਾਡੇ ਕੋਲ ਦੂਸਰੇ ਸਵਾਲ ਦਾ ਆਨਸਰ ਆ ਗਿਆ। ਚਲੋ ਦੇਖਦੇ ਹਾਂ ਤੁਹਾਡੀ ਜਿਹੜੀ ਬੁੱਕਲੇਟ ਆ ਉਹਦੇ ਵਿੱਚ। ਆ ਦੇਖੋ ਦੂਸਰੇ ਕੁਐਸਚਨ ਦਾ ਆਨਸਰ 16 ਸੈਂਟੀਮੀਟਰ ਆ ਤੁਹਾਡਾ ਸੈਕਿੰਡ ਪਾਰਟ, ਇਹਦਾ ਆਨਸਰ ਆ। ਔਰ ਤੁਸੀਂ ਇਹੋ ਹੀ ਜਿਹੜੀ OMR ਸ਼ੀਟ ਦੇ ਵਿੱਚ 2 ਨੰਬਰ ਦੇ ਉੱਪਰ ਸਰਕਲ ਨੂੰ ਡਾਰਕ ਕਰ ਦੋਗੇ। ਇਸ ਤੋਂ ਬਾਅਦ ਦੇਖਦੇ ਹਾਂ ਕੁਐਸਚਨ ਨੰਬਰ 3। ਜੇਕਰ ਇੱਕ ਠੋਸ ਬੇਲਣ ਦਾ ਅਰਧ ਵਿਆਸ ਅਤੇ ਉਸ ਦੀ ਉਚਾਈ ਕ੍ਰਮਵਾਰ 7 ਸੈਂਟੀਮੀਟਰ ਅਤੇ 30 ਸੈਂਟੀਮੀਟਰ ਹੈ ਤਾਂ ਬੇਲਣ ਦਾ ਆਇਤਨ ਕੀ ਹੋਵੇਗਾ। ਇਫ ਦਾ ਰੇਡੀਅਸ ਐਂਡ ਹਾਈਟ ਆਫ ਸੋਲਿਡ ਸਿਲੰਡਰ ਆਰ 7 ਸੈਂਟੀਮੀਟਰ ਐਂਡ 30 ਸੈਂਟੀਮੀਟਰ ਰਿਸਪੈਕਟਿਵਲੀ, ਦੈਨ ਦਾ ਵੋਲੀਊਮ ਆਫ ਦਾ ਸਿਲੰਡਰ ਇਜ਼। ਹੁਣ ਇਹਦਾ ਵੋਲੀਊਮ ਦੇਖਣਾ ਕਿੰਨਾ ਹੋਏਗਾ। ਸਾਨੂੰ ਉਹਦਾ ਅਰਧ ਵਿਆਸ ਅਤੇ ਉਹਦੀ ਉਚਾਈ ਦਿੱਤੀ ਹੋਈ ਆ। ਚਲੋ ਮੈਂ ਇਹਨੂੰ ਵੀ ਸੋਲਵ ਕਰਕੇ ਦਿਖਾਉਣਾ ਤੁਹਾਨੂੰ। ਆਹ ਦੇਖੋ ਬੱਚਿਓ, ਮੈਂ ਇੱਥੇ ਸਿਲੰਡਰ ਦੀ ਇੱਕ ਡਾਇਗਰਾਮ ਬਣਾ ਲਈ। ਹੁਣ ਆਹ ਦੇਖੋ ਇਹਦਾ ਜਿਹੜਾ ਅਰਧ ਵਿਆਸ ਦਿੱਤਾ ਇੰਨਾ, ਉਹ ਕਹਿੰਦੇ 7 ਸੈਂਟੀਮੀਟਰ ਆ, ਅਤੇ ਜਿਹੜੀ ਇਹਦੀ ਹਾਈਟ ਵਾ ਉਹ ਦੇਖੋ ਆਹ ਵਾਲੀ ਉਚਾਈ ਸਾਰੀ ਇੱਥੋਂ ਲੈ ਲਓ, ਅਤੇ ਜਾਂ ਉਚਾਈ ਤੁਸੀਂ ਇਹਦੀ ਇੱਥੇ ਲਿਖ ਸਕਦੇ ਹੋ ਬਾਹਰਲੀ ਸਾਈਡ ਦੇ ਉੱਤੇ, ਉਹ ਸਾਨੂੰ ਕਿੰਨੀ ਦਿੱਤੀ ਆ 30 ਸੈਂਟੀਮੀਟਰ। ਚਾਹੇ ਇੱਥੇ ਲਿਖ ਲਓ ਚਾਹੇ ਇੱਥੇ ਲਿਖ ਲਓ, ਹਾਈਟ ਦਿੱਤੀ ਆ। ਅਤੇ ਅਸੀਂ ਇਹਦਾ ਆਇਤਨ ਲੱਭਣਾ ਵਾ, ਅਤੇ ਜੋ ਜੋ ਦਿੱਤਾ ਅਸੀਂ ਲਿਖਾਂਗੇ। ਸਭ ਤੋਂ ਪਹਿਲਾਂ ਲਿਖਾਂਗੇ ਕਿ ਬੇਲਣ ਦਾ ਅਰਧ ਵਿਆਸ ਉਹ ਕਿੰਨਾ ਵਾ 7 ਸੈਂਟੀਮੀਟਰ, ਬੇਲਣ ਦੀ ਉਚਾਈ ਹਾਈਟ ਉਹ ਕਿੰਨੀ ਦਿੱਤੀ ਆ 30 ਸੈਂਟੀਮੀਟਰ। ਇਹਨੂੰ ਅਸੀਂ H ਨਾਲ ਵੀ ਲਿਖ ਸਕਦੇ ਹਾਂ। ਹੁਣ ਇਹਦੇ ਆਇਤਨ ਦਾ ਫਾਰਮੂਲਾ ਲਗਾਵਾਂਗੇ। ਬੇਲਣ ਦਾ ਆਇਤਨ ਜਿਹੜਾ ਉਹ ਕਿਹਦੇ ਬਰਾਬਰ ਹੁੰਦਾ, ਉਹਦਾ ਫਾਰਮੂਲਾ ਹੁੰਦਾ πr² ਨਾਲ H, ਯਾਨੀ ਕਿ ਅਰਧ ਵਿਆਸ ਅਤੇ ਆ ਉਚਾਈ, ਅਰਧ ਵਿਆਸ ਦਾ ਵਰਗ ਨਾਲ ਉਚਾਈ। ਇਹਦੇ 'ਚ ਅਸੀਂ ਵੈਲਿਊ ਪੁੱਟ ਕਰ ਦਾਂਗੇ। ਪਾਈ ਦੀ ਵੈਲਿਊ 22/7, ਆਰ ਦਾ ਸਕੇਅਰ ਯਾਨੀ ਕਿ 7, ਉਹਦਾ ਵਰਗ ਗੁਣਾ ਉਚਾਈ 30। ਹੁਣ ਇਹਨੂੰ ਅਸੀਂ ਸੋਲਵ ਕਰ ਲਾਂਗੇ। 22/7 ਗੁਣਾ 7 ਗੁਣਾ 7 ਗੁਣਾ 30, 7 ਏਕਮ 7, ਬਾਕੀ ਕੀ ਬਚਿਆ 22, 7 ਅਤੇ ਆ 30। ਇਹਨਾਂ ਤਿੰਨਾਂ ਨੂੰ ਆਪਸ 'ਚ ਗੁਣਾ ਕਰ ਲਾਂਗੇ। 7 × 21 210, ਅਤੇ 210 ਨੂੰ ਅਸੀਂ ਗੁਣਾ ਕਰਨਾ ਵਾ 22 ਦੇ ਨਾਲ। 2 0 2 ਏਕਮ 2 2 2 4, 4 ਅਤੇ 2 6 ਅਤੇ 4, ਕਿੰਨਾ ਆ ਗਿਆ 4620। ਹੁਣ ਸੈਂਟੀਮੀਟਰ ਵਾ, ਸੈਂਟੀਮੀਟਰ ਨਾਲ ਕਣ ਯਾਨੀ ਕਿ ਕਿਊਬ, ਆਇਤਨ ਜਿਹੜਾ ਵਾ ਉਹ ਕਿਊਬ 'ਚ ਹੁੰਦਾ। ਇਹ ਸਾਡੇ ਤੀਸਰੇ ਕੁਐਸਚਨ ਦਾ ਆਨਸਰ ਜੇ। ਮੈਂ ਤੁਹਾਨੂੰ ਦਿਖਾਉਣਾ ਤੁਹਾਡੀ ਜਿਹੜੀ ਆ ਸੈਂਪਲ ਪੇਪਰ ਵਾਲੀ ਜਿਹੜੀ, ਆਹ ਦੇਖੋ ਕਿੰਨਾ ਆਨਸਰ ਆਇਆ ਸੀ 4620, ਚੌਥੀ ਆਪਸ਼ਨ ਇਹਦਾ ਆਨਸਰ ਜੇ। ਉਸ ਤੋਂ ਬਾਅਦ ਦੇਖੋ ਅੱਗੇ ਅਗਲਾ ਜਿਹੜਾ ਕੁਐਸਚਨ ਆ ਚੌਥਾ, ਉਹ ਕੀ ਆ। ਚੌਥੇ ਕੁਐਸਚਨ 'ਚ ਕਹਿੰਦੇ ਦਿੱਤੀ ਗਈ ਬਾਰੰਬਾਰਤਾ ਵੰਡ ਸਾਰਣੀ ਲਈ ਬਹੁਲਕ ਵਰਗ ਦਾ ਵਰਗ ਚਿੰਨ੍ਹ ਹੋਵੇਗਾ। ਫਾਈਂਡ ਦਾ ਫ੍ਰੀਕੁਐਂਸੀ ਫॉर ਦਾ ਫ੍ਰੀਕੁਐਂਸੀ ਡਿਸਟਰੀਬਿਊਸ਼ਨ ਦਾ ਕਲਾਸ ਮਾਰਕ ਆਫ ਦਾ ਮਾਡਲ ਕਲਾਸ। ਹੁਣ ਦੇਖੋ ਬੱਚੋ ਜਿਹੜਾ ਬਹੁਲਕ ਹੁੰਦਾ ਵਾ, ਬਹੁਲਕ ਸਭ ਤੋਂ ਵੱਡੀ ਬਾਰੰਬਾਰਤਾ ਵਾਲਾ ਜਿਹੜਾ ਵਾ ਉਹਨੂੰ ਅਸੀਂ ਕਹਿੰਦੇ ਹਾਂ। ਹੁਣ ਸਭ ਤੋਂ ਵੱਡੀ ਬਾਰੰਬਾਰਤਾ ਕਿਹ 'ਚ ਆ ਰਹੀ ਹੈ 71 ਆ ਦੇਖੋ ਇੱਥੇ 71, ਕਿਉਂਕਿ ਬਾਕੀ 43 34 65 56 ਇਹ ਤੋਂ ਛੋਟੇ ਨੇ। ਔਰ ਇਹਦੇ ਵਿੱਚ ਜਿਹੜਾ ਸਾਡੇ ਕੋਲ ਡਿਸਟਰੀਬਿਊਸ਼ਨ ਵਾਲਾ ਆ ਰਿਹਾ ਵਾ, ਉਹ ਜਿਹੜੀ ਵਰਗ ਅੰਤਰਾਲ ਆ ਰਿਹਾ 40 ਤੋਂ 50। ਹੁਣ ਉਹਨਾਂ ਨੇ ਕਿਹਾ ਵੀ ਇਹਦਾ ਕਲਾਸ ਮਾਰਕ ਵਰਗ ਚਿੰਨ੍ਹ ਅਸੀਂ ਕਿਸ ਤਰ੍ਹਾਂ ਕੱਢਦੇ ਹਾਂ, ਮੈਂ ਤੁਹਾਨੂੰ ਇੱਥੇ ਲਿਖ ਕੇ ਦੱਸ ਦਿੰਦਾ।
ਕਿ ਜਿਹੜਾ ਅਸੀਂ ਵਰਗ ਚਿੰਨ੍ਹ ਕੱਢਦੇ ਹਾਂ ਉਹ ਕਿਹਦੇ ਬਰਾਬਰ ਹੁੰਦਾ, ਜਿਹੜੇ ਸਾਨੂੰ ਆ ਕਲਾਸ ਇੰਟਰਵਲ ਦਿੱਤਾ ਵਾ ਇਹਨਾਂ ਦਾ ਜੋੜ ਬਟਾ 2, 40 ਜਮਾ 50 ਬਟਾ 2, ਇਹ ਕਿੰਨਾ ਆ ਗਿਆ 90 ਬਟਾ 2, ਅਤੇ 90 ਕਿਤੇ ਨਾਲ ਕੱਟਿਆ ਗਿਆ 45 ਨਾਲ, ਅਤੇ ਕਿੰਨਾ ਆਨਸਰ ਆਇਆ 45, ਅਤੇ 45 ਆਨਸਰ ਜਿਹੜਾ ਜੇ ਆਪਸ਼ਨ ਨੰਬਰ 3 ਦਾ ਆਨਸਰ ਜੇ 45। ਇਹ ਸੀਗਾ ਕੁਐਸਚਨ ਨੰਬਰ 4। ਅੱਗੇ ਦੇਖੋ ਕੁਐਸਚਨ ਨੰਬਰ 5, ਕਹਿੰਦੇ ਜੇਕਰ ਪਹਿਲੀਆਂ 20 ਜਿਸਤ ਸੰਖਿਆਵਾਂ ਦਾ ਜੋੜ ਪਹਿਲੀਆਂ 20 ਟਾਂਗ ਸੰਖਿਆਵਾਂ ਦੇ ਜੋੜ ਦਾ k ਗੁਣਾ ਹੋਵੇ ਤਾਂ k ਬਰਾਬਰ ਹੈ। ਅਸੀਂ ਇਹ 'ਚ k ਦਾ ਮੁੱਲ ਪਤਾ ਕਰਨਾ ਵਾ। ਇਫ ਦਾ ਸਮ ਆਫ ਫਸਟ 20 ਈਵਨ ਨੈਚੁਰਲ ਨੰਬਰਸ ਆਰ equal to k times the sum of first 20 odd natural numbers then k is equal to, ਮੈਂ ਚਲੋ ਤੁਹਾਨੂੰ ਇਹ ਲਿਖ ਕੇ ਫਿਰ ਸੋਲਵ ਕਰਕੇ ਦੱਸਦਾ। ਆ ਦੇਖੋ ਬੱਚਿਓ, ਪੰਜਵੇਂ ਕੁਐਸਚਨ 'ਚ ਕੀ ਆ, ਜਿਹੜੀਆਂ ਜਿਸਤ ਸੰਖਿਆਵਾਂ ਨੇ ਉਹ ਸਾਨੂੰ ਪਤਾ ਕਿ 2 ਤੋਂ ਸ਼ੁਰੂ ਹੁੰਦੀਆਂ, 2 4 6 8 ਅਤੇ ਸੋ ਔਨ, ਅਤੇ ਪਹਿਲੀਆਂ 20 ਸੰਖਿਆਵਾਂ ਲੈਣੀਆਂ ਨੇ। ਹੁਣ ਇਹਦੇ 'ਚ a ਕਿੰਨਾ ਆ ਗਿਆ 2, d ਕਿੰਨਾ ਆ ਗਿਆ 4 ਘਟਾਓ 2 ਬਰਾਬਰ 2, ਯਾਨੀ ਕਿ ਇਹਨਾਂ ਦਾ ਅੰਤਰ ਜਿਹੜਾ ਸਾਂਝਾ ਅੰਤਰ ਵਾ ਉਹ 2 ਆ। ਅਤੇ ਜਿਹੜੀ ਸਾਡੇ ਕੋਲ ਟੋਟਲ ਜਿਹੜੀ ਇਹਨਾਂ ਦੀ ਗਿਣਤੀ ਆ ਯਾਨੀ ਕਿ n ਨੰਬਰ ਆਫ ਟਰਮਸ ਉਹ ਕਿੰਨੀਆਂ ਨੇ 20। ਕਹਿੰਦੇ ਪਹਿਲੀਆਂ 20 ਜਿਸਤ ਸੰਖਿਆਵਾਂ ਦਾ ਜੋੜ ਜਿਹੜਾ ਵਾ ਉਹ ਕਿਹਦੇ ਬਰਾਬਰ ਆ k ਟਾਈਮਸ ਪਹਿਲੀਆਂ 20 ਔਡ ਨੰਬਰਸ ਯਾਨੀ ਟਾਂਗ ਸੰਖਿਆਵਾਂ ਦੇ ਜੋੜ ਦੇ ਬਰਾਬਰ। ਪਹਿਲਾਂ ਅਸੀਂ ਜਿਸਤ ਸੰਖਿਆਵਾਂ ਦਾ ਜੋੜ ਦੇਖਾਂਗੇ ਕਿੰਨਾ ਹੋਏਗਾ, ਅਤੇ ਅਸੀਂ ਜਿਹੜਾ ਜੋੜ ਦਾ ਫਾਰਮੂਲਾ ਲਗਾਵਾਂਗੇ SN ਬਰਾਬਰ n ਬਟਾ 2 2a ਜਮਾ n ਮਾਈਨਸ 1 ਇੰਟੂ d। ਇਹ ਫਾਰਮੂਲਾ ਲਗਾ ਲਿਆ, ਅਤੇ n ਸਾਡੇ ਕੋਲ ਕੀ ਆ 20, ਯਾਨੀ ਕਿ ਪਹਿਲੀਆਂ 20 ਜਿਸਤ ਸੰਖਿਆਵਾਂ ਇੱਥੇ ਲਿਖਾਂਗੇ 20 ਬਟਾ 2 2a, a ਯਾਨੀ ਪਹਿਲੀ ਸੰਖਿਆ 2, n ਕਿੰਨਾ ਵਾ 20 20 ਮਾਈਨਸ 1, ਅਤੇ d ਕਿੰਨਾ ਆਇਆ ਉਹ ਵੀ 2 ਆਇਆ ਸਾਡੇ ਕੋਲ। ਹੁਣ ਆਹ ਦੇਖੋ ਇਹਨੂੰ ਸੋਲਵ ਕੀਤਾ, ਆਹ ਕਟਿੰਗ ਹੋ ਗਈ 2 ਦਾ ਇਹ 20 ਕਿੰਨਾ ਆ ਗਿਆ 10, ਅੰਦਰ 2 ਦੂਣੀ 4, 20 ਚੋਂ 1 ਗਏ ਅਤੇ 19, ਅਤੇ 19 ਦੂਣ 38। ਇਹ ਸਾਡੇ ਕੋਲ ਕਿਹਦੇ ਬਰਾਬਰ ਆ ਗਿਆ 10, 38 ਅਤੇ 4 42, ਇਹ ਸਾਡੇ ਕੋਲ ਆ ਗਿਆ ਬਰਾਬਰ ਹੈ 420। ਯਾਨੀ ਕਿ ਪਹਿਲੀਆਂ 20 ਜਿਹੜੀਆਂ ਜਿਸਤ ਸੰਖਿਆਵਾਂ ਸੀ ਉਹਨਾਂ ਦਾ ਜੋੜ ਕਿੰਨਾ ਆਇਆ 420। ਹੁਣ ਅਸੀਂ ਕੱਢਾਂਗੇ ਪਹਿਲੀਆਂ 20 ਜਿਹੜੀਆਂ ਟਾਂਗ ਸੰਖਿਆਵਾਂ, ਅਤੇ ਸਾਨੂੰ ਪਤਾ ਕਿ ਜਿਹੜੀਆਂ ਟਾਂਗ ਸੰਖਿਆਵਾਂ ਨੇ ਯਾਨੀ ਕਿ ਜਿਹੜੀਆਂ ਔਡ ਨੰਬਰਸ ਨੇ ਉਹ ਕਿੱਥੋਂ ਸ਼ੁਰੂ ਹੁੰਦੇ ਆ 1 ਤੋਂ, 1 3 5 7 ਸੋ ਔਨ। ਹੁਣ ਇਹਨਾਂ ਦਾ ਕਿਸ ਤਰ੍ਹਾਂ ਕੱਢਣਾ ਅਸੀਂ ਉਸੇ ਤਰੀਕੇ ਨਾਲ ਹੀ, ਪਹਿਲਾਂ ਫਸਟ ਟਰਮ 1 d ਕੱਢਾਂਗੇ ਅਤੇ 3 ਘਟਾਓ 1 ਬਰਾਬਰ 2, ਅਤੇ n ਇਹਦੇ 'ਚ ਵੀ 20 ਨੇ, ਇਹ ਵੀ 20 ਸੰਖਿਆਵਾਂ ਨੇ। ਸੇਮ ਫਾਰਮੂਲਾ 2a ਜਮਾ n ਮਾਈਨਸ 1 ਇੰਟੂ d। ਹੁਣ ਇਹਦੇ 'ਚ ਵੈਲਿਊਜ਼ n ਓਨਾ ਹੀ ਆ 20 ਬਟਾ 2, ਇਹ 'ਚ ਫਸਟ ਟਰਮ ਜਿਹੜੀ ਆ ਉਹ 1 ਹੋ ਗਈ, ਇੱਥੇ 20 ਮਾਈਨਸ 1 ਅਤੇ d ਓਨਾ ਹੀ ਆ 2। ਹੁਣ ਦੇਖੋ ਇਹਨਾਂ ਦੀ ਉਸੇ ਤਰ੍ਹਾਂ ਹੀ ਕਟਿੰਗ ਕਰਕੇ ਜਿਸ ਤਰ੍ਹਾਂ ਅਸੀਂ ਉਹਦੇ 'ਚ ਕੀਤਾ ਸੀ ਪਹਿਲੇ ਵਾਲੇ 'ਚ, 2 ਦਾ ਇਹ 20 10, 2 ਜਮਾ ਇੱਧਰ 20 ਚੋਂ 1 ਗਏ 19, 19 ਦੂਣ 38, ਇਹ ਕਿਹਦੇ ਬਰਾਬਰ ਆ ਗਿਆ 10, 38 ਅਤੇ 2 40, ਕਿੰਨਾ ਆ ਗਿਆ ਜਵਾਬ 400। ਹੁਣ ਕਹਿੰਦੇ ਵੀ ਜਿਹੜੀ ਸਟੇਟਮੈਂਟ ਆ ਉਹ ਕੀ ਕਹਿੰਦੀ ਆ ਵੀ ਜਿਹੜੀ ਪਹਿਲੀਆਂ 20 ਜਿਸਤ ਸੰਖਿਆਵਾਂ ਨੇ ਜਿਹੜਾ ਉਹਨਾਂ ਦਾ ਜੋੜ ਵਾ ਉਹ 420 ਆਇਆ, ਉਹ ਕਿਹਦੇ ਬਰਾਬਰ ਆ k ਟਾਈਮਸ ਔਡ ਸੰਖਿਆਵਾਂ ਦਾ ਜੋੜ 400। ਅਤੇ ਇੱਥੋਂ ਅਸੀਂ k ਦੀ ਵੈਲਿਊ ਫਾਈਂਡ ਕਰਨੀ ਆ, ਉਹ ਕਿਹਦੇ ਬਰਾਬਰ ਆਏਗਾ ਆ 420, ਇਹ 400 ਇੱਧਰ ਆ ਕੇ ਇਹਨੂੰ ਡਿਵਾਈਡ ਕਰੇਗਾ, 0 ਨਾਲ 0 ਕੱਟ, 2 ਦੇ ਪਹਾੜੇ ਨਾਲ 2 ਦੂਣੀ 4 2 ਏਕਮ 2 2 ਦੂਣੀ 4 ਅਤੇ ਨਾਲ 0, ਯਾਨੀ ਕਿ k ਦੀ ਵੈਲਿਊ ਜਿਹੜੀ ਉਹ ਕਿੰਨੀ ਆਈ ਆ 21 ਬਟਾ 20। ਅਤੇ ਚਲੋ ਦੇਖਦੇ ਹਾਂ ਸਾਡਾ ਆਨਸਰ ਜਿਹੜਾ ਵਾ ਕਿਹੜੀ ਆਪਸ਼ਨ ਆ। ਆਹ ਦੇਖੋ ਬੱਚਿਓ, ਜਿਹੜਾ ਆਨਸਰ ਵਾ ਆਪਸ਼ਨ ਨੰਬਰ 4 21 ਬਟਾ 20, ਇਹ ਸਾਡਾ ਚੌਥਾ ਆਨਸਰ ਇਹਦਾ ਹੋਏਗਾ। ਉਸ ਤੋਂ ਬਾਅਦ ਦੇਖਦੇ ਹਾਂ ਕੁਐਸਚਨ ਨੰਬਰ 6, ਕਹਿੰਦੇ ਜੇਕਰ p ਅਤੇ q ਦੋ ਅਭਾਜ ਸੰਖਿਆਵਾਂ ਹਨ ਤਾਂ ਇਹਨਾਂ ਦਾ LCM। ਦੇਖੋ ਬੱਚੋ, ਜਿਹੜੀਆਂ ਅਭਾਜ ਸੰਖਿਆਵਾਂ ਹੁੰਦੀਆਂ ਨੇ ਉਹਨਾਂ ਦਾ ਜਿਹੜਾ ਲਘੁੱਤਮ ਸਮਾਵਰਤਕ ਹੁੰਦਾ ਵਾ ਉਹ ਦੋਨਾਂ ਸੰਖਿਆਵਾਂ ਨੂੰ ਆਪਸ ਵਿੱਚ ਗੁਣਾ ਕਰ ਦਿੰਦੀ ਆ, ਕਿਉਂਕਿ ਉਹ ਕਾਮਨ ਨਹੀਂ ਉਹਨਾਂ ਦੇ ਕੋਈ ਵੀ ਫੈਕਟਰ ਆਉਂਦਾ, ਦੋਨੋਂ ਅਭਾਜ ਨੇ। ਮੈਂ ਐਗਜ਼ਾਮਪਲ ਲੈ ਲੈਣਾ, ਮੰਨ ਲਓ 2 ਅਤੇ 3, ਤੁਸੀਂ ਇਹਨਾਂ ਦਾ LCM ਲਓਗੇ ਤਾਂ 2 ਗੁਣਾ 3 ਕਰ ਦੋਗੇ। ਇਸੇ ਤਰ੍ਹਾਂ ਇੱਥੇ ਕਹਿੰਦੇ p ਅਤੇ q ਦੋ ਸੰਖਿਆਵਾਂ ਨੇ ਅਤੇ ਇਹਨਾਂ ਦੋਨਾਂ ਦੀ ਆਪਸ 'ਚ ਗੁਣਾ ਕਰਾਂਗੇ p ਗੁਣਾ q, ਅਤੇ ਕਿੰਨਾ ਆ ਜਾਏਗਾ p q, ਅਤੇ ਉਹ ਕਿਹੜਾ ਆਨਸਰ ਆਇਆ ਸਾਡਾ ਪਹਿਲੀ ਆਪਸ਼ਨ p q।
ਇਹ 6ਵੇਂ ਕੁਐਸਚਨ ਦਾ ਆਨਸਰ ਸੀਗਾ। ਚਲੋ ਦੇਖਦੇ ਹਾਂ ਕੁਐਸਚਨ ਨੰਬਰ 7। 7ਵਾਂ ਕੁਐਸਚਨ ਕੀ ਹੈ? ਸਭ ਤੋਂ ਛੋਟੀ ਭਾਜ ਸੰਖਿਆ ਅਤੇ ਸਭ ਤੋਂ ਛੋਟੀ ਅਭਾਜ ਸੰਖਿਆ ਦਾ ਮਹੱਤਵ ਸਮਾਵਰਤਕ ਹੋਵੇਗਾ। ਵਾਟ ਇਜ਼ ਦਾ HCF ਆਫ ਸਮੋਲੈਸਟ ਕੰਪੋਜ਼ਿਟ ਨੰਬਰ ਐਂਡ ਦਾ ਸਮੋਲੈਸਟ ਪ੍ਰਾਈਮ ਨੰਬਰ। ਚਲੋ ਮੈਂ ਤੁਹਾਨੂੰ ਲਿਖ ਕੇ ਦੱਸਦਾ ਕਿ ਸਮੋਲੈਸਟ ਕੰਪੋਜ਼ਿਟ ਅਤੇ ਸਮੋਲੈਸਟ ਪ੍ਰਾਈਮ ਨੰਬਰ ਦਾ ਜਿਹੜਾ HCF ਆ ਉਹ ਕਿੰਨਾ ਆਵੇਗਾ। ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਕਿ ਸਭ ਤੋਂ ਛੋਟੀ ਅਭਾਜ ਸੰਖਿਆ ਸਭ ਤੋਂ ਛੋਟੀ ਅਭਾਜ ਸੰਖਿਆ 2 ਪ੍ਰਾਈਮ ਨੰਬਰ। ਉਸ ਤੋਂ ਬਾਅਦ ਲਿਖਾਂਗੇ ਸਭ ਤੋਂ ਛੋਟੀ ਭਾਜ ਸੰਖਿਆ। ਭਾਜ ਸੰਖਿਆ ਸਭ ਤੋਂ ਛੋਟੀ ਜਿਹੜੀ ਬੱਚੇ ਉਹ ਹੁੰਦੀ ਜੇ 4। ਹੁਣ ਇਹਨਾਂ ਦੋਨਾਂ ਦਾ HCF ਕੱਢਣਾ ਵਾ ਅਤੇ HCF ਅਸੀਂ ਭਾਗ ਵਿਧੀ ਨਾਲ ਵੀ ਕੱਢ ਸਕਦੇ ਹਾਂ। 4 ਨੂੰ ਵਿੱਚ ਰੱਖ ਕੇ ਅਤੇ 2 ਨਾਲ ਭਾਗ ਕੀਤਾ ਅਤੇ 2 ਦੂਣੀ 4, ਇਹ ਇੱਥੇ 0 ਆ ਗਿਆ, ਯਾਨੀ ਕਿ ਇਹਦਾ HCF ਕਿੰਨਾ ਆਇਆ 2। HCF ਕਿੰਨਾ ਆਇਆ ਇਹਦਾ HCF ਯਾਨੀ ਕਿ ਮਹੱਤਵ ਸਮਾਵਰਤਕ ਬਰਾਬਰ 2। ਇਹ ਦੇਖਦੇ ਹਾਂ ਅਸੀਂ ਆਪਣੀ ਜਿਹੜੀ ਆ ਵਰਕਬੁੱਕ ਦੇ ਵਿੱਚ ਆਨਸਰ ਇਹਦਾ ਕਿਹੜੀ ਆਪਸ਼ਨ ਆ ਦੇਖੋ ਬੱਚਿਓ, ਆਪਸ਼ਨ ਨੰਬਰ 3। ਆਪਸ਼ਨ ਨੰਬਰ 3 ਇਹਦਾ ਆਨਸਰ ਹੋਏਗਾ। ਅੱਗੇ ਕੁਐਸਚਨ ਦੇਖੋ 8ਵਾਂ ਕੁਐਸਚਨ ਕੀ ਆ? ਜੇਕਰ fx ਅਤੇ gx ਕੋਈ ਦੋ ਬਹੁਪਦ ਹਨ ਅਤੇ gx ਜਿਹੜਾ ਉਹ 0 ਨਹੀਂ ਆ ਤਾਂ ਅਸੀਂ ਬਹੁਪਦ qx ਅਤੇ rx ਇਸ ਤਰ੍ਹਾਂ ਪਤਾ ਕਰ ਸਕਦੇ ਹਾਂ ਕਿ fx ਬਰਾਬਰ ਹੈ gx ਗੁਣਾ qx ਪਲੱਸ rx, ਜਿੱਥੇ rx ਬਰਾਬਰ ਹੈ 0 ਆ। ਅਤੇ ਜਾਂ 8ਵੇਂ ਕੁਐਸਚਨ ਵਿੱਚ ਬੱਚੇ ਦੇਖੋ ਜਿਹੜਾ ਉਹਨਾਂ ਨੇ fx gx ਦਾ ਜਿਹੜਾ ਰਿਲੇਸ਼ਨ ਦੱਸਿਆ ਸੀਗਾ ਉਹ ਇਸ ਤਰ੍ਹਾਂ ਲਿਖਿਆ ਹੋਇਆ ਵਾ, fx ਬਰਾਬਰ ਹੈ gx ਗੁਣਾ qx ਪਲੱਸ rx। ਹੁਣ ਇਹ ਅਸੀਂ ਛੋਟੀਆਂ ਕਲਾਸਾਂ 'ਚ ਪੜ੍ਹਦੇ ਆਏ ਹਾਂ ਕਿ ਜਿਹੜਾ ਭਾਜ ਹੁੰਦਾ ਵਾ ਉਹ ਕਿਹਦੇ ਬਰਾਬਰ ਹੁੰਦਾ? ਭਾਜਕ ਗੁਣਾ ਭਾਗਫਲ ਜਮਾ ਬਾਕੀ। ਹੁਣ ਇੱਥੇ ਵੀ ਇਹੀ ਆ, ਭਾਜ fx ਆ ਭਾਜਕ ਵਾ gx, ਭਾਗਫਲ qx ਅਤੇ ਰਿਮਾਈਂਡਰ ਜਿਹੜਾ ਬਾਕੀ ਆ ਉਹ rx। ਮੈਂ ਇੱਕ ਐਗਜ਼ਾਮਪਲ ਲੈਣਾ, ਮੰਨ ਲਓ ਮੈਂ 5 ਨੂੰ 2 ਨਾਲ ਭਾਗ ਕੀਤਾ, 2 ਦੂਣੀ 4, ਬਾਕੀ ਕਿੰਨਾ ਆ ਗਿਆ 1। ਹੁਣ ਦੇਖੋ ਜਿਹੜਾ ਆ ਭਾਜਕ ਸੀਗਾ ਇਹ ਜਿਹੜਾ ਵਾ ਇਹ ਬਾਕੀ ਨਾਲੋਂ ਵੱਡਾ ਹੋਏਗਾ, ਕਿਉਂਕਿ ਬਾਕੀ ਜਿਹੜਾ ਵਾ ਉਹ ਭਾਜਕ ਤੋਂ ਵੱਡਾ ਨਹੀਂ ਆ ਸਕਦਾ। ਜੇ ਵੱਡਾ ਆਏਗਾ ਤਾਂ ਅਸੀਂ ਫਿਰ ਅੱਗੇ ਡਿਵਾਈਡ ਕਰਦੇ ਹਾਂ। ਜਿਸ ਤਰ੍ਹਾਂ ਮੰਨ ਲਓ ਕਿ 15 ਹੋਵੇ, ਇੱਥੇ ਕਰ ਰਹੇ ਨੇ 151, 2 ਨਾਲ ਭਾਗ ਕੀਤੀ, 2 7 14, 5 ਚੋਂ 4 ਗਏ ਅਤੇ 1 ਅਤੇ ਉੱਪਰੋਂ ਵੀ ਉਤਾਰ ਲਿਆ 1। ਹੁਣ ਆਹ ਦੇਖੋ ਇੱਥੇ ਕੀ ਹੋਇਆ ਕਿ ਭਾਜਕ 2 ਆ ਅਤੇ ਭਾਗਫਲ ਯਾਨੀ ਕਿ ਜਿਹੜਾ ਬਾਕੀ ਆਇਆ ਭਾਗਫਲ 7 ਅਤੇ ਬਾਕੀ 11। rx ਜਿਹੜਾ ਵਾ ਉਹ ਕਿੰਨਾ ਵਾ 11 ਵਾ, ਇਹ ਵੱਡਾ ਵਾ ਜੇ ਵੀ ਇਹਦੇ ਤੋਂ, ਅਤੇ ਇਹਦਾ ਮਤਲਬ ਕਿ ਇਹਨੂੰ ਅਸੀਂ ਹੋਰ ਡਿਵਾਈਡ ਕਰ ਸਕਦੇ ਹਾਂ। ਫਿਰ ਮੈਂ ਕੀ ਕਰਾਂਗਾ 2 5 10, ਫਿਰ 1 ਆ ਗਿਆ। ਹੁਣ ਦੇਖੋ ਹਰ ਵਾਰੀ ਅਸੀਂ ਸਵਾਲ ਕਿੱਥੇ ਖ਼ਤਮ ਕਰਦੇ ਹਾਂ? ਜਿੱਥੇ rx ਜਿਹੜਾ ਵਾ ਉਹ ਕੀ ਹੋਵੇ ਛੋਟਾ ਹੋਵੇ ਕਿਹਦੇ ਤੋਂ? gx ਤੋਂ, ਅਤੇ gx ਕੌਣ ਵਾ ਸਾਡਾ ਭਾਜਕ। ਅਤੇ ਆਹ ਕੰਡੀਸ਼ਨ ਜਿਹੜੀ ਆ ਇਹ ਹੋ ਸਕਦੀ ਹੈ, ਜਾਂ ਸਾਡੇ ਕੋਲ ਬਾਕੀ 0 ਆ ਸਕਦਾ। ਉਹਨਾਂ ਨੇ ਕਿਹਾ ਸੀ ਵੀ ਜੇ 1 0 ਹੋਏਗਾ, ਮੰਨ ਲਓ ਮੈਂ ਇੱਥੇ 151 ਦੀ ਥਾਂ 'ਤੇ 150 ਲੈ ਲੈਣਾ ਅਤੇ ਫਿਰ ਕੀ ਆਇਆ 2 7 14 10 ਅਤੇ 2 5 10। ਹੁਣ ਆਹ ਦੇਖੋ ਬਾਕੀ 0 ਬਚ ਗਿਆ। ਹੁਣ ਜਾਂ ਤਾਂ rx ਰਿਮਾਈਂਡਰ ਜਿਹੜਾ ਵਾ ਉਹ 0 ਹੋਏਗਾ ਅਤੇ ਜਾਂ gx ਤੋਂ ਛੋਟਾ ਹੋਵੇਗਾ। ਅਤੇ ਜਿਹੜਾ ਸਾਡਾ ਸਵਾਲ ਆ ਉਹਦੀ ਦੇਖੋ ਇੱਥੇ ਕੰਡੀਸ਼ਨ ਆਹ ਦੇਖੋ, ਇਹਦੇ 'ਚ ਉਹਨਾਂ ਨੇ ਕਿਹਾ ਕਿ rx ਵੱਡਾ ਹੋਏਗਾ gx ਤੋਂ, rx ਛੋਟਾ ਹੋਏਗਾ gx ਤੋਂ, rx ਛੋਟਾ ਅਤੇ ਬਰਾਬਰ ਹੋਏਗਾ ਕਿ ਜਾਂ rx ਵੱਡਾ ਅਤੇ ਬਰਾਬਰ ਨਹੀਂ ਹੋ ਸਕਦਾ, ਕਿਉਂਕਿ ਜੇ ਬਰਾਬਰ ਹੋਏ ਤਾਂ ਫਿਰ ਡਿਵਾਈਡ ਹੋ ਜਾਣਾ। ਇਹ ਸਿਰਫ ਛੋਟਾ ਹੋਏਗਾ, ਯਾਨੀ ਕਿ ਆਪਸ਼ਨ ਨੰਬਰ 2 ਜਿਹੜਾ ਵਾ ਇਹੀ ਇਹਦਾ ਆਨਸਰ ਜੇ ਕਿ ਜਿਹੜੀ ਡਿਗਰੀ ਆਫ rx ਇਜ਼ ਲੈਸ ਦੈਨ ਡਿਗਰੀ ਆਫ gx, ਅਤੇ ਆਪਸ਼ਨ ਨੰਬਰ 2 ਇਹਦਾ ਆਨਸਰ ਜੇ। ਇਹਦੇ ਉੱਪਰ ਤੁਸੀਂ ਨਿਸ਼ਾਨੀ ਲਗਾ ਲਓ 2 ਨੰਬਰ 'ਤੇ। ਇਹ ਸਾਡਾ 8ਵਾਂ ਕੁਐਸਚਨ ਸੀਗਾ। ਅੱਗੇ ਦੇਖਦੇ ਹਾਂ ਕੁਐਸਚਨ ਨੰਬਰ 9। ਜੇਕਰ a - b
a ਅਤੇ a ਪਲੱਸ b x ਕਿਊਬ ਮਾਈਨਸ 3x ਸਕੁਏਅਰ ਪਲੱਸ x ਪਲੱਸ 1 ਦੀਆਂ ਸਿਫਰਾਂ ਹਨ ਤਾਂ a ਦੀ ਕੀਮਤ ਹੋਵੇਗੀ। ਚਲੋ ਇਹ ਵਾਲਾ ਕੁਐਸਚਨ ਮੈਂ ਤੁਹਾਨੂੰ ਕਰਕੇ ਦਿਖਾਉਣਾ। ਆ ਦੇਖੋ ਬੱਚੋ 9ਵੇਂ ਕੁਐਸਚਨ 'ਚ ਜਿਹੜੀ ਬਹੁਪਦ ਦਿੱਤੀ ਹੋਈ ਆ ਉਹ ਕਿਹੜੀ ਆ x ਕਿਊਬ ਮਾਈਨਸ 3x ਸਕੁਏਅਰ ਪਲੱਸ x ਪਲੱਸ 1। ਹੁਣ ਇਹਦੀਆਂ 3 ਸਿਫਰਾਂ ਉਹਨਾਂ ਦਿੱਤੀਆਂ ਨੇ a ਮਾਈਨਸ b, ਇੱਕ ਦਿੱਤੀ ਆ a ਅਤੇ ਇੱਕ ਕਿਹੜੀ ਦਿੱਤੀ ਆ a ਪਲੱਸ b। ਆਹ 3 ਸਿਫਰਾਂ ਨੇ। ਹੁਣ ਮੰਨ ਲਓ ਕਿ ਸਾਡੇ ਕੋਲ ਇਹੀ ਤਿੰਨੇ ਸਿਫਰਾਂ ਹੋਣ, ਉਹਨਾਂ ਨੂੰ ਅਸੀਂ ਲਿਖ ਦਈਏ ਅਲਫਾ ਬੀਟਾ ਅਤੇ ਤੀਸਰੀ ਜਿਹੜੀ ਆ ਅਤੇ ਗੈਮਾ। ਮੰਨ ਲਓ ਆਹ 3 ਸਿਫਰਾਂ ਨੇ। ਜਿਸ ਤਰ੍ਹਾਂ ਅਸੀਂ ਦੋ ਘਾਤੀ ਸਮੀਕਰਨ 'ਚ ਅਲਫਾ ਅਤੇ ਬੀਟਾ 2 ਸਿਫਰਾਂ ਲੈਂਦੇ ਹਾਂ ਅਤੇ ਉਹਨਾਂ ਦੀ ਵੈਲਿਊ ਆ ਦਿੱਤੀ ਹੋਈ ਆ ਅਤੇ ਇਹ 'ਚ 3 ਸਿਫਰਾਂ ਕਿਉਂਕਿ 3 ਘਾਤੀ ਆ ਅਤੇ ਇਹਦੀਆਂ 3 ਸਿਫਰਾਂ ਹੋਣਗੀਆਂ। ਹੁਣ ਇਹਨਾਂ ਦੇ ਜਿਹੜੇ ਫਾਰਮੂਲੇ ਨੇ ਉਹ ਕੀ ਆ, ਦੇਖੋ ਜਿਹੜੀਆਂ ਸਿਫਰਾਂ ਦਾ ਜੋੜ ਵਾ ਅਲਫਾ ਪਲੱਸ ਬੀਟਾ ਪਲੱਸ ਗੈਮਾ, ਇਹ ਕਿਹਦੇ ਬਰਾਬਰ ਆ ਮਾਈਨਸ b ਬਟਾ a ਦੇ। ਇੱਕ ਇਹਦਾ ਫਾਰਮੂਲਾ ਜੇ ਕਿ ਸਿਫਰਾਂ ਦੇ ਗੁਣਨਫਲਾਂ ਦਾ ਜੋੜ, ਉਹ ਕੀ ਆ ਅਲਫਾ ਬੀਟਾ ਪਲੱਸ ਬੀਟਾ ਗੈਮਾ ਪਲੱਸ ਗੈਮਾ ਅਤੇ ਅਲਫਾ। ਇਹ ਸਿਫਰਾਂ ਦਾ ਗੁਣਨਫਲਾਂ ਦਾ ਜੋੜ, ਇਹਦਾ ਫਾਰਮੂਲਾ ਹੈਗਾ ਜੇ c ਬਟਾ a। ਇੱਕ ਫਾਰਮੂਲਾ ਸਿਫਰਾਂ ਦਾ ਜਿਹੜਾ ਵਾ ਗੁਣਨਫਲ ਦਾ, ਉਹ ਕੀ ਆ ਅਲਫਾ ਇੰਟੂ ਬੀਟਾ ਇੰਟੂ ਗੈਮਾ, ਯਾਨੀ ਕਿ ਤਿੰਨਾਂ ਦੀ ਆਪਸ 'ਚ ਗੁਣਾ ਕਰਾਂਗੇ ਅਤੇ ਉਹਦਾ ਫਾਰਮੂਲਾ ਕੀ ਬਣਦਾ ਜੇ ਸਾਡੇ ਕੋਲ, ਉਹ ਹੈਗਾ ਮਾਈਨਸ d ਬਟਾ a। ਆ ਇੱਥੇ ਧਿਆਨ ਰੱਖਿਓ, ਇੱਕ ਤਾਂ ਪਹਿਲਾਂ ਜਿਹੜਾ ਜੋੜ ਵਾ ਉਹਦੇ 'ਚ ਮਾਈਨਸ ਆ ਰਹੀ ਜੇ, ਜਿਹੜਾ ਗੁਣਨਫਲਾਂ ਦਾ ਜੋੜ ਵਾ ਉਹ c ਬਟਾ a ਜੇ, ਅਤੇ ਜਿਹੜਾ ਇਕੱਲਾ ਗੁਣਨਫਲ ਵਾ ਉਹ d ਬਟਾ a ਦੇ ਨਾਲ ਮਾਈਨਸ ਲੱਗੀ ਹੋਈ ਆ, ਮਾਈਨਸ d ਬਟਾ a। ਹੁਣ ਜਿਹੜਾ ਸਾਨੂੰ ਕੁਐਸਚਨ ਪੁੱਛਿਆ ਉਹਦੇ 'ਚ ਪੁੱਛਿਆ ਕਿ a ਦੀ ਵੈਲਿਊ ਕੀ ਹੋਵੇਗੀ। ਹੁਣ ਦੇਖੋ ਬੱਚੋ, ਜੇ ਤਾਂ ਮੈਂ ਆਹ ਫਾਰਮੂਲਾ ਲਾਵਾਂ ਅਤੇ ਆਪਸ 'ਚ ਜਦੋਂ ਗੁਣਾ ਹੋ ਜਾਣੀ ਆ a ਉਹਦੀ ਪਾਵਰ ਬਣ ਜਾਣੀ ਆ, ਸਾਨੂੰ ਇਹਦੀ ਲੋੜ ਨਹੀਂ ਗੀ। ਇਹਦੇ 'ਚ ਵੀ ਜੇ ਮੈਂ ਪਹਿਲੇ ਦੋਵਾਂ ਦੀ ਗੁਣਾ ਕਰਾਂ ਅਗਲੇ ਦੋਵਾਂ ਦੀ ਗੁਣਾ ਕਰਾਂ ਅਤੇ ਪਾਵਰ 2 ਹੋ ਜਾਣੀ ਆ, ਸਾਨੂੰ ਇਹਦੀ ਵੀ ਲੋੜ ਨਹੀਂ ਆ। ਅਸੀਂ ਸਿਰਫ ਪਹਿਲਾ ਫਾਰਮੂਲਾ ਲਗਾ ਕੇ ਸਿਫਰਾਂ ਦਾ ਜੋੜਫਲ ਵਾਲਾ ਲਗਾ ਕੇ ਅਸੀਂ a ਦੀ ਵੈਲਿਊ ਫਾਈਂਡ ਕਰ ਲਾਂਗੇ। ਹੁਣ ਆਹ ਦੇਖੋ ਸਿਫਰਾਂ ਦਾ ਜੋੜਫਲ ਕਿਹਦੇ ਬਰਾਬਰ ਮਾਈਨਸ b ਬਟਾ a। ਹੁਣ ਜਿਹੜੀ ਸਾਡੀ ਸਮੀਕਰਨ ਵਾ, ਆਹ ਦੇਖੋ ਜਿਹੜੀ ਉੱਪਰ ਸਾਨੂੰ ਬਹੁਪਦ ਜਿਹੜੀ ਦਿੱਤੀ ਹੋਈ ਆ, ਬਹੁਪਦ ਵਿੱਚ a ਦੀ ਵੈਲਿਊ ਕਿੰਨੀ ਆ, ਇਹਨੂੰ ਕੰਪੇਅਰ ਕਰਦੇ ਹਾਂ। ਦੇਖੋ ਸਾਡੇ ਕੋਲ ਜਿਹੜੀ ਸਟੈਂਡਰਡ ਫਾਰਮ ਹੁੰਦੀ ਆ ਉਹ ਬਹੁਪਦ ਦੀ ਆ ਵਾ ax ਸਕੁਏਅਰ ax ਕਿਊਬ ਪਲੱਸ bx ਸਕੁਏਅਰ ਪਲੱਸ c ਪਲੱਸ d। ਇੱਥੋਂ ਕੰਪੇਅਰ ਕੀਤਾ a ਦੀ ਵੈਲਿਊ 1 ਆ ਗਈ, ਆ ਦੇਖੋ ਕਿਉਂਕਿ ਇਹਦਾ ਕੋਫੀਸ਼ੀਐਂਟ 1, b ਦੀ ਵੈਲਿਊ ਮਾਈਨਸ 3, c ਦੀ ਵੈਲਿਊ 1 ਕਿਉਂਕਿ x ਦਾ ਕੋਫੀਸ਼ੀਐਂਟ 1 ਆ, ਅਤੇ d ਕਿੰਨਾ ਆ ਗਿਆ 1। ਹੁਣ ਅਸੀਂ ਸਿਫਰਾਂ ਦਾ ਜੋੜ ਕੱਢਾਂਗੇ। ਸਿਫਰ ਸਾਨੂੰ ਦਿੱਤੇ ਸੀ a ਮਾਈਨਸ b ਪਲੱਸ a ਅਤੇ ਪਲੱਸ a ਪਲੱਸ b। ਇਹ ਕਿਹਦੇ ਬਰਾਬਰ ਆ ਮਾਈਨਸ b ਬਟਾ a ਦੇ। ਹੁਣ ਇਹਦੇ 'ਚ ਵੈਲਿਊ ਪੁੱਟ ਕਰ ਦਾਂਗੇ। ਆ ਦੇਖੋ ਮਾਈਨਸ b ਅਤੇ ਪਲੱਸ b ਕੈਂਸਲ ਹੋ ਗਏ, a ਕਿੰਨੀ ਵਾਰੀ ਆਇਆ 3 ਵਾਰੀ, a ਪਲੱਸ a 3a ਮਾਈਨਸ b ਦੀ ਵੈਲਿਊ ਕਿੰਨੀ ਆ ਮਾਈਨਸ 3 ਅਤੇ ਥੱਲੇ a ਦੀ ਵੈਲਿਊ ਆ ਜਾਣੀ ਆ 1। ਹੁਣ ਸਾਡੇ ਕੋਲ 3a ਕਿਹਦੇ ਬਰਾਬਰ ਆ ਗਿਆ 3a ਬਰਾਬਰ 3, a ਬਰਾਬਰ 3 ਬਟਾ 3। ਆਹ 3 ਇੱਧਰ ਜਾ ਕੇ ਡਿਵਾਈਡ ਕਰੇਗਾ, 3 ਏਕਮ 3 ਅਤੇ a ਕਿਹਦੇ ਬਰਾਬਰ ਆ ਗਿਆ a ਬਰਾਬਰ 1। ਹੁਣ ਦੇਖਦੇ ਹਾਂ ਸਾਡੇ ਕੋਲ ਜਿਹੜੀ ਬੁਕਲੇਟ ਦੇ ਵਿੱਚ 9ਵੇਂ ਕੁਐਸਚਨ ਦਾ ਆਨਸਰ ਜਿਹੜਾ ਵਾ ਉਹ ਕਿੱਥੇ ਆ ਰਿਹਾ। ਇੱਕ ਆਹ ਦੇਖੋ ਦੂਸਰੀ ਆਪਸ਼ਨ, ਤੁਸੀਂ ਇਹਦੇ ਉੱਪਰ ਟਿਕ ਲਗਾ ਲੈਣੀ ਆ ਆਪਸ਼ਨ ਨੰਬਰ 2 'ਤੇ। ਆਹ ਦੇਖੋ ਇਹ ਸਾਡੇ ਕੋਲ ਆਨਸਰ ਆ ਗਿਆ 9ਵੇਂ ਕੁਐਸਚਨ ਦਾ। ਅੱਗੇ ਦੇਖੋ 10ਵਾਂ ਕੁਐਸਚਨ ਕੀ ਆ, ਜੇਕਰ ਇੱਕ ਰੇਖੀ ਸਮੀਕਰਨ ਦਾ ਜੋੜਾ ਸੰਗਤ ਹੋਵੇ ਤਾਂ ਉਸ ਦੇ ਦੁਆਰਾ ਬਣਿਆ ਆਲੇਖ ਹਮੇਸ਼ਾ ਕੀ ਹੋਵੇਗਾ। ਦੇਖੋ ਬੱਚਿਓ, ਜਦੋਂ ਵੀ ਰੇਖੀ ਸਮੀਕਰਨ ਦਾ ਜੋੜਾ ਸੰਗਤ ਹੁੰਦਾ ਵਾ, ਅਤੇ ਸੰਗਤ ਜੋੜਾ ਮਤਲਬ ਤੁਸੀਂ ਦੇਖੋ ਵੀ ਉਹ ਆਪਸ 'ਚ ਮਿਲਣਗੇ ਹੀ ਮਿਲਣਗੇ। ਸੰਗਤ ਸ਼ਬਦ ਤੋਂ ਯਾਦ ਰੱਖਿਓ, ਜਿਸ ਤਰ੍ਹਾਂ ਆਮ ਤੌਰ 'ਤੇ ਧਾਰਮਿਕ ਸਥਾਨਾਂ 'ਤੇ ਸੰਗਤ ਨੂੰ ਤੁਸੀਂ ਮਿਲਦੇ ਹੋ, ਸੰਗਤ ਦੇ ਦਰਸ਼ਨ ਕਰਦੇ ਹੋ, ਉਹ ਆਪਸ 'ਚ ਮਿਲਦੇ ਵੀ ਨੇ ਅਤੇ ਇਕੱਠੇ ਵੀ ਰਹਿੰਦੇ ਨੇ, ਇੱਕ ਪੰਗਤ 'ਚ ਵੀ ਬਹਿ ਜਾਂਦੇ ਨੇ ਅਤੇ ਆਪਸ ਵਿੱਚ ਮਿਲਦੇ ਵੀ ਨੇ। ਜਿਹੜੇ ਤੁਹਾਡੇ ਕੋਈ ਜਾਣਕਾਰ ਹੋਣਗੇ, ਮੈਂ ਸਿਰਫ ਇੱਕ ਐਗਜ਼ਾਮਪਲ ਲੈ ਰਿਹਾ ਤੁਹਾਨੂੰ ਸੰਗਤ ਤੋਂ ਸਮਝਾਉਣ ਵਾਸਤੇ ਕਿ ਤੁਹਾਨੂੰ ਗਲਤੀ ਨਹੀਂ ਲੱਗੇਗੀ। ਉਹ ਹਮੇਸ਼ਾ ਆਪਸ ਵਿੱਚ ਮਿਲਣਗੇ, ਯਾਨੀ ਕਿ ਕਿਸੇ ਨਾ ਕਿਸੇ ਬਿੰਦੂ 'ਤੇ ਕੱਟਣਗੇ। ਜਿਹੜੇ ਸੰਗਤ ਨੇ, ਜਦੋਂ ਉਹਦਾ ਗ੍ਰਾਫ ਬਣੇਗਾ, ਮੈਂ ਤੁਹਾਨੂੰ ਇਸ ਸਾਈਡ 'ਤੇ ਬਣਾ ਕੇ ਦੱਸ ਦਿੰਦਾ
ਕਿ ਜਾਂ ਤਾਂ ਉਹ ਆਪਸ ਵਿੱਚ ਕਿਤੇ ਨਾ ਕਿਤੇ ਜਾ ਕੇ ਕੱਟਣਗੇ ਇਸ ਤਰ੍ਹਾਂ ਕਰਕੇ ਇੱਕ ਬਿੰਦੂ 'ਤੇ, ਅਤੇ ਜਾਂ ਫਿਰ ਉਹ ਜਦੋਂ ਇੱਕੋ ਪੰਗੇ 'ਚ ਬਹਿਣਗੇ ਤਾਂ ਦੋਨੋਂ ਹੀ ਇਕੱਠੇ ਹੀ ਇਸ ਤਰ੍ਹਾਂ ਇੱਕੋ ਲਾਈਨ ਦੇ ਉੱਪਰੋਂ ਲੰਘਣਗੇ। ਯਾਨੀ ਕਿ ਇਹ ਜਾਂ ਤਾਂ ਕਾਟਵੇਂ ਹੋਣਗੇ ਅਤੇ ਜਾਂ ਕੀ ਹੋਣਗੇ, ਸੰਪਾਤੀ। ਇਹ ਇਹਨਾਂ ਦਾ ਆਨਸਰ ਜੇ ਆਪਸ਼ਨ ਨੰਬਰ 4। ਅਤੇ ਜੇ ਅਸੰਗਤ ਹੋਵੇ ਜੋੜਾ, ਅਸੰਗਤ ਯਾਨੀ ਕਿ ਨਹੀਂ ਮਿਲਦਾ ਕਿਸੇ ਨੂੰ, ਅਤੇ ਉਹ ਹਮੇਸ਼ਾ ਸਮਾਂਤਰ ਹੁੰਦਾ ਜੇ। ਇਹ ਯਾਦ ਰੱਖਿਓ, ਉਹ ਕਦੀ ਵੀ ਨਹੀਂ ਮਿਲਣਾ ਅਤੇ ਉਹਨਾਂ ਦੋਨਾਂ ਦੇ ਵੱਖਰੀ ਵੱਖਰੀ ਲਾਈਨ ਬਣਨੀ ਆ। ਇਹ ਚੀਜ਼, ਇਸ ਗੱਲ ਨੂੰ ਯਾਦ ਰੱਖਿਓ। ਇਹ ਸੀਗਾ ਕੁਐਸਚਨ ਨੰਬਰ 10। ਇਹਦਾ ਆਨਸਰ ਆਪਸ਼ਨ 4 ਕਾਟਵੀਂ, ਕਾਟਵੀਆਂ ਜਾਂ ਸੰਪਾਤੀ, ਇੰਟਰਸੈਕਟਿੰਗ ਔਰ ਕੋਇਨਸੀਡੈਂਟ। ਅੱਗੇ ਆ ਗਿਆ ਕੁਐਸਚਨ ਨੰਬਰ 11। ਸਮੀਕਰਨਾਂ ਦਿੱਤੀਆਂ ਨੇ 2। ਕਹਿੰਦੇ ਇਹਨਾਂ ਦੁਆਰਾ ਬਣੇ ਆਲੇਖ ਵਿੱਚ ਰੇਖਾਵਾਂ ਹੋਣਗੀਆਂ। ਦ ਲਾਈਨਸ ਔਨ ਦਾ ਗ੍ਰਾਫ ਆਫ ਦਾ ਇਕੁਏਸ਼ਨਸ ਦਿਸ ਐਂਡ ਦਿਸ ਆਰ। ਕਿਸ ਤਰ੍ਹਾਂ ਦੀਆਂ ਲਾਈਨਾਂ ਹੋਣਗੀਆਂ, ਇਹਨੂੰ ਅਸੀਂ ਸੋਲਵ ਕਰਕੇ ਤੇ ਫਿਰ ਦੇਖਦੇ ਹਾਂ। ਆਹ ਦੇਖੋ ਬੱਚੋ, 2 ਸਮੀਕਰਨਾਂ ਦਿੱਤੀਆਂ ਨੇ। ਅਸੀਂ ਇਹਨਾਂ ਨੂੰ ਕੰਪੇਅਰ ਕਰਾਂਗੇ। a1x ਪਲੱਸ b1y ਪਲੱਸ c1 ਇਜ਼ ਇਕੁਅਲ ਟੂ 0। ਇੱਧਰ a2x ਯਾਨੀ ਕਿ ਦੂਸਰੀ ਸਮੀਕਰਨ ਹੈ, ਇਸ ਕਰਕੇ ਅਸੀਂ ਇਹਦੇ ਨਾਲ 2 ਪਾ ਲਿਆ। b2y ਪਲੱਸ c2 ਬਰਾਬਰ 0। ਹੁਣ ਆਹ ਦੇਖੋ, a1 ਦੀ ਵੈਲਿਊ ਇੱਥੋਂ ਕਿੰਨੀ ਆ ਗਈ, 6। b1 ਦੀ ਵੈਲਿਊ ਕਿੰਨੀ ਆ ਗਈ, -2। ਅਤੇ c1 ਦੀ ਕਿੰਨੀ ਆ ਗਈ, 9। ਇੱਧਰੋਂ a2 ਦੀ ਵੈਲਿਊ 3, b2 ਦੀ ਇੱਥੇ -1, c2 ਦੀ ਵੈਲਿਊ ਕਿੰਨੀ ਆ ਗਈ, 12। ਹੁਣ ਅਸੀਂ ਇਹਨਾਂ ਦੀ ਕੰਪੇਅਰ ਕਰਾਂਗੇ। a1 ਓਵਰ a2 6 ਬਟਾ a2 ਦੀ ਵੈਲਿਊ ਕਿੰਨੀ, 3। ਇਹ ਕਟਿੰਗ ਹੋ ਗਈ, 3 ਦੂਣੀ 6, ਕਿੰਨਾ ਆ ਗਿਆ, 2। ਹੁਣ ਇਸੇ ਤਰ੍ਹਾਂ ਅਸੀਂ b1 ਓਵਰ b2 ਫਾਈਂਡ ਕਰਾਂਗੇ। b1 ਹੈਗਾ ਵਾ -2 ਅਤੇ b2 ਕਿੰਨਾ, -1। ਮਾਈਨਸ ਨਾਲ ਮਾਈਨਸ ਕੱਟ, 2/1, ਇਹ ਵੀ 2 ਆ ਗਿਆ, ਯਾਨੀ ਕਿ ਦੋਨੋਂ ਬਰਾਬਰ ਆ ਗਏ। ਅਤੇ ਤੀਸਰਾ ਜਿਹੜਾ ਵਾ ਉਹ ਵੀ ਅਸੀਂ ਚੈੱਕ ਕਰਾਂਗੇ ਫਿਰ, ਅਤੇ ਉਹਦੇ 'ਚ c1 ਦੀ ਵੈਲਿਊ ਹੈਗੀ 9, ਇਹਦੀ ਹੈਗੀ 12। 3 ਤੀਏ 9, 3 ਚੌਕੇ 12, ਇਹ ਕਿੰਨਾ ਆਇਆ, 3/4। ਯਾਨੀ ਕਿ ਪਹਿਲੀਆਂ 2 ਵੈਲਿਊ ਬਰਾਬਰ ਨੇ, ਤੀਸਰੀ ਬਰਾਬਰ ਨਹੀਂ ਆਈ। ਅਤੇ ਸਾਡੇ ਕੋਲ ਕੰਡੀਸ਼ਨ ਕੀ ਬਣ ਗਈ, a1 ਓਵਰ a2 ਇਜ਼ ਇਕੁਅਲ ਟੂ b1 ਓਵਰ b2 ਨਾਟ ਇਕੁਅਲ ਟੂ c1 ਓਵਰ c2। ਸਾਡੇ ਕੋਲ ਆਹ ਵਾਲੀ ਕੰਡੀਸ਼ਨ ਬਣ ਗਈ ਆ ਕਿ ਆਹ ਬਰਾਬਰ ਨੇ 2 ਪਹਿਲੇ, ਅਤੇ ਤੀਸਰਾ ਜਿਹੜਾ ਵਾ ਉਹ ਬਰਾਬਰ ਨਹੀਂ ਹੈਗਾ। ਹੁਣ ਇਸ ਕੰਡੀਸ਼ਨ ਦੇ ਵਿੱਚ ਜਦੋਂ ਆਹ ਕੰਡੀਸ਼ਨ ਆਉਂਦੀ ਆ, ਅਤੇ ਉਦੋਂ ਜਿਹੜੀਆਂ ਲਾਈਨਸ ਨੇ ਜਿਹੜੀਆਂ ਬਣਦੀਆਂ ਨੇ, ਉਹ ਕਿਹੜੀਆਂ ਬਣਦੀਆਂ ਨੇ, ਸਮਾਂਤਰ। ਸਮਾਂਤਰ ਯਾਨੀ ਕਿ ਪੈਰਲਲ। ਹੁਣ ਦੇਖਦੇ ਹਾਂ ਸਾਡੀ ਬੁੱਕਲੈਟ ਦੇ ਵਿੱਚ 10ਵੇਂ ਕੁਐਸਚਨ ਦਾ ਜਿਹੜਾ ਆਨਸਰ ਆ ਉਹ ਕਿੱਥੇ ਦਿੱਤਾ ਹੋਇਆ ਵਾ। ਦੇਖੋ 11ਵਾਂ ਕੁਐਸਚਨ, 11ਵੇਂ ਕੁਐਸਚਨ ਦਾ ਆਨਸਰ ਆ ਦੇਖੋ, ਹਮੇਸ਼ਾ ਸੰਪਾਤੀ ਕਿ ਸਮਾਂਤਰ। ਆ ਦੇਖੋ ਸਮਾਂਤਰ। ਇਹ ਆਪਸ਼ਨ ਨੰਬਰ 2 ਜਿਹੜਾ ਵਾ ਇਹਦਾ ਆਨਸਰ ਹੋਏਗਾ ਸਮਾਂਤਰ ਯਾਨੀ ਕਿ ਪੈਰਲਲ। ਚਲੋ ਦੇਖਦੇ ਹਾਂ ਅੱਗੇ ਕੁਐਸਚਨ ਨੰਬਰ 12। ਕਹਿੰਦੇ ਬਿੰਦੂ -3, 4 ਦੀ ਮੂਲ ਬਿੰਦੂ ਤੋਂ ਦੂਰੀ ਪਤਾ ਕਰੋ। ਮੂਲ ਬਿੰਦੂ 0, 0 ਅਤੇ ਉਹਦੇ ਤੋਂ ਅਸੀਂ ਇਹਦਾ ਡਿਸਟੈਂਸ ਫਾਈਂਡ ਕਰਨਾ, ਅਤੇ ਡਿਸਟੈਂਸ ਫਾਰਮੂਲਾ ਲਗਾ ਕੇ ਅਸੀਂ ਇਹਨੂੰ ਸੋਲਵ ਕਰਾਂਗੇ। ਚਲੋ ਦੇਖਦੇ ਹਾਂ ਇਹਦਾ ਸੋਲੂਸ਼ਨ। 12ਵੇਂ ਕੁਐਸਚਨ ਜਿਹੜਾ ਸਾਨੂੰ ਪਹਿਲਾ ਪੁਆਇੰਟ ਦਿੱਤਾ, ਅਸੀਂ ਉਹਨੂੰ A ਮੰਨ ਲੈਂਦੇ ਹਾਂ। ਉਹ ਪੁਆਇੰਟ ਹੈਗਾ -3 ਅਤੇ 4। ਹੁਣ ਦੂਸਰਾ ਬਿੰਦੂ ਜਿਹੜਾ ਵਾ ਮੂਲ ਬਿੰਦੂ ਦਿੱਤਾ, ਵੀ ਮੂਲ ਬਿੰਦੂ ਤੋਂ ਦੂਰੀ ਕੱਢੋ, ਅਤੇ ਮੂਲ ਬਿੰਦੂ ਦੇ ਜਿਹੜੇ ਨਿਰਦੇਸ਼ਾਂਕ ਹੁੰਦੇ ਨੇ ਉਹ ਕਿਹੜੇ ਹੁੰਦੇ ਨੇ, 0, 0। ਹੁਣ ਇਹਦੇ ਤੋਂ ਅਸੀਂ ਇਹਨਾਂ ਦੀ ਦੂਰੀ ਫਾਈਂਡ ਕਰਨੀ ਆ। ਜਿਹੜਾ ਦੂਰੀ ਸੂਤਰ ਹੁੰਦਾ ਵਾ, ਜਿਹੜੇ 2 ਬਿੰਦੂ ਦਿੱਤੇ ਆ ਉਹਨਾਂ ਦੇ ਵਰਗਮੂਲ ਦੇ ਵਿੱਚ ਕਿਸ ਤਰ੍ਹਾਂ ਲਿਖਦੇ ਹਾਂ ਅਸੀਂ, x2 ਮਾਈਨਸ x1 ਦਾ ਸਕੇਅਰ ਪਲੱਸ y2 ਮਾਈਨਸ y1 ਦਾ ਸਕੇਅਰ। ਇਹ ਫਾਰਮੂਲਾ ਵਾ। ਹੁਣ ਦੇਖੋ ਆਹ ਸਾਡੇ ਕੋਲ ਮੂਲ ਬਿੰਦੂ ਜਿਹੜੇ ਨਿਰਦੇਸ਼ਾਂਕ ਨੇ, ਅਸੀਂ ਉਹਨਾਂ ਦੇ ਮੂਲ ਬਿੰਦੂ ਦੇ ਵੀ ਨੰਬਰ ਲਗਾਤੇ, ਅਤੇ ਦੂਸਰਾ ਜਿਹੜਾ ਪੁਆਇੰਟ ਦਿੱਤਾ ਸੀ ਉਹਦੇ ਵੀ। ਹੁਣ ਇੱਕ x1 y1 ਅਤੇ ਇੱਕ x2 y2, ਇਹਦੇ 'ਚ ਵੈਲਿਊ ਪੁੱਟ ਕਰ ਦਾਂਗੇ ਅਸੀਂ। ਹੁਣ ਦੇਖੋ ਜਿਹੜਾ x2 ਆ ਉਹ ਹੈਗਾ 0, ਅਤੇ x1 ਹੈਗਾ -3, ਅਤੇ ਮਾਈਨਸ ਅਤੇ ਮਾਈਨਸ ਆ ਪਲੱਸ ਹੋ ਜਾਏਗਾ, +3 ਦਾ ਸਕੇਅਰ। ਦੂਜੇ ਪਾਸੇ y2 0, 0 - 4 ਅਤੇ ਇਹਦਾ ਸਕੇਅਰ। ਹੁਣ ਜਦੋਂ ਇਹਨਾਂ ਦੇ ਸਕੇਅਰ ਕਰਾਂਗੇ, 3 ਜਮਾ 0, 3 ਦਾ ਸਕੇਅਰ 9, ਅਤੇ -4 ਦਾ ਸਕੇਅਰ ਜਿਹੜਾ ਵਾ ਉਹ ਪਲੱਸ 'ਚ ਹੋ ਜਾਣਾ 16। ਇਹ ਕਿੰਨਾ ਆਇਆ, ਵਰਗਮੂਲ 25, ਅਤੇ 25 ਦਾ ਵਰਗਮੂਲ ਕਿੰਨਾ, 5। ਅਤੇ ਜਿਹੜੀ ਦੂਰੀ ਆਈ ਉਹ ਕਿੰਨੀ ਆਈ ਸਾਡੇ ਕੋਲ, 5। ਜਿਹੜੀਆਂ ਵੀ ਇਕਾਈਆਂ ਦਿੱਤੀਆਂ ਹੋਣਗੀਆਂ ਉਹਦੇ ਹਿਸਾਬ ਨਾਲ ਆ ਦੇਖੋ
ਆ ਦੇਖੋ ਇੱਥੇ ਸਿਰਫ 5 ਆਨਸਰ ਦਿੱਤਾ ਵਾ, ਇਹਦੇ ਨਾਲ ਕੋਈ ਇਕਾਈ ਨਹੀਂ ਲਿਖੀ ਹੋਈ। ਦ ਡਿਸਟੈਂਸ ਆਫ ਪੁਆਇੰਟ -3,4 ਫਰੋਮ ਓਰੀਜਨ ਇਜ਼ 5। ਇਹ ਸਾਡੀ ਦੂਸਰੀ ਆਪਸ਼ਨ ਜਿਹੜਾ ਇਹਦਾ ਆਨਸਰ ਜੇ 5। ਚਲੋ ਅੱਗੇ ਕੁਐਸਚਨ ਨੰਬਰ 13 ਦੇਖੋ ਕੀ ਆ। ਕਹਿੰਦੇ ਜੇ ਬਿੰਦੂ -2,3 ਦੇ ਨਿਰਦੇਸ਼ਾਂਕ ਆਪਸ ਵਿੱਚ ਬਦਲ ਦਿੱਤੇ ਜਾਣ ਤਾਂ ਨਵਾਂ ਬਿੰਦੂ ਕਿਸ ਚੌਥਾਈ ਵਿੱਚ ਆਵੇਗਾ। ਕੁਆਡਰੈਂਟਸ ਚੌਥਾਈ ਤੁਹਾਨੂੰ ਪਤਾ ਹੀ ਹੈ ਜਿਹੜਾ ਗ੍ਰਾਫ ਤੇ ਬਣਦਾ, ਐਕਸ ਐਕਸਿਸ ਤੇ ਵਾਈ ਐਕਸਿਸ। ਮੈਂ ਤੁਹਾਨੂੰ ਕਾਪੀ ਤੇ ਬਣਾ ਕੇ ਡਾਇਗਰਾਮ ਤੇ ਫਿਰ ਦੱਸਦਾ ਵਾਂ। ਆ ਦੇਖੋ ਬੱਚਿਓ, ਮੈਂ ਇੱਥੇ ਦੋਨੋਂ ਐਕਸਿਸ ਬਣਾ ਲਏ। ਇਹਨੂੰ ਅਸੀਂ ਬੋਲਦੇ ਹਾਂ ਐਕਸ ਐਕਸਿਸ, ਯਾਨੀ ਕਿ ਐਕਸ ਧੁਰਾ, ਤੇ ਆਹ ਹੁੰਦੇ ਆ ਵਾਈ ਐਕਸਿਸ। ਹੁਣ ਆ ਦੇਖੋ ਇਹਦੇ ਉੱਪਰ ਜਿਹੜੇ ਸੀਗੇ ਇਹਨਾਂ ਦੇ ਬਿੰਦੂ ਮੈਂ ਲਗਾ ਲਏ ਆ, 1 2 3 ਤੱਕ, ਤੁਸੀਂ ਜਿੱਥੋਂ ਤੱਕ ਮਰਜ਼ੀ ਗਿਣਤੀ ਲਿਖ ਸਕਦੇ ਹੋ। ਇਹਦੇ 4 ਕੁਆਡਰੈਂਟਸ ਯਾਨੀ ਚੌਥਾਈਆਂ, ਪਹਿਲੀ ਚੌਥਾਈ, ਆਹ ਦੂਸਰੀ ਚੌਥਾਈ, ਇੱਥੇ ਤੀਸਰੀ ਤੇ ਇੱਥੇ ਚੌਥੀ, ਇਹ ਚਾਰੇ ਕੁਆਡਰੈਂਟ ਬਣਾ ਲਏ। ਹੁਣ ਕਹਿੰਦੇ ਵੀ ਆਹ ਜਿਹੜੇ ਨਿਰਦੇਸ਼ਾਂਕ ਸਾਨੂੰ ਦਿੱਤਾ ਵਾ -2 ਤੇ 3, ਕਹਿੰਦੇ ਜੇਕਰ ਅਸੀਂ ਇਹਨਾਂ ਨੂੰ ਆਪਸ ਵਿੱਚ ਬਦਲ ਦਈਏ, ਯਾਨੀ ਕਿ ਜਿੱਥੇ -2 ਵਾ ਉੱਥੇ 3 ਕਰ ਦਈਏ ਤੇ 3 ਦੀ ਜਗ੍ਹਾ ਤੇ -2 ਲਿਖ ਦਈਏ, ਤੇ ਕਹਿੰਦੇ ਕਿ ਇਹ ਕਿਹੜੇ ਚੌਥਾਈ 'ਚ ਆਉਣਗੇ, ਕਿਹੜੇ ਕੁਆਡਰੈਂਟ 'ਚ ਆਉਣਗੇ। ਆਹ ਵਾਲਾ ਬਿੰਦੂ 3 -2। ਹੁਣ ਦੇਖੋ ਆ ਸਾਨੂੰ ਪਤਾ ਨਿਰਦੇਸ਼ਾਂਕ ਪਹਿਲਾ ਐਕਸ ਦਾ ਤੇ ਦੂਸਰਾ ਕਿਹਦਾ ਹੁੰਦਾ, ਵਾਈ ਦਾ। ਹੁਣ ਐਕਸ ਦੀ ਵੈਲਿਊ 3 ਵਾ, ਉਹ ਕਿੱਥੇ ਆ ਗਈ, ਇਸ ਜਗ੍ਹਾ ਤੇ। ਵਾਈ ਦੀ ਵੈਲਿਊ -2, ਹੁਣ ਵਾਈ ਜਿਹੜਾ ਨੈਗੇਟਿਵ ਆ ਇੱਧਰ ਵਾ, ਆਹ -2, ਇਹ ਆਪਸ ਵਿੱਚ ਕਿੱਥੇ ਮਿਲਣਗੇ, ਆਹ ਬਿੰਦੂ ਤੇ। ਇਹ ਬਿੰਦੂ ਬਣ ਗਿਆ 3 ਤੇ -2, ਤੇ ਇਹ ਕਿਹੜੀ ਚੌਥਾਈ ਆ, 4th ਕੁਆਡਰੈਂਟ। ਆ ਦੇਖੋ ਇਹ ਚੌਥੀ ਚੌਥਾਈ ਵਿੱਚ ਆਏਗਾ, 4th ਕੁਆਡਰੈਂਟ ਦੇ ਵਿੱਚ। ਤੇ ਇੱਥੇ ਦੇਖਦੇ ਹਾਂ ਅਸੀਂ, ਆਹ ਦੇਖੋ ਚੌਥੀ ਚੌਥਾਈ ਜਿਹੜੀ ਆ 4th ਲਿਖਿਆ, 4th ਕੁਆਡਰੈਂਟ ਵਿੱਚ। 13ਵੇਂ ਕੁਐਸਚਨ ਦਾ ਆਪਸ਼ਨ ਨੰਬਰ 4 ਆਨਸਰ ਜੇ। ਅੱਗੇ ਦੇਖੋ ਕੁਐਸਚਨ ਨੰਬਰ 14, ਦਿੱਤੇ ਚਿੱਤਰ ਵਿੱਚ ਕੋਣ QPO ਬਰਾਬਰ 40 ਡਿਗਰੀ ਹੈ ਤੇ ਕੋਣ QOR ਪਤਾ ਕਰੋ। ਹੁਣ ਮੈਂ ਤੁਹਾਨੂੰ ਇੱਥੋਂ ਡਾਇਗਰਾਮ ਤੋਂ ਦੱਸ ਦਿੰਦਾ। ਆਹ ਦੇਖੋ ਜਿਹੜੀ ਇੱਥੇ ਡਾਇਗਰਾਮ ਦਿੱਤੀ ਹੋਈ ਆ, ਆਹ ਦੇਖਿਓ, ਤੁਸੀਂ ਵੀ ਆਪਣੀ ਬੁੱਕਲੈਟ 'ਤੇ ਦੇਖਿਓ। ਜਿਹੜਾ ਕੋਣ QOP, ਇਹ ਅਸੀਂ ਲੱਭਣਾ ਵਾ ਇਹਦੇ 'ਚੋਂ ਪੂਰਾ, QOR ਪੂਰਾ ਫਾਈਂਡ ਕਰਨਾ ਵਾ। ਸਾਨੂੰ ਕਿੰਨਾ ਦਿੱਤਾ ਪਹਿਲਾਂ, ਕੋਣ QPO ਆਹ ਦਿੱਤਾ ਹੋਇਆ 40 ਡਿਗਰੀ। ਆਹ ਸਾਨੂੰ ਪਤਾ ਕਿ ਜਿਹੜਾ ਅਰਧ ਵਿਆਸ ਜਿਹੜੇ ਹੁੰਦੇ ਨੇ ਚੱਕਰ ਦੇ, ਉਹ ਜਿਹੜੇ ਸਪਰਸ਼ ਰੇਖਾ ਦੇ ਨਾਲ 90 ਡਿਗਰੀ ਦਾ ਕੋਣ ਬਣਾਉਂਦੇ ਨੇ। ਇਹ ਧਿਆਨ ਰੱਖਿਓ, 90 ਡਿਗਰੀ ਦਾ ਕੋਣ ਇੱਥੇ ਬਣਿਆ, ਆਹ 40 ਡਿਗਰੀ ਦਿੱਤਾ ਵਾ। ਤੇ ਸਾਨੂੰ ਕਹਿੰਦੇ ਵੀ ਜਿਹੜਾ QOR ਯਾਨੀ ਕਿ ਆਹ ਪੂਰਾ ਕੋਣ ਲੱਭਣਾ ਵਾ। ਸਭ ਤੋਂ ਪਹਿਲਾਂ ਤਾਂ ਅਸੀਂ ਇੰਨੀ ਤ੍ਰਿਭੁਜ ਦੇ ਵਿੱਚ ਦੇਖਦੇ ਹਾਂ, ਤ੍ਰਿਭੁਜ ਦੇ ਤਿੰਨਾਂ ਕੋਣਾਂ ਦਾ ਜੋੜ 180 ਡਿਗਰੀ। ਦੋ ਕੋਣ ਦਿੱਤੇ, ਇੱਕ 90 ਤੇ ਇੱਕ 40, ਦੋਵੇਂ ਮਿਲ ਕੇ ਕਿੰਨੇ ਬਣ ਗਏ, 130 ਡਿਗਰੀ। ਤੇ 180 ਵਿੱਚੋਂ ਜਦੋਂ ਅਸੀਂ 30 ਡਿਗਰੀ ਘਟਾਵਾਂਗੇ ਤੇ ਕਿੰਨਾ ਆ ਗਿਆ, 50 ਡਿਗਰੀ। ਸਾਡੇ ਕੋਲ ਆਹ ਜਿਹੜਾ ਕੋਣ ਵਾ QOP 50 ਡਿਗਰੀ ਆਇਆ। ਇਸੇ ਤਰ੍ਹਾਂ ਜੋ ਅਸੀਂ ਦੂਸਰੀ ਤ੍ਰਿਭੁਜ ਦੇ ਵਿੱਚ ਦੇਖਾਂਗੇ ਤੇ ਉੱਥੇ ਵੀ ਆਹ ਵਾਲਾ ਕੋਣ ਕਿੰਨਾ ਆਏਗਾ, 50 ਡਿਗਰੀ। ਕਿਉਂਕਿ ਆਹ ਜਿਹੜੀ ਰੇਖਾ ਜਿਹੜੀ ਹੁੰਦੀ ਆ ਇੱਥੋਂ PO, ਜਿਹੜੀ ਕੇਂਦਰ ਤੋਂ ਆ ਕੇ ਬਾਹਰਲੇ ਕਿਸੇ ਬਿੰਦੂ 'ਤੇ ਮਿਲਦੀ ਆ, ਉਹ ਜਿਹੜੀ ਆ ਇਹਨਾਂ ਦੋਨਾਂ ਨੂੰ ਬਰਾਬਰ ਹਿੱਸਿਆਂ 'ਚ ਵੰਡ ਦਿੰਦੀ ਆ। ਤੇ ਇਹਨੂੰ ਅਸੀਂ 2 ਨਾਲ ਗੁਣਾ ਕਰਾਂਗੇ, 50 ਨੂੰ, ਦੋਨੋਂ ਕੋਣ ਜਾਂ ਦੋਨਾਂ ਨੂੰ ਜੋੜ ਦਿਓ, 50 ਗੁਣਾ 2 100, ਯਾਨੀ ਕਿ ਜਿਹੜਾ ਕੋਣ ਵਾ, ਕੋਣ QOR, ਉਹ ਕਿਹਦੇ ਬਰਾਬਰ ਆਏਗਾ, 100 ਡਿਗਰੀ ਦੇ। ਤੇ ਇੱਥੇ ਦੇਖੋ ਜਿਹੜਾ ਆਨਸਰ ਵਾ ਆਪਸ਼ਨ ਨੰਬਰ 2, 14ਵੇਂ ਕੁਐਸਚਨ ਦਾ ਆਨਸਰ ਜੇ 100 ਡਿਗਰੀ। ਅੱਗੇ ਦੇਖਦੇ ਹਾਂ ਕੁਐਸਚਨ ਨੰਬਰ 15। 15ਵਾਂ ਕੁਐਸਚਨ ਕੀ ਆ ਕਿ ਜੇਕਰ tan A ਬਰਾਬਰ cot B ਹੈ ਤਾਂ A + B ਕਿਹਦੇ ਬਰਾਬਰ ਹੋਵੇਗਾ। ਦੇਖੋ ਬੱਚਿਓ, ਜਿਹੜਾ tan A ਸਾਨੂੰ ਕਿਹਦੇ ਬਰਾਬਰ ਦਿੱਤਾ ਹੋਇਆ ਵਾ, cot B ਦੇ। ਤੇ ਮੈਂ ਇਹਨੂੰ ਕਿਸ ਤਰ੍ਹਾਂ ਲਿਖ ਸਕਦਾ ਵਾਂ, tan A ਬਰਾਬਰ ਹੈ tan 90 ਡਿਗਰੀ -B, ਯਾਨੀ ਕਿ tan 90 - ਥੀਟਾ ਕਿਹਦੇ ਬਰਾਬਰ ਹੁੰਦਾ, cot ਥੀਟਾ ਦੇ। ਤੇ ਥੀਟਾ ਇੱਥੇ ਕੀ ਹੈ ਸਾਡੇ ਕੋਲ, B, ਤੇ ਆ ਜਾਏਗਾ cot B। ਹੁਣ ਇਧਰੋਂ ਤੇ ਇਧਰੋਂ tan ਕੱਟੇ ਗਏ, ਸਾਡੇ ਕੋਲ ਕੀ ਬਚਿਆ, A ਬਰਾਬਰ ਹੈ 90 ਡਿਗਰੀ -B। ਹੁਣ -B ਇਧਰਲੇ ਪਾਸੇ ਆ ਜਾਏਗਾ, ਇਹ ਬਣ ਗਿਆ A + B, ਤੇ ਦੂਜੇ ਪਾਸੇ 90 ਡਿਗਰੀ। ਤੇ ਸਾਡੇ ਕੋਲ ਕੀ ਆ ਗਿਆ ਆਨਸਰ, 90 ਡਿਗਰੀ, ਯਾਨੀ ਕਿ ਆਪਸ਼ਨ ਨੰਬਰ 3, 90 ਡਿਗਰੀ। 15ਵੇਂ ਕੁਐਸਚਨ ਦਾ ਆਨਸਰ ਆ ਗਿਆ 90 ਡਿਗਰੀ। ਅੱਗੇ ਦੇਖੋ ਕੁਐਸਚਨ ਨੰਬਰ 16, ਕਿਸੇ ਖਾਲੀ ਬੇਲਣ ਦਾ ਆਇਤਨ ਕੀ ਹੋਵੇਗਾ। ਦੇਖੋ ਬੱਚੋ, ਇੱਕ ਬੇਲਣ ਖਾਲੀ ਹੁੰਦਾ ਜੇ, ਤੇ ਇੱਕ ਬੇਲਣ ਨੂੰ ਅਸੀਂ ਕਹਿੰਦੇ ਆ ਹੌਲੋ।
ਹੌਲੋ ਮਤਲਬ ਵਿੱਚੋਂ ਕਿਸੇ ਖਾਸ ਆਕ੍ਰਿਤੀ ਵਿੱਚੋਂ ਕੱਟੀ ਹੋਈ ਹੁੰਦੀ ਆ, ਯਾਨੀ ਖਾਲੀ ਕੀਤਾ ਹੁੰਦਾ। ਅਤੇ ਇੱਕ ਬਿਲਕੁਲ ਖਾਲੀ ਜਿਹੜਾ ਬੇਲਣ ਸ਼ੇਪ ਪੂਰਾ ਬਣਿਆ ਹੋਇਆ ਵਾ, ਜਿਸ ਤਰ੍ਹਾਂ ਆਹ ਵਾ, ਮੰਨ ਲਓ ਆਹ ਵਾਲਾ ਇਸ ਤਰ੍ਹਾਂ। ਅਤੇ ਜਿਹੜੇ ਵਿੱਚੋਂ ਖਾਲੀ ਆਪ ਬਣਾਇਆ ਹੋਵੇ, ਵਿੱਚੋਂ ਕੋਈ ਚੀਜ਼ ਵਿੱਚੋਂ ਕੱਟ ਕੀਤੀ ਹੋਵੇ, ਅਤੇ ਉਹਦਾ ਮੰਨ ਲਓ ਵਿੱਚੋਂ ਆਹ ਇਸ ਤਰ੍ਹਾਂ ਕਰਕੇ ਬਣੇਗਾ। ਇਹਦਾ ਫਾਰਮੂਲਾ ਕੁਛ ਹੋਰ ਬਣਦਾ ਵਾ, ਇਹਦਾ ਫਾਰਮੂਲਾ ਹੋਰ ਹੁੰਦਾ ਜੇ। ਜਿਹੜਾ ਸਾਨੂੰ ਇੱਥੇ ਐਮਟੀ ਸਿਲੰਡਰ ਪੁੱਛਿਆ ਵਾ, ਇਹਦਾ ਫਾਰਮੂਲਾ ਜੇ ਕੁਐਸਚਨ ਨੰਬਰ 3, ਇਹਦਾ ਆਇਤਨ ਹੁੰਦਾ ਜੇ πr²h। ਅਤੇ ਜੇ ਕਿਸੇ ਹੋਰ ਤਰੀਕੇ ਨਾਲ ਬਣਾਇਆ ਹੋਵੇ ਹੌਲੋ, ਜਾਂ ਉਹਦੀ ਸ਼ੇਪ ਜਿਹੜੀ ਇਸ ਤਰ੍ਹਾਂ ਦੀ ਹੋਵੇ ਅੰਦਰੋਂ ਪੂਰੀ, ਵਿੱਚੋਂ ਇੱਕ ਹੋਰ ਬੇਲਣ ਕੱਟਿਆ ਹੋਵੇ, ਅਤੇ ਫਿਰ ਅਸੀਂ ਕੀ ਕਰਦੇ ਹਾਂ, ਇਹਦੀ ਮੋਟਾਈ ਵੀ ਨਾਲ ਬਾਹਰਲੇ ਪਾਸੇ ਬਣਦੀ ਆ। ਉਹਦੇ ਵਾਸਤੇ ਫਾਰਮੂਲਾ ਲਾਉਂਦੇ ਹਾਂ, ਜਿਹੜਾ ਇੱਕ ਰੇਡੀਅਸ ਬਾਹਰ ਵਾਲਾ ਮਾਈਨਸ ਰੇਡੀਅਸ ਅੰਦਰ ਵਾਲਾ ਅਤੇ ਗੁਣਾ h। ਉਹਦਾ ਫਾਰਮੂਲਾ ਆ ਹੁੰਦਾ ਜੇ। ਲੇਕਿਨ ਸਾਡਾ ਜਿਹੜਾ ਵੋਲੀਊਮ ਜਿਹੜਾ ਸਿਲੰਡਰ ਦਾ ਪੁੱਛਿਆ ਉਹ ਖਾਲੀ ਹੈ ਸਿਰਫ ਇਹ ਵਾਲਾ, ਇਹਦਾ ਫਾਰਮੂਲਾ πr²h ਜੇ। ਮੈਂ ਇਸ ਕਰਕੇ ਤੁਹਾਨੂੰ ਐਕਸਪਲੇਨ ਕੀਤਾ ਵਾ, ਕਿਉਂਕਿ ਇੱਥੇ ਇਹਨਾਂ ਨੇ ਇੱਕ ਆਪਸ਼ਨ ਦਿੱਤੀ ਹੈ, ਇਹਨਾਂ ਵਿੱਚੋਂ ਕੋਈ ਨਹੀਂ ਹੋ ਸਕਦਾ ਤੁਹਾਡੇ ਮਨ 'ਚ ਆਹ ਵਾਲਾ ਫਾਰਮੂਲਾ ਆ ਜੇ, ਤੁਸੀਂ ਕਹਿਣਾ ਇਹਦੇ 'ਚ ਤਾਂ ਹੈ ਹੀ ਨਹੀਂ। ਲੇਕਿਨ ਇੱਥੇ ਇਹ ਵਰਡ ਦਾ ਧਿਆਨ ਰੱਖਣਾ ਜੇ, ਐਮਟੀ ਅਤੇ ਹੌਲੋ, ਇਹ ਦੋਨੋਂ ਚੀਜ਼ਾਂ ਨੂੰ ਜਿਹੜਾ ਵਾ ਉਹ ਧਿਆਨ 'ਚ ਰੱਖ ਕੇ ਅਤੇ ਫਿਰ ਤੁਸੀਂ ਆਨਸਰ ਦੇਣਾ ਵਾ। ਆਪਸ਼ਨ ਨੰਬਰ 3 πr²h ਦਾ 16ਵੇਂ ਕੁਐਸਚਨ ਦਾ ਆਨਸਰ ਜੇ। ਅੱਗੇ ਦੇਖੋ ਕੁਐਸਚਨ ਨੰਬਰ 17, ਬਹੁਲਕ ਨਿਰਧਾਰਿਤ ਕਰਨ ਦਾ ਇੱਕ ਤਰੀਕਾ ਹੈ। ਬਹੁਲਕ ਦਾ ਫਾਰਮੂਲਾ ਕੀ ਹੁੰਦਾ ਵਾ, ਮੋਡ = 3 ਮੀਡੀਅਨ - 2 ਮੀਨ। ਇਹ ਮੈਂ ਤੁਹਾਨੂੰ ਪਿਛਲੀਆਂ ਜਿਹੜੀਆਂ ਵੀਡੀਓਜ਼ ਸੀ ਉਹਨਾਂ ਵਿੱਚ ਵੀ ਦੱਸਿਆ ਸੀ। ਇਸ ਕਰਕੇ ਇਹਦਾ ਆਪਸ਼ਨ ਨੰਬਰ 3 ਬਹੁਲਕ ਬਰਾਬਰ 3 ਮੱਧਿਕਾ - 2 ਮੱਧਮਾਨ, ਇਹ ਇਹਦਾ ਆਨਸਰ ਜੇ ਤੀਸਰੀ ਆਪਸ਼ਨ। ਅੱਗੇ ਦੇਖੋ ਕੁਐਸਚਨ ਨੰਬਰ 18, ਪਰਿਮੇਯ ਸੰਖਿਆ p/q ਸਰਲਤਮ ਰੂਪ ਵਿੱਚ ਜੇਕਰ p ਅਤੇ q ਦਾ ਮਹੱਤਮ ਸਮਾਵਰਤਕ ਹੋਵੇ। ਦੇਖੋ ਜਦੋਂ ਕੋਈ ਅਸੀਂ ਪਰਿਮੇਯ ਸੰਖਿਆ ਨੂੰ ਸਰਲਤਮ ਰੂਪ 'ਚ ਲਿਖਦੇ ਹਾਂ ਅਤੇ ਉਹਨਾਂ ਦਾ ਮਹੱਤਮ ਸਮਾਵਰਤਕ ਹਮੇਸ਼ਾ 1 ਹੋ ਜਾਂਦਾ ਜੇ, ਨਹੀਂ ਤਾਂ ਉਨੀ ਦੇਰ ਤੱਕ ਅਸੀਂ ਕਟਿੰਗ ਕਰਦੇ ਰਹਿੰਦੇ ਹਾਂ। ਜਿਸ ਤਰ੍ਹਾਂ ਮੰਨ ਲਓ ਮੈਂ ਤੁਹਾਨੂੰ ਸੌਖੀ ਜਿਹੀ ਐਗਜ਼ਾਮਪਲ 4/6, ਇਹ 2 ਦੇ ਪਹਾੜੇ ਨਾਲ 2 ਦੂਣੀ 4 ਅਤੇ 2 ਤੀਏ 6, ਕਿੰਨਾ ਆ ਗਿਆ 2/3। ਹੁਣ 2 ਅਤੇ 3 ਸਿਰਫ ਇੱਕ ਦੇ ਪਹਾੜੇ 'ਚ ਆ ਸਕਦੇ ਆ, ਹੋਰ ਕਿਸੇ 'ਚ ਨਹੀਂ। ਔਰ ਇਹ ਜਿਹੜੀ ਪਰਿਮੇਯ ਸੰਖਿਆ ਵਾ ਇਸ ਵੇਲੇ ਪੂਰੇ ਆਪਣੇ ਸਰਲਤਮ ਰੂਪ ਜਾਂ ਨਿਊਨਤਮ ਰੂਪ 'ਚ ਲਿਖੀ ਹੋਈ ਆ, ਸਿੰਪਲੈਸਟ ਫਾਰਮ 'ਚ। ਇਸ ਕਰਕੇ ਇਹਨਾਂ ਦਾ ਜਿਹੜਾ ਮਹੱਤਮ ਸਮਾਵਰਤਕ ਕਿੰਨਾ ਆਏਗਾ 1, ਕਿਉਂਕਿ ਸਿਰਫ ਇਹ ਇੱਕ ਦੇ ਪਹਾੜੇ 'ਚ ਨੰਬਰ ਆਉਂਦੇ ਆ। ਆਹ ਦੇਖੋ ਇੱਥੇ ਸਰਲਤਮ ਰੂਪ ਨਹੀਂ ਸੀ, ਇਹ ਇੱਕ ਦੇ ਪਹਾੜੇ 'ਚ ਵੀ ਆਉਂਦੇ ਸੀ ਅਤੇ 2 ਦੇ ਪਹਾੜੇ 'ਚ ਵੀ ਆਏ ਆ। ਮੈਂ ਇਹਦਾ ਸਰਲਤਮ ਰੂਪ ਲਿਖ ਲਿਆ। ਹੁਣ ਇਹਦਾ HCF ਚੈੱਕ ਕੀਤਾ, ਉਹ ਕਿੰਨਾ ਆਇਆ 1। ਸਿਰਫ ਦੋਨੋਂ ਜਿਹੜੇ ਨੇ ਇੱਕ ਦੇ ਟੇਬਲ 'ਚ ਹੀ ਆਉਣਗੇ, ਹੋਰ ਕਿਸੇ ਟੇਬਲ 'ਚ ਨਹੀਂ ਆ ਸਕਦੇ। ਇਸ ਕਰਕੇ 18ਵੇਂ ਕੁਐਸਚਨ ਦਾ ਆਨਸਰ ਪਹਿਲੀ ਆਪਸ਼ਨ ਕੀ ਹੋਏਗਾ 1, ਕਿ ਇਹਨਾਂ ਦਾ ਜਿਹੜਾ ਵਾ HCF 1 ਹੋਏਗਾ। ਅੱਗੇ ਕੁਐਸਚਨ ਨੰਬਰ 19 ਦੇਖੋ, ਕਹਿੰਦੇ ਜੇਕਰ x ਦੀ ਪਾਵਰ 100 ਜਮਾ 2x ਦੀ ਪਾਵਰ 99 ਜਮਾ k, ਆਹ ਵਾਲੀ ਜਿਹੜੀ ਸਾਨੂੰ ਇੱਕ ਬਹੁਪਦ ਦਿੱਤੀ ਆ ਉਹਦੇ 'ਚ x + 1 ਨਾਲ ਭਾਜਯੋਗ ਹੈ ਤਾਂ k ਦੀ ਕੀਮਤ ਕੀ ਹੋਵੇਗੀ। ਚਲੋ ਮੈਂ ਤੁਹਾਨੂੰ ਕਾਪੀ 'ਤੇ ਲਿਖ ਕੇ ਦੱਸਦਾ ਇਹਦਾ। ਆਹ ਦੇਖੋ ਬੱਚਿਓ, ਆਹ ਸਾਨੂੰ ਬਹੁਪਦ ਦਿੱਤੀ ਆ x ਦੀ ਪਾਵਰ 100 ਜਮਾ 2x ਦੀ ਪਾਵਰ 99 ਜਮਾ k। ਕਹਿੰਦੇ ਇਹ x ਜਮਾ 1 ਦੇ ਨਾਲ ਭਾਜਯੋਗ ਹੈ ਤਾਂ ਜਿਹੜਾ k ਆ ਉਹਦਾ ਮੁੱਲ ਕਿੰਨਾ ਹੋਵੇਗਾ। ਦੇਖੋ ਬੱਚਿਓ, ਜੇ ਆ x ਜਮਾ 1 ਨਾਲ ਭਾਜਯੋਗ ਆ ਅਤੇ ਇਹਦਾ ਭਾਗਫਲ ਕਿੰਨਾ ਹੋਏਗਾ, ਬਰਾਬਰ 0, ਯਾਨੀ ਕਿ ਆਹ ਜਿਹੜੀ ਬਹੁਪਦ ਬਰਾਬਰ 0 ਹੋ ਜਾਏਗੀ। ਅਤੇ x + 1 ਨਾਲ ਭਾਗਯੋਗ ਆ, ਯਾਨੀ ਕਿ ਇਹ x + 1 ਜਿਹੜਾ ਇਹਦਾ ਇੱਕ ਫੈਕਟਰ ਵਾ, ਅਤੇ ਜੇ ਇਹ ਇਹਨੂੰ ਭਾਗ ਕਰਦਾ ਵਾ ਅਤੇ ਅਸੀਂ ਕੀ ਲਿਖਾਂਗੇ x + 1 = 0, x = -1। x ਦੀ ਵੈਲਿਊ -1 ਆ ਗਈ, ਅਤੇ ਜਿਹੜੀ ਸਾਨੂੰ ਬਹੁਪਦ ਦਿੱਤੀ ਆ ਉਹ ਕਿਹਦੇ ਬਰਾਬਰ ਹੋ ਜਾਏਗੀ 0 ਦੇ, ਕਿਉਂਕਿ ਉਹ ਇਹਦੇ ਨਾਲ ਪੂਰੀ ਵੰਡੀ ਜਾਂਦੀ ਆ। ਇਹ ਬਰਾਬਰ ਹੈ 0, ਅਤੇ x ਦੀ ਜਗ੍ਹਾ 'ਤੇ ਮੈਂ ਕੀ ਪੁੱਟ ਕਰ ਦਾਂਗਾ -1। -1 ਦੀ ਪਾਵਰ 100 ਜਮਾ 2 ਅਤੇ -1 ਦੀ ਪਾਵਰ 99 ਜਮਾ k ਬਰਾਬਰ 0। ਹੁਣ ਆਹ ਦੇਖੋ -1 ਦੀ ਪਾਵਰ 100 ਜਿਸਤ ਸੰਖਿਆ ਵਾ 100, ਅਤੇ ਇਹ ਮਾਈਨਸ ਜਿਹੜਾ ਨਾਲੋਂ ਖਤਮ ਹੋ ਜਾਏਗਾ, ਕੀ ਬਚੇਗਾ 1। ਇੱਥੇ 2, ਇੱਥੇ 99 ਟਾਂਕ ਸੰਖਿਆ ਵਾ, ਇੱਥੇ ਆ ਜਾਏਗਾ -1 ਪਲੱਸ k ਬਰਾਬਰ 0। ਹੁਣ ਇਹਨੂੰ ਸੋਲਵ ਕਰ ਲੈਂਦੇ ਹਾਂ। -2 ਪਲੱਸ k ਬਰਾਬਰ 0, ਇੱਥੇ ਆ ਗਿਆ 1 - 2 -1 ਪਲੱਸ k ਬਰਾਬਰ 0। -1 ਦੂਜੇ ਪਾਸੇ ਜਾ ਕੇ ਪਲੱਸ ਦਾ ਹੋ ਜਾਏਗਾ, k ਬਰਾਬਰ 1। ਇਹ ਸਾਡੇ ਕੋਲ k ਦੀ ਵੈਲਿਊ ਆ ਗਈ ਜੇ 1। ਦੇਖਦੇ ਹਾਂ ਅਸੀਂ ਇਹਦੇ ਵਿੱਚ, ਆਹ ਦੇਖੋ 19ਵੇਂ ਕੁਐਸਚਨ ਦਾ ਆਨਸਰ 1, ਪਹਿਲੀ ਆਪਸ਼ਨ ਇਹਦਾ ਆਨਸਰ ਜੇ 1। ਇਹ ਸੀਗਾ ਕੁਐਸਚਨ ਨੰਬਰ 19। ਅੱਗੇ ਦੇਖੋ ਕੁਐਸਚਨ ਨੰਬਰ 20, y - 4 = 0 ਇੱਕ ਰੇਖੀ ਸਮੀਕਰਨ ਹੈ
ਜਿਹੜੀ ਇਹ ਰੇਖੀ ਸਮੀਕਰਨ ਵਾ ਉਹਨਾਂ ਨੇ ਅੱਗੇ ਇਹਦੇ ਬਾਰੇ ਕੀ ਪੁੱਛਿਆ ਵਾ। ਆ ਦੇਖੋ 4 ਆਪਸ਼ਨਸ ਦਿੱਤੀਆਂ ਨੇ ਕਿ ਇਹ ਐਕਸ ਧੁਰੇ ਦੇ ਸਮਾਂਤਰ ਹੋਵੇਗੀ ਤੇ ਪੁਆਇੰਟ ਉਹਦਾ ਹੋਏਗਾ 4 0, ਵਾਈ ਧੁਰੇ ਦੇ ਸਮਾਂਤਰ ਹੋਵੇਗੀ ਤੇ ਪੁਆਇੰਟ -4 0, ਵਾਈ ਧੁਰੇ ਦੇ ਸਮਾਂਤਰ ਹੋਵੇਗੀ ਪੁਆਇੰਟ 0 4 ਕੇ ਐਕਸ ਧੁਰੇ ਦੇ ਸਮਾਂਤਰ ਹੋਏਗੀ ਪੁਆਇੰਟ ਜਿਹੜਾ 0 4, ਇਹਦੇ 'ਚੋਂ ਪਾਸ ਕਰੇਗੀ। ਚਲੋ ਮੈਂ ਤੁਹਾਨੂੰ ਇਹਦਾ ਡਾਇਗਰਾਮ ਬਣਾ ਕੇ ਕਾਪੀ 'ਤੇ ਫਿਰ ਦੱਸਦਾ। ਆਹ ਦੇਖੋ ਬੱਚਿਓ 20ਵੇਂ ਕੁਐਸਚਨ ਸਾਨੂੰ ਕੀ ਦਿੱਤੀ ਹੋਈ ਆ, ਜਿਹੜੀ ਸਮੀਕਰਨ ਦਿੱਤੀ ਰੇਖੀ ਸਮੀਕਰਨ y - 4 = 0। ਜਦੋਂ ਮੈਂ ਇਹਨੂੰ ਸੋਲਵ ਕੀਤਾ ਤੇ y ਦੀ ਵੈਲਿਊ ਕਿੰਨੀ ਆ ਗਈ, y ਬਰਾਬਰ ਹੈ 4, -4 ਇੱਧਰ ਜਾ ਕੇ ਪਲੱਸ ਦਾ ਹੋ ਗਿਆ। ਹੁਣ y 4 ਵਾ, x ਦੀ ਵੈਲਿਊ ਤੁਸੀਂ ਕੋਈ ਮਰਜ਼ੀ ਬਣਾ ਲਓ, ਜਿਸ ਤਰ੍ਹਾਂ ਅਸੀਂ ਕਰਦੇ ਹਾਂ। ਮੰਨ ਲਓ ਜਿਸ ਤਰ੍ਹਾਂ ਇੱਥੇ ਸਮੀਕਰਨ y - 4 ਦਿੱਤੀ ਆ, ਮੈਂ ਜੇ ਸਮੀਕਰਨ x ਤੇ y ਦੋਨਾਂ 'ਚ ਬਣਾਉਣੀ ਆ ਤੇ ਉਹ ਕਿਸ ਤਰ੍ਹਾਂ ਲਿਖਾਂਗਾ ਮੈਂ, 0x ਜਮਾ y - 4 ਬਰਾਬਰ 0। ਹੁਣ ਮੈਂ x ਦਾ ਮੁੱਲ ਭਾਵੇਂ 1 ਲੈ ਲਾਂ, ਉਹਨੇ ਤਾਂ ਵੀ 0 ਹੋ ਜਾਣਾ ਕਿਉਂਕਿ 0 ਨਾਲ ਮਲਟੀਪਲਾਈ ਹੋਣਾ ਤੇ 0, ਤੇ y ਦੀ ਵੈਲਿਊ ਫਿਰ 4। ਜੇ ਮੈਂ x ਦਾ ਮੁੱਲ 2 ਲੈ ਲਾਂ ਤੇ ਤਾਂ ਵੀ ਇਹਨੇ 0 ਹੋ ਜਾਣਾ ਤੇ y ਦਾ ਮੁੱਲ ਫਿਰ 4 ਹੀ ਆਉਣਾ। ਹੁਣ ਦੇਖੋ x ਦੀ ਵੈਲਿਊ ਚਾਹੇ 0 ਹੋਵੇ, 1 2 3 4 ਕੋਈ ਵੀ ਆ ਜਾਏ, y ਨੇ ਕਿੰਨਾ ਰਹਿਣਾ 4, ਇਹੀ ਬਿੰਦੂ ਆ। ਔਰ ਜਦੋਂ ਮੈਂ x ਦੀਆਂ ਵੈਲਿਊਜ਼ ਪਲੱਸ ਲਈ ਜਾਵਾਂਗਾ ਤੇ ਇਹਦਾ ਪੁਆਇੰਟ ਜਿਹੜਾ ਵਾ ਇੱਧਰ ਅੱਗੇ ਆਈ ਜਾਏਗਾ, ਯਾਨੀ ਕਿ ਇਹ ਇੱਧਰ ਨੂੰ ਚੱਲ ਜਾਏਗੀ। ਤੇ ਜੇ ਮੈਂ x ਦੀਆਂ ਵੈਲਿਊ ਨੈਗੇਟਿਵ ਲੈ ਲਾਂਗਾ ਤੇ ਉਹ ਇੱਧਰ ਨੂੰ ਆ ਜਾਏਗਾ। ਯਾਨੀ ਕਿ ਜਿਹੜਾ ਇਹਦਾ ਗ੍ਰਾਫ ਬਣੇਗਾ y - 4 ਬਰਾਬਰ 0 ਯਾਨੀ y = 4 ਦਾ, ਉਹ x ਐਕਸਿਸ ਦੇ ਸਮਾਂਤਰ ਬਣੇਗਾ, ਯਾਨੀ ਕਿ x ਧੁਰੇ ਦੇ ਸਮਾਂਤਰ। ਹੁਣ ਤੇ ਜਿਹੜਾ ਇਹਦਾ ਪੁਆਇੰਟ ਹੋਏਗਾ ਉਹ ਕਿਹੜਾ ਹੋਏਗਾ, ਆ ਦੇਖੋ ਜਦੋਂ ਇਹਦੇ ਸਮਾਂਤਰ ਹੋਏਗਾ ਤੇ x ਦੀ ਵੈਲਿਊ 0 ਤੇ y ਦੀ 4, ਯਾਨੀ ਕਿ 0 ਤੇ 4। ਜੇ ਅਸੀਂ ਦੂਸਰੇ ਪਾਸੇ ਨੂੰ ਹੋਰ ਕੋਈ ਬਿੰਦੂ ਨਹੀਂ ਲੈਂਦੇ ਤੇ ਪਹਿਲਾ ਬਿੰਦੂ ਕਿਹੜਾ ਆਏਗਾ, x 0 ਤੇ y 4, ਆਹ ਬਿੰਦੂ ਆਏਗਾ ਤੇ x ਐਕਸਿਸ ਦੇ ਸਮਾਂਤਰ ਹੋਏਗਾ। ਤੇ ਇਹ ਵਾਲੀ ਆਪਸ਼ਨ ਦੇਖਦੇ ਹਾਂ ਅਸੀਂ। ਆ ਦੇਖੋ x ਧੁਰੇ ਦੇ ਸਮਾਂਤਰ ਤੇ ਬਿੰਦੂ 0 4, ਯਾਨੀ ਕਿ ਚੌਥੀ ਆਪਸ਼ਨ ਜਿਹੜਾ ਵਾ ਇਹਦਾ ਸਹੀ ਆਨਸਰ ਜੇ, ਪੈਰਲਲ ਟੂ x ਐਕਸਿਸ ਐਂਡ ਪਾਸਿੰਗ ਥਰੂ ਪੁਆਇੰਟ 0 4, ਇਹ ਚੌਥੀ ਆਪਸ਼ਨ ਇਹਦਾ ਆਨਸਰ ਜੇ 20ਵੇਂ ਕੁਐਸਚਨ ਦਾ। ਅੱਗੇ ਦੇਖੋ ਕੁਐਸਚਨ ਨੰਬਰ 21, ਦਿੱਤੇ ਹੋਏ ਚਿੱਤਰ ਵਿੱਚ AE ਬਰਾਬਰ DB, CB ਬਰਾਬਰ EF ਅਤੇ ਕੋਣ ABC ਬਰਾਬਰ ਕੋਣ FED ਹੈ ਤਾਂ ਦਿੱਤੇ ਵਿੱਚੋਂ ਕਿਹੜਾ ਵਿਕਲਪ ਠੀਕ ਹੈ। ਇਹਨਾਂ ਨੇ ਪੁੱਛਿਆ ਵੀ ਇਹ ਕਿਹੜੀਆਂ ਦੋ ਤਿਕੋਣਾਂ ਜਿਹੜੀਆਂ ਨੇ ਆਪਸ ਵਿੱਚ ਸਰਬੰਗ ਸਮ ਨੇ, ਯਾਨੀ ਕਿ ਕਾਂਗੂਰੈਂਟ ਨੇ। ਡਾਇਗਰਾਮ ਤੁਹਾਨੂੰ ਮੈਂ ਦਿਖਾਉਣਾ ਵਾ, ਡਾਇਗਰਾਮ ਬਿਲਕੁਲ ਸਾਈਡ 'ਤੇ ਬਣੀ ਹੋਈ ਹੈ ਇਹਦੇ 'ਚ। ਆਹ ਦੇਖੋ ਇਹ ਡਾਇਗਰਾਮ ਜੇ। ਹੁਣ ਇਸੇ ਡਾਇਗਰਾਮ ਨੂੰ ਜਦੋਂ ਮੈਂ ਸਿੱਧੀਆਂ ਕਰਕੇ ਦੋਨੋਂ ਤ੍ਰਿਭੁਜਾਂ ਰੱਖਾਂਗਾ ਤੇ ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਇਹ ਜਿਹੜੀਆਂ ਤ੍ਰਿਭੁਜਾਂ ਆਪਸ ਵਿੱਚ ਕਿਹੜੀਆਂ ਦੋ ਤ੍ਰਿਭੁਜਾਂ ਜਿਹੜੀਆਂ ਕਾਂਗੂਰੈਂਟ ਹੁੰਦੀਆਂ ਨੇ। ਮੈਂ ਤੁਹਾਨੂੰ ਇਹੋ ਡਾਇਗਰਾਮ ਕਾਪੀ 'ਤੇ ਬਣਾ ਕੇ ਦੱਸਦਾ। ਆਹ ਦੇਖੋ ਬੱਚੋ 21 ਕੁਐਸਚਨ ਦੇ ਵਿੱਚ ਸਾਡੇ ਕੋਲ ਆਹ ਡਾਇਗਰਾਮ ਦਿੱਤੀ ਹੋਈ ਆ। ਇਹਦੇ 'ਚ ਆਹ ਕੋਣ ਜਿਹੜਾ ਵਾ E ਕੋਣ, ਉਹ ਕੋਣ B ਦੇ ਬਰਾਬਰ ਦਿੱਤਾ, ਜਾਂ ਇਹਨੂੰ FED ਕਹਿ ਲਓ ਤੇ ਇੱਧਰੋਂ ABC ਜਾਂ CBA, ਇਹ ਦੋਨੋਂ ਕੋਣ ਬਰਾਬਰ। ਤੇ ਭੁਜਾ ਕਿਹੜੀ EF ਭੁਜਾ ਜਿਹੜੀ ਆ ਉਹ BC ਦੇ ਬਰਾਬਰ ਦਿੱਤੀ ਇਹਦੇ। ਆਹ ਦੇਖੋ ਨਿਸ਼ਾਨ ਦਿੱਤਾ ਹੋਇਆ ਨਾਲ। ਹੁਣ ਜਦੋਂ ਇਹ ਦੋਨੋਂ ਕਹਿੰਦੇ ਕਿ ਆਪਸ ਵਿੱਚ ਕਾਂਗੂਰੈਂਟ ਕਿਸ ਤਰ੍ਹਾਂ ਹੋਣਗੀਆਂ, ਇਹ ਕੰਡੀਸ਼ਨ ਦਿੱਤੀ ਹੋਈ ਆ। ਤੇ ਇੱਕ ਸਾਨੂੰ ਕੰਡੀਸ਼ਨ ਦਿੱਤੀ ਆ ਕਿ AE ਤੇ ਜਿਹੜਾ BD ਆ ਇਹ ਆਪਸ 'ਚ ਬਰਾਬਰ ਨੇ। ਹੁਣ ਦੇਖੋ ਜਦੋਂ ਮੈਂ ਇਹਨਾਂ ਤਿਕੋਣਾਂ ਨੂੰ ਵੱਖਰਾ ਵੱਖਰਾ ਕਰਕੇ ਬਣਾਉਣਾ ਵਾ ਤੇ ਫਿਰ ਦੇਖੋ ਇਹਦਾ ਕੀ ਰਿਜ਼ਲਟ ਆਉਂਦਾ। ਆਹ ਦੇਖੋ ਬੱਚਿਓ ਮੈਂ ਦੋ ਤਿਕੋਣਾਂ ਬਣਾ ਲਈਆਂ ਵੱਖਰਾ। ਆਹ ਵਾਲੀ ਟਰਾਇੰਗਲ ਨੂੰ ਇਸੇ ਤਰ੍ਹਾਂ ਉਲਟਾ ਕੇ ਉੱਪਰ ਰੱਖ ਦਿੱਤਾ, C ਉੱਪਰ ਤੇ AB ਥੱਲੇ। ਹੁਣ ਆਹ ਦੇਖੋ ਇਹਦੀ ਆਹ ਸਾਈਡ ਜਿਹੜੀ ਆ ਉਹ EF ਦੇ ਬਰਾਬਰ ਆ। ਹੁਣ ਸਾਨੂੰ ਪਤਾ ਕਿ ਜਿਹੜੀਆਂ ਤ੍ਰਿਭੁਜਾਂ ਸਰਬੰਗ ਸਮ ਹੁੰਦੀਆਂ ਨੇ ਉਹਨਾਂ ਦੇ ਸੰਗਤ ਭਾਗ ਯਾਨੀ ਕਿ ਜੇ ਕੋਣ B ਇੱਥੇ ਆ ਤੇ ਇਹ ਕਿਹਦੇ ਬਰਾਬਰ ਆ, ਆਹ ਵਾਲੇ ਕੋਣ ਦੇ, ਤੇ ਇਹ ਕੋਣ ਵੀ ਇੱਥੇ ਹੀ ਬਣੇਗਾ। ਇਹ ਇਹਦੇ ਸੰਗਤ ਕੋਣ ਹੋ ਗਿਆ ਇਹਦਾ। ਹੁਣ ਆਹ ਵਾਲੀ ਭੁਜਾ EF, ਇੱਥੇ F ਆਏਗਾ, ਇਹ ਕਿਹਦੇ ਬਰਾਬਰ ਆ, BC ਦੇ, ਇਹ ਵੀ ਆ ਗਈ। ਹੁਣ ਤੀਸਰਾ ਪੁਆਇੰਟ ਇਹਦਾ ਕਿਹੜਾ ਰਹਿ ਗਿਆ, D। ਹੁਣ ਦੇਖੋ ਜਿਹੜੀ ਸਾਡੀਆਂ ਆਪਸ਼ਨਸ ਨੇ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦਾਂ ਸਾਰੀਆਂ। ਆਹ ਦੇਖੋ ਇਹਦੇ 'ਚ ਸਾਰੀਆਂ ਆਪਸ਼ਨਸ ਦੇ ਵਿੱਚ ABC, ਟਰਾਇੰਗਲ ABC, ਟਰਾਇੰਗਲ ABC, ਟਰਾਇੰਗਲ ABC, ਬਾਕੀ ਨਾਮ ਬਦਲੇ ਹੋਏ ਨੇ। ਹੁਣ ਅਸੀਂ ਦੇਖਾਂਗੇ ਜਿੱਧਰੋਂ ਮੈਂ ਟਰਾਇੰਗਲ ABC ਪੜ੍ਹਾਂਗਾ ਉੱਧਰੋਂ ਹੀ ਦੂਸਰੀ ਟਰਾਇੰਗਲ ਦਾ ਨਾਮ। ਆਹ ਦੇਖੋ ਜੇ ਮੈਂ ਟਰਾਇੰਗਲ ਦਾ ਨਾਮ ਪੜ੍ਹਦਾ A B ਤੇ C, ਤੇ ਦੂਸਰੀ ਟਰਾਇੰਗਲ ਵੀ ਇਸੇ ਤਰ੍ਹਾਂ ਪੜ੍ਹਾਂਗਾ, ਉਹ ਬਣੇਗੀ D E ਤੇ F। ਯਾਨੀ ਕਿ ਜਿਹੜੀ ਟਰਾਇੰਗਲ ABC ਆ ਉਹ ਕਿਹਦੇ ਸਰਬੰਗ ਸਮ ਆ, ਟਰਾਇੰਗਲ
DEF ਦੇ। ਤੇ ਇਹ ਜਿਹੜੀ ਟਰਾਇੰਗਲ DEF ਤੇ ABC ਆਪਸ਼ਨ ਦੇਖੋ ਇਹ 'ਚ ਕਿਹੜੀ ਆਪਸ਼ਨ ਆ, ਆਪਸ਼ਨ ਨੰਬਰ 1 ਟਰਾਇੰਗਲ ABC ਕਾਂਗੂਰੈਂਟ ਟੂ ਟਰਾਇੰਗਲ DEF, ਇਹਦਾ ਆਨਸਰ ਆਏਗਾ ਆਪਸ਼ਨ ਨੰਬਰ 1। ਚਲੋ ਦੇਖਦੇ ਹਾਂ ਅੱਗੇ ਕੁਐਸਚਨ ਨੰਬਰ ਨੈਕਸਟ 22। ਦਿੱਤੇ ਹੋਏ ਚਿੱਤਰ ਵਿੱਚ DE ਪੈਰਲਲ ਟੂ BC ਹੈ ਤੇ AD 4 ਸੈਂਟੀਮੀਟਰ, AB 10 ਸੈਂਟੀਮੀਟਰ, DE 6 ਸੈਂਟੀਮੀਟਰ ਹੈ ਤਾਂ BC ਬਰਾਬਰ ਹੋਵੇਗਾ। ਯਾਨੀ ਕਿ ਆਹ ਸਾਨੂੰ ਡਾਇਗਰਾਮ ਦਿੱਤੀ ਆ। ਇਸ ਡਾਇਗਰਾਮ ਦੇ ਵਿੱਚ ਸਾਨੂੰ ਫਿਰ ਕਹਿੰਦੇ ਕਿ BC ਦੀ ਵੈਲਿਊ ਸੇਮ ਕੁਐਸਚਨ ਇਹਦੇ ਨਾਲ ਦਾ ਪਹਿਲਾਂ ਵੀ ਕੀਤਾ ਵਾ ਤੇ ਚਲੋ ਇਹਨੂੰ ਵੀ ਸੋਲਵ ਕਰਕੇ ਮੈਂ ਤੁਹਾਨੂੰ ਦੱਸਦਾ। ਆ ਦੇਖੋ ਬੱਚਿਓ 22ਵੇਂ ਕੁਐਸਚਨ ਦੀ ਮੈਂ ਡਾਇਗਰਾਮ ਬਣਾ ਲਈ ਆ। ਹੁਣ ਇਹ 'ਚ ਸਾਨੂੰ ਕੀ ਦਿੱਤਾ ਆ ਉਹ ਲਿਖ ਲਾਂਗੇ। DE ਪੈਰਲਲ ਟੂ BC, ਉਸ ਤੋਂ ਬਾਅਦ AD ਬਰਾਬਰ ਹੈ 4 ਸੈਂਟੀਮੀਟਰ, AB ਬਰਾਬਰ 10 ਸੈਂਟੀਮੀਟਰ ਤੇ DE ਕਿਹਦੇ ਬਰਾਬਰ ਦਿੱਤਾ ਹੋਇਆ ਵਾ 6 ਸੈਂਟੀਮੀਟਰ ਦੇ। ਇਹ ਸਾਨੂੰ ਦਿੱਤਾ ਸਾਰਾ ਕੁਝ। ਮੈਂ ਡਾਇਗਰਾਮ 'ਚ ਸਾਰੀਆਂ ਚੀਜ਼ਾਂ ਲਿਖ ਲਾਂਗਾ। ਆ ਦੇਖੋ AD 4 ਸੈਂਟੀਮੀਟਰ ਇੱਥੋਂ ਤੱਕ A ਤੋਂ D ਤੱਕ, ਉਸ ਤੋਂ ਬਾਅਦ AB ਉਹ ਪੂਰਾ 10 ਸੈਂਟੀਮੀਟਰ, ਯਾਨੀ ਕਿ ਆਹ ਵਾਲੀ ਜਿਹੜੀ ਭੁਜਾ ਵਾ ਇਹ ਪੂਰੀ ਇੱਥੋਂ ਤੱਕ ਕਿੰਨੀ ਆ 10 ਸੈਂਟੀਮੀਟਰ। ਉਸ ਤੋਂ ਬਾਅਦ DE ਇਹ ਵਾਲੀ ਭੁਜਾ DE ਇਹ ਕਿੰਨੀ ਦਿੱਤੀ ਹੋਈ ਆ 6 ਸੈਂਟੀਮੀਟਰ। ਬਿਲਕੁਲ ਉਸੇ ਤਰ੍ਹਾਂ ਹੀ ਦੋ ਟਰਾਇੰਗਲਸ ਲਵਾਂਗੇ, ਇੱਕ ADE ਤੇ ਇੱਕ ABC, ਦੋਨਾਂ ਨੂੰ ਕਾਂਗੂਰੈਂਟ ਸ਼ੋ ਕਰਾਂਗੇ ਤੇ ਉਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਪਿੱਛੇ ਇੱਕ ਕੁਐਸਚਨ ਕੀਤਾ ਸੀਗਾ ਉਹਦੇ ਵਰਗਾ ਹੀ ਹੈ। ਚਲੋ ਸ਼ੁਰੂ ਕਰਦੇ ਹਾਂ ਇਹਨੂੰ। ਇੱਥੇ ਕੀ ਲਿਖਾਂਗੇ ਪਹਿਲਾਂ DE ਪੈਰਲਲ ਟੂ BC, ਇਸ ਲਈ ਟਰਾਇੰਗਲ ADE ਅਤੇ ਟਰਾਇੰਗਲ ABC ਵਿੱਚ ਆ ਦੇਖੋ ਉਸੇ ਤਰ੍ਹਾਂ ਹੀ ਸੰਗਤ ਕੋਣ, ਆਹ ਕੋਣ ਇਹਦੇ ਬਰਾਬਰ, ਕੋਣ ADE ਬਰਾਬਰ ਕੋਣ ABC। ਇਹ ਕਿਹੜੇ ਕੋਣ ਨੇ, ਕੋਰਸਪੋਂਡਿੰਗ ਐਂਗਲਸ, ਯਾਨੀ ਕਿ ਸੰਗਤ ਕੋਣ। ਉਸ ਤੋਂ ਬਾਅਦ ਆਹ ਵਾਲਾ ਕੋਣ ਇਹ ਕਿਹਦੇ ਬਰਾਬਰ ਆ, ਆਹ ਵਾਲੇ ਕੋਣ ਦੇ। ਫਿਰ ਕੀ ਲਿਖਾਂਗੇ, ਕੋਣ AED ਇਹ ਕਿਹਦੇ ਬਰਾਬਰ ਆ, ਕੋਣ ACB, ਇਹ ਵੀ ਸੰਗਤ ਕੋਣ, ਕੋਰਸਪੋਂਡਿੰਗ ਐਂਗਲਸ। ਹੁਣ AA ਐਂਗਲ ਕ੍ਰਾਈਟੀਰੀਆ ਦੇ ਅਨੁਸਾਰ, AA ਸਮਰੂਪਤਾ ਅਨੁਸਾਰ ਦੋਨੋਂ ਟਰਾਇੰਗਲਸ ਕਿਹੜੀਆਂ ਹੋ ਗਈਆਂ, ਟਰਾਇੰਗਲ ADE ਸਿਮੀਲਰ ਟੂ ਟਰਾਇੰਗਲ ਯਾਨੀ ਕਿ ਸਮਰੂਪ ਟਰਾਇੰਗਲ ABC, ਇਹ ਦੋਨੋਂ ਸਿਮੀਲਰ ਹੋ ਗਈਆਂ। ਹੁਣ ਇਹਨਾਂ ਦੇ ਜਿਹੜੇ ਕੋਰਸਪੋਂਡਿੰਗ ਪਾਰਟਸ ਨੇ ਉਹ ਸਾਰੇ ਅਸੀਂ ਲਿਖ ਲੈਣੇ ਆ। ਹੁਣ ਉਹ ਕੀ ਆਏਗਾ, AD ਬਟਾ AB ਬਰਾਬਰ DE ਬਟਾ BC ਬਰਾਬਰ AE ਬਟਾ AC। ਹੁਣ ਦੇਖੋ ਜਿਹੜੇ ਸਾਡਾ ਸਵਾਲ ਆ ਉਹਦੇ 'ਚ ਸਾਨੂੰ ਕਿਹੜੀ ਕਿਹੜੀ ਚੀਜ਼ ਦਿੱਤੀ ਹੋਈ ਆ, ਅਸੀਂ ਉਹੋ ਹੀ ਸਾਈਡ ਲੈ ਲਾਂਗੇ। ਦੇਖੋ ਇੱਕ ਸਾਨੂੰ AD ਦੀ ਵੈਲਿਊ ਦਿੱਤੀ ਆ, ਇੱਕ AB ਦੀ ਤੇ ਇੱਕ DE ਦੀ ਤੇ BC ਕੱਢਣਾ। ਤੇ ਉਹਦੇ 'ਚ ਸਾਡੇ ਕੋਲ ਆ ਪਹਿਲੇ ਦੋ ਜਿਹੜੇ ਨੇ ਅਸੀਂ ਇਹਨਾਂ ਦੋਨਾਂ ਨੂੰ ਲੈ ਲਾਂਗੇ ਤੇ ਇਹ 'ਚ ਵੈਲਿਊ ਪੁੱਟ ਕਰ ਦਾਂਗੇ। ਹੁਣ ਦੇਖੋ ਇੱਥੇ AD ਦੀ ਵੈਲਿਊ ਦਿੱਤੀ ਹੈ 4 ਸੈਂਟੀਮੀਟਰ, AB ਦਿੱਤਾ ਹੋਇਆ 10, DE ਦਿੱਤਾ 6 ਤੇ BC ਅਸੀਂ ਫਾਈਂਡ ਕਰਨਾ। ਇਹਨਾਂ ਦੀ ਕ੍ਰਾਸ ਮਲਟੀਪਲਾਈ ਕਰਾਂਗੇ, 4 BC ਬਰਾਬਰ 60, 10 ਛੀਕੇ 60। ਹੁਣ BC ਬਰਾਬਰ 60 ਤੇ ਆਹ 4 ਆ ਕੇ ਇਹਨੂੰ ਭਾਗ ਕਰੇਗਾ। ਇਹਦੀ ਕਟਿੰਗ ਕੀਤੀ, 4 ਏਕਮ 4 ਤੇ 15 ਚੌਕੇ 60। BC ਕਿੰਨਾ ਆ ਗਿਆ 15, ਯਾਨੀ ਕਿ 15 ਸੈਂਟੀਮੀਟਰ ਜਿਹੜਾ ਇਹਦਾ ਆਨਸਰ ਆ ਗਿਆ। ਦੇਖਦੇ ਹਾਂ ਆਪਣੀ ਬੁਕਲੈਟ ਦੇ ਵਿੱਚ, ਆ ਦੇਖੋ ਇੱਥੇ 22ਵੇਂ ਕੁਐਸਚਨ ਦਾ 15 ਸੈਂਟੀਮੀਟਰ ਆਪਸ਼ਨ ਨੰਬਰ 4, ਇਹ ਸਾਡਾ 22ਵਾਂ ਕੁਐਸਚਨ ਸੀਗਾ। ਅੱਗੇ ਦੇਖਦੇ ਹਾਂ ਕੁਐਸਚਨ ਨੰਬਰ 23। ਆ ਦੇਖਿਓ ਬੱਚਿਓ 23ਵਾਂ ਕੁਐਸਚਨ ਕੀ ਆ, ਬਿੰਦੂ 4,-5 ਅਤੇ 4,15 ਦਾ ਮੱਧ ਬਿੰਦੂ ਹੈ। ਦਾ ਮਿਡ ਪੁਆਇੰਟ ਆਫ ਦਾ ਪੁਆਇੰਟ 4,-5 ਐਂਡ 4,15 ਇਜ਼। ਹੁਣ ਆਹ ਵਾਲਾ ਕੁਐਸਚਨ ਆ, ਮੈਂ ਇਹਦਾ ਸੋਲੂਸ਼ਨ ਤੁਹਾਨੂੰ ਕਾਪੀ 'ਤੇ ਦੱਸਦਾ। ਸਾਨੂੰ ਜਿਹੜੇ ਪੁਆਇੰਟ ਦਿੱਤੇ ਨੇ ਮੈਂ ਲਿਖ ਲਾਂਗਾ। ਪਹਿਲੇ ਪੁਆਇੰਟ ਨੂੰ ਮੈਂ A ਮੰਨ ਲੈਣਾ 4 ਤੇ -5, ਤੇ ਜਿਹੜਾ ਦੂਸਰਾ ਪੁਆਇੰਟ ਵਾ ਉਹਨੂੰ ਮੰਨ ਲੈਣਾ ਮੈਂ B 4 ਤੇ 15। ਹੁਣ ਆਹ ਪਹਿਲੀ ਵੈਲਿਊ ਇਹਦੀ x1, ਆਹ y1, ਆਹ x2 ਤੇ ਆਹ ਵਾਲੀ y2। ਹੁਣ ਮੈਂ ਜਦੋਂ ਮਿਡ ਪੁਆਇੰਟ ਦੇ ਦੇਖਣੇ ਆ ਵੀ ਉਹ ਕਿਹੜੇ ਬਿੰਦੂ ਹੋਣਗੇ PXY, ਇਹਦਾ ਫਾਰਮੂਲਾ ਕੀ ਹੁੰਦਾ ਜੇ x1 + x2/2 ਤੇ y1 + y2/2। ਇਹਦੇ 'ਚ ਮੈਂ ਵੈਲਿਊ ਪੁੱਟ ਕਰ ਦਾਂਗਾ ਤੇ x ਤੇ y ਦੇ ਸਾਡੇ ਕੋਲ ਨਿਰਦੇਸ਼ਾਂਕ ਆ ਜਾਣਗੇ।
ਆ ਦੇਖੋ x1 4 ਤੇ x2 ਵੀ 4, 4 ਜਮਾ 4 ਬਟਾ 2, y1 -5, y2 15, ਇਹ ਲਿਖ ਲਏ। ਹੁਣ ਇਹਨਾਂ ਨੂੰ ਸੋਲਵ ਕਰ ਲਿਆ, ਇੱਥੇ ਆ ਗਿਆ 8 ਬਟਾ 2 ਤੇ ਇੱਧਰ ਆ ਗਿਆ 10 ਬਟਾ 2। ਇਹਨਾਂ ਦੀ ਕਟਿੰਗ ਕੀਤੀ, 2 ਚੌਕੇ 8 ਤੇ 2 ਪੰਜੇ 10, ਤੇ ਸਾਡੇ ਕੋਲ ਜਿਹੜਾ ਬਿੰਦੂ ਕੀ ਆ ਗਿਆ 4,5। ਇਹ ਸਾਡੇ ਕੋਲ ਜਿਹੜਾ ਪੁਆਇੰਟ ਸਾਨੂੰ ਅਸੀਂ ਕੱਢਣਾ ਸੀਗਾ ਉਹ 23ਵੇਂ ਕੁਐਸਚਨ ਦਾ ਇਹ ਆਨਸਰ ਆ ਗਿਆ। ਅਸੀਂ ਦੇਖਦੇ ਹਾਂ ਬੁਕਲੇਟ ਦੇ ਉੱਪਰ, ਆ ਦੇਖੋ ਬੱਚਿਓ, ਇੱਥੇ ਸੈਕਿੰਡ ਆਪਸ਼ਨ 4 ਤੇ 5, ਇਹ 23ਵੇਂ ਕੁਐਸਚਨ ਦਾ ਆਨਸਰ ਹੈਗਾ ਆਪਸ਼ਨ ਨੰਬਰ 2। ਅੱਗੇ ਦੇਖੋ ਕੁਐਸਚਨ ਨੰਬਰ 24, ਕਹਿੰਦੇ 5 ਸੰਖਿਆਵਾਂ ਦਾ ਮੱਧਮਾਨ 30 ਹੈ। 5 ਸੰਖਿਆਵਾਂ ਵਿੱਚੋਂ ਇੱਕ ਸੰਖਿਆ ਹਟਾਉਣ 'ਤੇ ਮੱਧਮਾਨ 28 ਰਹਿ ਜਾਂਦਾ ਹੈ। ਹਟਾਈ ਗਈ ਸੰਖਿਆ ਕਿਹੜੀ ਹੋਵੇਗੀ? The mean of 5 numbers is 30. If one number is excluded, then mean becomes 28. The excluded number is, ਵੀ ਉਹ ਕਿਹੜੀ ਸੰਖਿਆ ਸੀ ਜਿਹੜੀ ਵਿੱਚੋਂ ਹਟਾ ਲਈ ਆ, ਅਤੇ ਉਹ ਅਸੀਂ ਫਾਈਂਡ ਕਰਾਂਗੇ ਵੀ ਕਿਹੜੀ ਸੰਖਿਆ ਸੀਗੀ। ਚਲੋ ਦੇਖਦੇ ਹਾਂ ਇਹਦਾ ਸੋਲੂਸ਼ਨ। ਦੇਖੋ ਬੱਚੋ, ਜਿਹੜਾ 24ਵਾਂ ਕੁਐਸਚਨ ਹੈ ਉਹਦੇ 'ਚ ਸਾਨੂੰ ਕੀ ਦਿੱਤਾ? 5 ਸੰਖਿਆਵਾਂ ਦਾ ਮੱਧਮਾਨ 30 ਹੈ। ਮੈਂ ਇੱਥੇ ਲਿਖ ਲੈਣਾ ਪਹਿਲਾਂ, 5 ਸੰਖਿਆਵਾਂ ਦਾ ਮੱਧਮਾਨ ਯਾਨੀ ਕਿ ਮੀਨ ਬਰਾਬਰ 30। ਹੁਣ 5 ਸੰਖਿਆਵਾਂ ਵਿੱਚੋਂ ਇੱਕ ਸੰਖਿਆ ਹਟਾਉਣ 'ਤੇ, ਇਹਦੇ ਵਿੱਚੋਂ ਇੱਕ ਸੰਖਿਆ ਹਟਾਉਣ 'ਤੇ ਮੱਧਮਾਨ ਉਹ ਕਿੰਨਾ ਰਹਿ ਜਾਂਦਾ ਵਾ? 28। ਹੁਣ ਦੇਖੋ ਸਾਡੇ ਕੋਲ 5 ਸੰਖਿਆਵਾਂ ਦਾ ਮੱਧਮਾਨ 30 ਦਿੱਤਾ, ਸਾਨੂੰ ਸੰਖਿਆ ਨਹੀਂ ਪਤਾ ਕਿਹੜੀਆਂ ਨੇ। ਮੈਂ ਸੰਖਿਆ ਲੈਟ ਕਰ ਲੈਣਾ 5। ਮੰਨ ਲਓ 5 ਸੰਖਿਆਵਾਂ ਲੈ ਲੈਂਦੇ ਅਸੀਂ ਅਲਫਾਬੈਟ A B C D E ਹਨ। ਹੁਣ ਇਹਨਾਂ ਦਾ ਮੱਧਮਾਨ 30 ਹੈ, ਅਤੇ ਮੱਧਮਾਨ ਅਸੀਂ ਕਿਸ ਤਰ੍ਹਾਂ ਕੱਢਦੇ ਹਾਂ? ਸਾਰੀਆਂ ਸੰਖਿਆਵਾਂ ਦਾ ਜੋੜ ਅਤੇ ਜਿੰਨੀ ਇਹਨਾਂ ਦੀ ਗਿਣਤੀ ਆ ਉਹਦੇ ਨਾਲ ਡਿਵਾਈਡ, ਯਾਨੀ ਕਿ ਅਸੀਂ ਕੀ ਲਿਖਦੇ ਹਾਂ? A + B + C + D + E ਬਟਾ ਕਿੰਨੀਆਂ ਸੰਖਿਆਵਾਂ? 5 ਬਟਾ 5। ਇਹਦਾ ਆਨਸਰ ਕਿੰਨਾ ਹੁੰਦਾ ਵਾ? 30। ਹੁਣ ਅਗਲੀ ਗੱਲ ਕੀ ਕਹਿੰਦੇ ਵੀ ਇੱਕ ਸੰਖਿਆ ਹਟਾਉਣ 'ਤੇ, ਇੱਕ ਸੰਖਿਆ ਜਿਹੜੀ ਮਰਜ਼ੀ ਹਟਾ ਦਿਓ, ਚਾਹੇ A ਹਟਾ ਦਿਓ ਜਾਂ E ਹਟਾ ਦਿਓ, ਇਹ ਤੁਹਾਡੀ ਆਪਣੀ ਚੋਇਸ ਆ। ਮੰਨ ਲਓ ਮੈਂ ਪਹਿਲੀ ਸੰਖਿਆ ਹਟਾ ਦਿੰਦਾ A, ਹੁਣ ਬਾਕੀ ਸੰਖਿਆਵਾਂ ਕਿਹੜੀਆਂ ਕਿਹੜੀਆਂ ਰਹਿ ਗਈਆਂ? B + C + D + E, ਇਹ ਕਿੰਨੀਆਂ ਸੰਖਿਆਵਾਂ? 4 ਬਟਾ 4, ਅਤੇ ਇਹਦਾ ਆਨਸਰ ਕਿੰਨਾ ਆਉਂਦਾ ਵਾ? 28। ਹੁਣ ਮੈਂ ਇਹਨੂੰ ਸੋਲਵ ਕਰ ਦਿੰਦਾ, ਇਹਨੂੰ ਇਹਦੇ ਨਾਲ ਕ੍ਰੋਸ ਮਲਟੀਪਲਾਈ, B + C + D + E ਬਰਾਬਰ ਆ ਜਦੋਂ 28 ਨੂੰ 4 ਨਾਲ ਗੁਣਾ ਕੀਤਾ ਤਾਂ ਕਿੰਨਾ ਆਇਆ? 4 8 32, 4 ਦੂਣੀ 8 ਅਤੇ 3 11, 112। ਹੁਣ ਆਹ ਜਿਹੜੀ ਵੈਲਿਊ ਆਈ ਆ B + D + E ਦੀ ਵੈਲਿਊ 112 ਵਾ, ਮੈਂ ਇਹਦੇ 'ਚ ਪੁੱਟ ਕਰ ਦਿੰਦਾ ਪਹਿਲੇ ਨੰਬਰ 'ਚ। ਮੰਨ ਲਓ ਮੈਂ ਇਹਨੂੰ ਨੰਬਰ 1 ਲਿਖ ਦਿੰਦਾ, ਆਹ ਵੈਲਿਊ ਮੈਂ 1 ਨੰਬਰ 'ਚ ਪੁੱਟ ਕਰ ਦਿੱਤੀ, ਅਤੇ ਕਿੰਨਾ ਆ ਗਿਆ? ਹੁਣ ਆਹ ਦੇਖੋ A ਪਲੱਸ ਬਾਕੀ ਆ ਸਾਰਿਆਂ ਦੀ ਵੈਲਿਊ B + C + D + E ਦੀ ਕਿੰਨੀ ਆ ਗਈ ਆ? 112। ਮੈਂ ਇੱਥੇ ਲਿਖਤਾ 112 ਬਟਾ 5 ਬਰਾਬਰ 30। ਹੁਣ ਆਹ 5 ਦੀ ਇਹਦੇ ਨਾਲ ਕ੍ਰੋਸ ਮਲਟੀਪਲਾਈ ਕਰ ਦਿੰਦੇ ਹਾਂ, ਕਿੰਨਾ ਆ ਜਾਏਗਾ? A ਜਮਾ 112 ਬਰਾਬਰ 30 ਪੰਜਾਂ ਕਿੰਨੇ ਹੋ ਗਏ? 5 × 15 150। A ਦੀ ਵੈਲਿਊ 150, ਆ ਮਾਈਨਸ ਇੱਧਰ ਹੋ ਜਾਣਾ 112, ਇਹ ਕਿਹਦੇ ਬਰਾਬਰ ਆ ਗਿਆ? 150 ਚੋਂ 12, 112 ਗਏ ਤੇ 38, ਯਾਨੀ ਕਿ A ਦੀ ਵੈਲਿਊ ਕਿੰਨੀ ਆ ਗਈ? A ਬਰਾਬਰ 38। ਇਹ ਸਾਡਾ ਆਨਸਰ ਆ ਗਿਆ ਜੀ A ਦੀ ਵੈਲਿਊ 24ਵੇਂ ਕੁਐਸਚਨ ਦਾ। ਹੁਣ ਤੁਹਾਡੀ ਬੁੱਕਲੈਟ 'ਚ ਦੇਖ ਲੈਂਦੇ ਹਾਂ, ਆ ਦੇਖੋ 24ਵਾਂ ਕੁਐਸਚਨ, ਉਹਦੇ ਵਿੱਚ ਆ ਚੌਥੀ ਆਪਸ਼ਨ 38, ਇਹ ਆਨਸਰ ਜੇ ਤੁਹਾਡੇ 24ਵੇਂ ਕੁਐਸਚਨ ਦਾ ਆਪਸ਼ਨ ਨੰਬਰ 4 38। ਅੱਗੇ ਦੇਖੋ ਕੁਐਸਚਨ ਨੰਬਰ 25, ਕਹਿੰਦੇ ਇੱਕ ਪਾਸੇ ਨੂੰ 2 ਵਾਰ ਸੁੱਟਣ 'ਤੇ ਦੋਨੋਂ ਵਾਰ ਇੱਕ ਹੀ ਅੰਕ ਉੱਪਰ ਆਉਣ ਦੀ ਕੀ ਸੰਭਾਵਨਾ ਹੋਵੇਗੀ? ਇੱਕ ਡਾਈਸ ਵਾ, ਉਹਨੂੰ 2 ਵਾਰੀ ਸੁੱਟਣਾ ਵਾ, ਅਤੇ ਪ੍ਰੋਬੇਬਿਲਿਟੀ ਕਿਹਦੀ ਫਾਈਂਡ ਕਰਨੀ ਹੈ? ਗੈਟਿੰਗ ਸੇਮ ਨੰਬਰ ਔਨ ਬੋਥ ਸਾਈਡਸ, ਵੀ ਹਰ ਵਾਰੀ ਉਹੋ ਹੀ ਨੰਬਰ ਆਉਂਦਾ ਦੋਵੇਂ ਪਾਸੇ। ਚਲੋ ਮੈਂ ਇਹ ਤੁਹਾਨੂੰ ਲਿਖ ਕੇ ਦੱਸਦਾ ਵਾਂ। ਹੁਣ ਦੇਖੋ ਬੱਚਿਓ, ਸਭ ਤੋਂ ਪਹਿਲਾਂ ਕੀ ਕਹਿੰਦੇ ਵੀ ਇੱਕ ਪਾਸੇ ਨੂੰ 2 ਵਾਰੀ ਸੁੱਟਣ 'ਤੇ ਪਰਿਣਾਮ ਜਿਹੜੇ ਆਉਂਦੇ ਨੇ ਉਹ ਕਿੰਨੇ ਹੋਣਗੇ? ਇੱਕ ਪਾਸੇ ਨੂੰ ਯਾਨੀ ਕਿ ਡਾਈਸ ਨੂੰ 2 ਵਾਰ
ਸੁੱਟਣ 'ਤੇ ਕੁੱਲ परिणाम। ਦੇਖੋ ਬੱਚੋ, ਜਦੋਂ ਡਾਈਸ ਨੂੰ ਅਸੀਂ ਇੱਕੋ ਡਾਈਸ ਹੋਵੇ ਤਾਂ ਉਹਨੂੰ ਸੁੱਟਦੇ ਹਾਂ ਤਾਂ ਉੱਤੇ ਸਿਰਫ 1 ਤੋਂ ਲੈ ਕੇ 6 ਤੱਕ ਨੰਬਰ ਹੁੰਦੇ ਆ। ਤੁਸੀਂ ਸਾਰਿਆਂ ਨੇ ਲੂਡੋ ਵਾਲੀ ਡਾਈਸ ਦੇਖੀ ਆ, ਉਹਦੇ परिणाम ਕਿੰਨੇ ਹੁੰਦੇ 6। ਲੇਕਿਨ ਉਹਨੂੰ 2 ਵਾਰੀ ਸੁੱਟਣਾ ਅਤੇ परिणाम ਜਿਹੜੇ ਨੇ ਵੱਧ ਜਾਣੇ ਨੇ, ਅਤੇ ਇਹਦੇ 'ਚ परिणाम ਕੀ ਕਰੀਦੇ ਆ, ਓਨਿਆਂ ਨਾਲ ਹੀ ਮਲਟੀਪਲਾਈ ਕਰ ਦਈਦਾ। ਅਤੇ ਕੁੱਲ परिणाम ਜਿਹੜੇ ਕਿੰਨੇ ਹੋ ਗਏ 6 ਛਿਕੇ 36। ਇਹ ਸਾਡੇ ਕੋਲ ਕੁੱਲ परिणाਮਾਂ ਦੀ ਸੰਖਿਆ ਹੋ ਗਈ। ਹੁਣ ਕਹਿੰਦੇ ਵੀ ਇੱਕੋ ਹੀ ਅੰਕ ਉੱਪਰ ਆਵੇ ਹਰ ਵਾਰੀ, ਵੀ ਦੋਨਾਂ ਡਾਈਸ 'ਤੇ ਮੰਨ ਲਓ ਜਿਸ ਤਰ੍ਹਾਂ ਪਹਿਲਾਂ ਵਾਰੀ ਸੁੱਟਿਆ, ਜੇ ਉੱਪਰ 1 ਆਇਆ ਵਾ ਤਾਂ ਦੂਸਰੀ ਵਾਰੀ ਵੀ 1 ਆਇਆ ਵਾ, ਇਸ ਤਰ੍ਹਾਂ ਦੇ ਚਾਂਸ ਕਿੰਨੀ ਵਾਰੀ ਬਣੇ। ਉਹ ਤੁਹਾਨੂੰ ਪਤਾ ਹੀ ਆ ਨੰਬਰ ਕਿਹੜੇ ਕਿਹੜੇ ਬਰਾਬਰ ਹੋ ਸਕਦੇ ਆ, 1 1 2 2 3 3 4 4 5 5 ਅਤੇ 6 6। ਹੁਣ ਉਹਨਾਂ ਨੂੰ ਕਿਸ ਤਰ੍ਹਾਂ ਲਿਖਣਾ ਵਾ, ਆ ਦੇਖੋ, ਇੱਕ ਹੀ ਅੰਕ ਉੱਪਰ ਆਉਣ ਦੇ ਅਨੁਕੂਲ परिणाम ਜਿਹੜੇ ਨੇ ਉਹ ਕਿਹੜੇ ਨੇ। ਮੈਂ ਇੱਥੇ ਲਿਖ ਦੇਣਾ ਥੱਲੇ ਸਾਰੇ परिणाम। ਦੇਖੋ 1 1 ਆਏਗਾ ਉੱਪਰ, ਇੱਕ ਕਿਹੜਾ ਆਏਗਾ 2 2 3 3, ਕਿਉਂਕਿ ਜਿਹੜੀ ਡਾਈਸ ਆ ਉਹਦੇ 'ਤੇ ਤੁਹਾਨੂੰ ਪਤਾ ਇਹੀ ਅੰਕ ਛਪੇ ਹੁੰਦੇ ਨੇ, 4 4 5 5 ਅਤੇ ਲਾਸਟ ਵਾਲਾ ਕਿਹੜਾ ਹੋਏਗਾ 6 6। ਹੁਣ ਇਹ परिणाम ਕਿੰਨੇ ਹੋ ਗਏ, 1 2 3 4 5 ਅਤੇ 6। ਯਾਨੀ ਕਿ ਜਿਹੜੀ ਅਨੁਕੂਲ परिणाਮਾਂ ਦੀ ਫਿਰ ਸੰਖਿਆ ਜਿਹੜੀ ਉਹ ਕਿੰਨੀ ਹੋ ਗਈ, ਅਨੁਕੂਲ परिणाਮਾਂ ਦੀ ਸੰਖਿਆ। ਬੱਚੇ ਇਹ ਗੱਲ ਦਾ ਧਿਆਨ ਰੱਖਿਓ, ਜਦੋਂ ਤੁਸੀਂ ਟੈਸਟ ਦੇਣਾ ਨਾ, ਇਹ ਸਿਰਫ ਤੁਹਾਨੂੰ ਸਿਖਾਉਣ ਵਾਸਤੇ ਆ। ਜਦੋਂ ਤੁਸੀਂ ਟੈਸਟ ਦੇ ਵਿੱਚ ਕੁਐਸਚਨ ਕਰਨੇ, ਤੁਹਾਨੂੰ ਇਸ ਤਰ੍ਹਾਂ ਲਿਖ ਕੇ ਕਰਨ ਦੀ ਜ਼ਰੂਰਤ ਨਹੀਂ ਹੈਗੀ। ਇਹ ਸਿਰਫ ਤੁਸੀਂ ਤਰੀਕਾ ਸਿੱਖੋ, ਪ੍ਰੈਕਟਿਸ ਕਰੋ। ਜਦੋਂ ਤੁਹਾਡੇ ਸਾਹਮਣੇ ਕੁਐਸਚਨ ਆਏ, ਤੁਸੀਂ ਸਿੱਧਾ ਦੇਖਣਾ ਵਾ, ਆਹ ਤੁਹਾਡੇ ਮਾਈਂਡ 'ਚ ਹੋਣਾ ਚਾਹੀਦਾ ਵੀ ਇਹ 6 ਨੇ, ਕੁੱਲ 36 ਨੇ, 6/36, ਕਟਿੰਗ ਕਰੋ ਅਤੇ ਆਨਸਰ ਆ ਜਾਏਗਾ। ਤੁਸੀਂ ਉਦੋਂ ਇਸ ਤਰ੍ਹਾਂ ਹੀ ਕਰਨਾ ਵਾ। ਔਰ ਤੁਹਾਨੂੰ ਇਹ ਵੀ ਪਤਾ ਵੀ 6/36 ਹੋਇਆ ਅਤੇ 6 × 6 6 6 36, 1/6 ਆਨਸਰ। ਇਹ ਤੁਸੀਂ ਕੁਇੱਕ ਰਿਸਪੌਂਸ ਦੇਣਾ ਵਾ ਇਸ ਤਰੀਕੇ ਨਾਲ। ਇਹ ਸਿਰਫ ਤੁਹਾਨੂੰ ਸਿਖਾਉਣ ਵਾਸਤੇ ਮੈਂ ਸਾਰੀਆਂ ਲਾਈਨਾਂ ਲਿਖਦਾ ਪਿਆ ਕਿ ਤੁਸੀਂ ਪ੍ਰੈਕਟਿਸ ਚੰਗੀ ਤਰੀਕੇ ਨਾਲ ਕਰ ਲਓ। ਇਸ ਤਰ੍ਹਾਂ ਦਾ ਕੋਈ ਕੁਐਸਚਨ ਆਏ ਤਾਂ ਤੁਸੀਂ ਆਰਾਮ ਨਾਲ ਸੋਲਵ ਕਰ ਸਕਦੇ ਹੋ। ਹੁਣ ਪ੍ਰੋਬੇਬਿਲਿਟੀ ਆਫ ਇਵੈਂਟ, ਯਾਨੀ ਕਿ ਜਿਹੜਾ ਆ ਉੱਪਰ ਜਿਹੜੇ ਅਨੁਕੂਲ परिणाम ਜਿਹੜੇ ਬਣੇ ਨੇ, ਵੀ ਇੱਕ ਹੀ ਅੰਕ ਜਿਹੜਾ ਵਾ ਉੱਪਰ ਆਵੇ, ਉਹਦੀ ਸੰਭਾਵਨਾ ਕੀ ਬਣੇਗੀ। ਤੁਹਾਨੂੰ ਪਤਾ ਹੀ ਆ ਫਾਰਮੂਲਾ, ਅਨੁਕੂਲ परिणाਮਾਂ ਦੀ ਸੰਖਿਆ ਬਟਾ ਕੁੱਲ परिणाਮਾਂ ਦੀ ਸੰਖਿਆ। ਮੈਂ ਉਹ ਨਹੀਂ ਲਿਖਦਾ, ਮੈਂ ਸਿੱਧਾ ਲਿਖ ਦਿੰਦਾ ਵਾਂ ਫਾਰਮੂਲਾ। ਮੈਂ ਤੁਹਾਨੂੰ ਬੋਲ ਕੇ ਦੱਸ ਦਿੱਤਾ, 6 × 6 ਅਤੇ 6 6 36, 1/6 ਆਨਸਰ। ਹੁਣ ਆਹ ਦੇਖੋ ਇਹ ਆਨਸਰ ਆ ਗਿਆ। ਹੁਣ ਇਹਦੇ 'ਚ ਦੇਖਦੇ ਹਾਂ ਅਸੀਂ ਬੁੱਕਲੈਟ ਦੇ ਵਿੱਚ, ਆਹ ਦੇਖੋ 25ਵਾਂ ਕੁਐਸਚਨ 1/6, ਜਿਹੜਾ ਕੁਐਸਚਨ ਦਾ ਆਨਸਰ ਜਿਹੜਾ ਵਾ ਨੰਬਰ 2, ਆਪਸ਼ਨ ਨੰਬਰ 2 ਦੇ ਵਿੱਚ ਇਹ ਵਾਲਾ ਆਨਸਰ ਦਿੱਤਾ ਹੋਇਆ ਵਾ। ਆਹ ਦੇਖੋ ਤੁਸੀਂ ਆਪਸ਼ਨ ਨੰਬਰ 2, 1/6। ਅੱਗੇ ਦੇਖਦੇ ਹਾਂ ਨੈਕਸਟ ਕੁਐਸਚਨ, ਜਿਹੜਾ ਕੁਐਸਚਨ ਨੰਬਰ 26 ਆ। ਕਹਿੰਦੇ ਇੱਕ ਸਿੱਕੇ ਨੂੰ 50 ਵਾਰ ਸੁੱਟਣ 'ਤੇ 28 ਵਾਰ ਪੱਟ ਆਉਂਦਾ ਹੈ। ਪੱਟ ਯਾਨੀ ਕਿ ਟੇਲ। ਸਿੱਕੇ ਨੂੰ ਇੱਕ ਵਾਰ ਸੁੱਟਣ 'ਤੇ ਚਿੱਤ ਯਾਨੀ ਕਿ ਹੈੱਡ ਆਉਣ ਦੀ ਕੀ ਸੰਭਾਵਨਾ ਹੈ, ਵੀ ਉੱਥੇ ਸਾਨੂੰ ਹੈੱਡ ਆਵੇ। ਅਸੀਂ ਉਹ ਹੁਣ ਕੁਐਸਚਨ ਨੂੰ ਕਿਸ ਤਰ੍ਹਾਂ ਕਰਾਂਗੇ, ਦੇਖਦੇ ਹਾਂ। ਆਹ ਦੇਖੋ ਸਿੱਕਾ ਕਿੰਨੀ ਵਾਰੀ ਉਛਾਲਿਆ, 50 ਵਾਰੀ। ਇੱਥੇ ਲਿਖ ਲੈਂਦੇ ਹਾਂ, ਸਿੱਕੇ ਨੂੰ ਉਛਾਲਣ ਦੀ ਕੁੱਲ ਸੰਖਿਆ ਉਹ ਕਿੰਨੀ ਆ, 50। ਇਹ 'ਚੋਂ ਪੱਟ ਯਾਨੀ ਕਿ ਟੇਲ ਕਿੰਨੀ ਵਾਰੀ ਆਇਆ, ਯਾਨੀ ਕਿ ਟੇਲ ਆਉਣ ਦੀ ਸੰਖਿਆ ਉਹ ਹੈਗਾ ਜੇ 28 ਵਾਰੀ। ਹੁਣ ਇਸੇ ਤਰ੍ਹਾਂ ਇਹ 28 ਵਾਰੀ ਆਇਆ, ਅਤੇ ਜਿਹੜਾ ਸਾਡੇ ਕੋਲ ਚਿੱਤ ਵਾ ਯਾਨੀ ਕਿ ਹੈੱਡ ਆਉਣ ਦੀ ਸੰਖਿਆ ਫਿਰ ਕਿੰਨੀ ਹੋਈ, ਉਹ ਦੋਵਾਂ ਨੂੰ ਘਟਾ ਦਾਂਗੇ। ਕੁੱਲ 50 ਸੀਗੇ, 28 ਵਾਰੀ ਪੱਟ ਆਇਆ, ਅਤੇ ਘਟਾ ਕੇ ਸਾਡੇ ਕੋਲ ਕਿੰਨਾ ਆ ਗਿਆ 22। ਯਾਨੀ ਕਿ ਜਿਹੜੇ ਹੈੱਡ ਆਉਣ ਦੀ ਸੰਖਿਆ ਜਿਹੜੀ ਸਾਡੇ ਕੋਲ ਉਹ ਕਿੰਨੀ ਹੋਏਗੀ 22 ਵਾਰ। ਅਤੇ ਜਿਹੜੀ ਪ੍ਰੋਬੇਬਿਲਿਟੀ ਆਫ ਹੈੱਡ ਉਹ ਕਿੰਨੀ ਬਣੇਗੀ, ਫਾਰਮੂਲਾ ਉਹੀ, ਅਨੁਕੂਲ परिणाਮਾਂ ਦੀ ਸੰਖਿਆ ਬਟਾ ਕੁੱਲ परिणाਮਾਂ ਦੀ ਸੰਖਿਆ। ਅਤੇ ਇਹ ਕਿੰਨਾ ਆ ਗਿਆ 22/50। 2 ਦੇ ਪਹਾੜੇ ਨਾਲ 11 ਗੁਣਾ 22 ਅਤੇ 25 ਦੂਣ 50। ਪ੍ਰੋਬੇਬਿਲਿਟੀ ਕਿੰਨੀ ਆ ਗਈ ਇਹਦੀ 11/25। ਇਹ ਸਾਡੇ ਕੋਲ ਆਨਸਰ ਆ ਗਿਆ। ਅਤੇ ਅਸੀਂ ਆਪਣੀ ਬੁੱਕਲੈਟ ਦੇ ਉੱਪਰ ਦੇਖਦੇ ਹਾਂ, ਆਹ ਦੇਖੋ ਦੂਸਰਾ ਆਪਸ਼ਨ 11/25। ਇਹ ਸਾਡੇ 26ਵੇਂ ਕੁਐਸਚਨ ਦਾ ਆਨਸਰ ਸੀਗਾ, ਦੂਸਰੀ ਆਪਸ਼ਨ 11/25।
27ਵਾਂ ਕੁਐਸਚਨ ਦੇਖੋ ਬੱਚਿਓ, ਕਿਸੇ ਸ਼ੰਕੂ ਦੀ ਉਚਾਈ ਦੁੱਗਣੀ ਕਰਨ ਤੇ ਇਸ ਦੇ ਆਇਤਨ ਵਿੱਚ ਕਿੰਨੇ ਪ੍ਰਤੀਸ਼ਤ ਵਾਧਾ ਹੋਵੇਗਾ। ਮੰਨ ਲਓ ਕੋਈ ਸ਼ੰਕੂ ਦਿੱਤਾ ਆ, ਕੋਈ ਕੋਣ ਵਾ ਬਣੀ ਹੋਈ ਆ, ਉਹਦੀ ਜਿਹੜੀ ਹਾਈਟ ਵਾ, ਉਚਾਈ ਆ, ਉਹ ਡਬਲ ਕਰਤੀ ਤੇ ਕਹਿੰਦੇ ਵੀ ਉਹਦਾ ਜਿਹੜਾ ਆਇਤਨ ਵਾ ਯਾਨੀ ਕਿ ਵੋਲਿਊਮ ਆ, ਉਹ ਕਿੰਨੇ ਪ੍ਰਤੀਸ਼ਤ ਉਹਦੇ 'ਚ ਵਾਧਾ ਹੋਏਗਾ। ਚਲੋ ਮੈਂ ਤੁਹਾਨੂੰ ਇਹਦਾ ਸਵਾਲ ਕਰਕੇ ਦਿਖਾਉਣਾ। ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜਾ ਸ਼ੰਕੂ ਆ ਉਹਦਾ ਅਰਧ ਵਿਆਸ ਲਵਾਂਗੇ। ਮੰਨ ਲਓ ਸ਼ੰਕੂ ਦਾ ਅਰਧ ਵਿਆਸ ਉਹ ਕਿਹਦੇ ਬਰਾਬਰ ਆਰ ਲੈ ਲਿਆ, ਤੇ ਸ਼ੰਕੂ ਦੀ ਜਿਹੜੀ ਉਚਾਈ ਆ ਉਹ ਲੈ ਲਈ ਐਚ, ਤੇ ਇਹਦਾ ਜਿਹੜਾ ਵੋਲਿਊਮ ਆ ਯਾਨੀ ਕਿ ਆਇਤਨ ਉਹ ਕਿੰਨਾ ਹੋਏਗਾ। ਆ ਦੇਖੋ ਜਿਹੜਾ ਸ਼ੰਕੂ ਦਾ ਆਇਤਨ ਹੁੰਦਾ ਉਹ ਹੁੰਦਾ 1/3 ਪਾਈ ਆਰ ਸਕੇਅਰ ਐਚ। ਹੁਣ ਕੰਡੀਸ਼ਨ ਕੀ ਕਹਿੰਦੇ ਆ ਵੀ ਉਚਾਈ ਅਸੀਂ ਦੁੱਗਣੀ ਕਰ ਦਿੱਤੀ। ਉਚਾਈ ਦੁੱਗਣੀ ਹੋਣ ਤੇ ਕਿੰਨੀ ਹੋ ਜਾਏਗੀ। ਪਹਿਲਾਂ ਉਚਾਈ ਕਿੰਨੀ ਸੀ ਐਚ, ਹੁਣ ਇਹ ਦੁੱਗਣੀ ਕਰ ਦਿੱਤੀ ਯਾਨੀ ਕਿ ਡਬਲ ਹੋ ਗਈ। ਇਹ ਕਿੰਨੀ ਬਣ ਗਈ 2h। ਇਹ ਉਚਾਈ ਆ ਗਈ। ਹੁਣ ਇਹਦਾ ਆਇਤਨ ਜਿਹੜਾ ਉਹ ਕਿੰਨਾ ਬਣੇਗਾ। ਆ ਦੇਖੋ 1/3 ਪਾਈ ਆਰ ਸਕੇਅਰ, ਜਿੱਥੇ ਹਾਈਟ ਪਹਿਲਾਂ h ਸੀਗੀ ਉਹ ਡਬਲ ਹੋ ਗਈ, ਤਾਂ ਉੱਥੇ ਹੁਣ ਕੀ ਆ ਜਾਏਗਾ ਨਾਲ 2h। ਹੁਣ ਆ ਵੋਲਿਊਮ ਦੇ ਵਿੱਚ ਜਿਹੜਾ ਪ੍ਰਤੀਸ਼ਤ ਵਾਧਾ ਵਾ ਉਹ ਅਸੀਂ ਕਿਸ ਤਰ੍ਹਾਂ ਕੱਢਾਂਗੇ। ਇੱਥੇ ਲਿਖ ਲਾਂਗੇ ਪਹਿਲਾਂ ਕਿ ਪ੍ਰਤੀਸ਼ਤ ਵਾਧਾ ਇਹ ਕਿਹਦੇ ਬਰਾਬਰ ਆ, ਜਿਹੜਾ ਨਵਾਂ ਆਇਤਨ ਆਇਆ ਮਾਈਨਸ ਪੁਰਾਣਾ ਆਇਤਨ ਬਟਾ ਫਿਰ ਪੁਰਾਣਾ ਆਇਤਨ ਤੇ ਗੁਣਾ 100। ਹੁਣ ਇਹਦੇ ਚੋਂ ਕੀ ਕਾਮਨ ਨਿਕਲਦਾ, 1/3 ਪਾਈ ਆਰ ਸਕੇਅਰ, ਇੱਧਰ ਵੀ ਹੈਗਾ ਤੇ ਇੱਧਰ ਵੀ ਹੈਗਾ, ਇਹ ਕਾਮਨ ਕੱਢ ਲੈਂਦੇ ਆ। 1/3 ਪਾਈ ਆਰ ਸਕੇਅਰ ਕਾਮਨ ਕੱਢ ਲਿਆ, ਕੀ ਬਚਿਆ 2h ਤੇ -h, ਤੇ ਇੱਧਰ ਕੀ ਆ ਗਿਆ 1/3 ਪਾਈ ਆਰ ਸਕੇਅਰ ਤੇ ਨਾਲ h। ਹੁਣ ਦੇਖੋ 2h ਵਿੱਚੋਂ 1h ਮਾਈਨਸ ਕੀਤਾ ਤੇ ਕੀ ਆ ਗਿਆ h, ਆ ਨਾਲ ਗੁਣਾ 100। ਹੁਣ ਇੱਥੇ ਆ ਜਾਏਗਾ 1/3 ਪਾਈ ਆਰ ਸਕੇਅਰ h, 2h ਵਿੱਚੋਂ 1h ਗਿਆ ਤੇ h ਆ ਗਿਆ, ਤੇ ਥੱਲੇ ਵੀ 1/3 ਪਾਈ ਆਰ ਸਕੇਅਰ h ਤੇ ਗੁਣਾ 100। ਹੁਣ ਆ ਦੇਖੋ ਇਹ ਦੋਨੋਂ ਟਰਮਾਂ ਬਰਾਬਰ ਨੇ, ਇਹ ਪੂਰੀਆਂ ਕੱਟੀਆਂ ਗਈਆਂ ਤੇ ਕਿੰਨਾ ਆ ਗਿਆ 100%। ਯਾਨੀ ਕਿ ਜਿਹੜਾ ਪ੍ਰਤੀਸ਼ਤ ਵਾਧਾ ਵਾ ਉਹ ਕਿੰਨਾ ਹੋਇਆ 100%। ਇਹੀ ਇਹਦਾ ਆਨਸਰ ਜੇ। ਇੱਥੇ ਅਸੀਂ ਦੇਖਦੇ ਹਾਂ ਕਿ 27ਵੇਂ ਕੁਐਸਚਨ ਦਾ ਜਿਹੜਾ ਆਪਸ਼ਨ ਨੰਬਰ 91 'ਚ ਆ ਦੇਖੋ ਪਹਿਲੀ ਆਪਸ਼ਨ, 27ਵੇਂ ਕੁਐਸਚਨ ਦੀ ਪਹਿਲੀ ਆਪਸ਼ਨ 100% ਵਾਧਾ ਹੋ ਗਿਆ ਆ ਆਇਤਨ ਵਿੱਚ। ਇਹੀ ਇਹਦਾ ਆਨਸਰ ਜੇ ਪਹਿਲਾ 100%। ਅੱਗੇ ਦੇਖੋ ਕੁਐਸਚਨ ਨੰਬਰ 28, ਜੇਕਰ ਗੋਲੇ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ 144 ਪਾਈ ਵਰਗ ਮੀਟਰ ਹੈ ਤਾਂ ਇਸ ਦਾ ਆਇਤਨ ਕਿੰਨਾ ਹੋਵੇਗਾ। ਇਫ ਸਰਫੇਸ ਏਰੀਆ ਆਫ ਅ ਸਫੀਅਰ ਇਜ਼ 144 ਪਾਈ ਮੀਟਰ ਸਕੇਅਰ ਦੈਨ ਇਟਸ ਵੋਲਿਊਮ ਇਜ਼। ਇਹ ਵੀ ਤੁਹਾਨੂੰ ਮੈਂ ਸੋਲਵ ਕਰਕੇ ਦੱਸਦਾ। ਸਭ ਤੋਂ ਪਹਿਲਾਂ ਅਸੀਂ ਲਿਖ ਲਾਂਗੇ ਸਾਨੂੰ ਕੀ ਦਿੱਤਾ ਵਾ, ਜਿਹੜਾ ਗੋਲੇ ਦੀ ਸਤ੍ਹਾ ਦਾ ਖੇਤਰਫਲ ਇਹ ਸਾਨੂੰ ਕਿੰਨਾ ਦਿੱਤਾ ਆ 144 ਪਾਈ ਨਾਲ ਮੀਟਰ ਸਕੇਅਰ। ਇਹ ਸਾਨੂੰ ਗੋਲੇ ਦੀ ਸਤ੍ਹਾ ਦਾ ਖੇਤਰਫਲ ਦਿੱਤਾ, ਤੇ ਜਿਹੜਾ ਇਹਦਾ ਫਾਰਮੂਲਾ ਹੁੰਦਾ ਗੋਲੇ ਦੀ ਸਤ੍ਹਾ ਦਾ ਖੇਤਰਫਲ ਦਾ ਹੁੰਦਾ 4 ਪਾਈ ਆਰ ਸਕੇਅਰ। ਇਹ ਕਿਹਦੇ ਬਰਾਬਰ ਆ 144 ਨਾਲ ਪਾਈ ਦੇ। ਹੁਣ ਇੱਥੋਂ ਅਸੀਂ ਇਹਦਾ ਰੇਡੀਅਸ ਕੱਢ ਲਾਂਗੇ, ਯਾਨੀ ਕਿ ਅਰਧ ਵਿਆਸ 144 ਪਾਈ ਬਟਾ 4 ਪਾਈ, ਪਾਈ ਨਾਲ ਪਾਈ ਕੈਂਸਲ, ਇਹਦੀ ਕਟਿੰਗ ਕਰ ਦਾਂਗੇ 2, ਤੇ ਆ ਗਿਆ 2 ਦੇ ਪਹਾੜੇ ਨਾਲ 2 ਦੂਣੀ 4 ਤੇ 2 7 14 ਤੇ 2 ਦੂਣੀ 4 72, ਤੇ ਇਹਨੂੰ ਕੱਟਿਆ ਤੇ ਕਿੰਨਾ ਆ ਗਿਆ 36। ਯਾਨੀ ਕਿ ਸਾਡੇ ਕੋਲ ਆਰ ਸਕੇਅਰ ਦੀ ਵੈਲਿਊ ਕਿੰਨੀ ਆ ਗਈ ਆ 36। ਕਟਿੰਗ ਕਰਕੇ ਤੇ ਆਰ ਦੀ ਵੈਲਿਊ ਕੱਢ ਲਾਂਗੇ, ਵਰਗਮੂਲ 36 ਬਰਾਬਰ 6, ਯਾਨੀ ਕਿ 36 ਦਾ ਵਰਗਮੂਲ 6 ਹੁੰਦਾ, ਤੇ ਸਾਡੇ ਕੋਲ 6 ਮੀਟਰ ਕੀ ਆ ਗਿਆ ਇਹਦਾ ਅਰਧ ਵਿਆਸ। ਹੁਣ ਅਸੀਂ ਕੱਢਣਾ ਕੀ ਇਹਦਾ ਆਇਤਨ, ਗੋਲੇ ਦਾ ਆਇਤਨ ਯਾਨੀ ਕਿ ਵੋਲਿਊਮ ਆਫ ਸਫੀਅਰ, ਉਹਦਾ ਫਾਰਮੂਲਾ 4/3 ਤੇ ਪਾਈ ਆਰ
ਕਿਊਬ। ਇਹਦੇ 'ਚ ਹੁਣ ਵੈਲਿਊਜ਼ ਪੁੱਟ ਕਰ ਦਿਓ। ਸਾਡੇ ਕੋਲ ਰੇਡੀਅਸ ਹੈਗਾ 6, ਅਸੀਂ ਲਿਖਾਂਗੇ 4/3, ਪਾਈ ਦੀ ਵੈਲਿਊ 22/7 ਅਤੇ 6 ਦੀ ਪਾਵਰ 3। ਹੁਣ ਇਹਨਾਂ ਨੂੰ ਅਸੀਂ ਖੋਲ ਕੇ ਲਿਖ ਲਾਂਗੇ, ਇਹਦੀ ਪਾਵਰ ਹਟਾ ਕੇ ਕਿਸ ਤਰ੍ਹਾਂ ਲਿਖਾਂਗੇ 6 × 6 × 6। ਹੁਣ ਆਹ ਦੇਖੋ 3 ਦੇ ਪਹਾੜੇ ਨਾਲ 3 ਦੂਣੀ 6। ਅੱਛਾ, ਇੱਕ ਚੀਜ਼ ਇੱਥੇ ਦੇਖਿਓ ਬੱਚਿਓ, ਜਿਹੜੇ ਸਾਨੂੰ ਆਨਸਰ ਦਿੱਤੇ ਹੋਏ ਆ ਨਾ, ਆਹ ਦੇਖੋ ਜਿਹੜੀ ਆਪਸ਼ਨਸ ਦਿੱਤੀਆਂ ਨੇ ਉਹਦੇ ਵਿੱਚ ਪਾਈ ਸਾਰਿਆਂ 'ਚ ਨਾਲ ਵਾ, 288 ਪਾਈ, 188 ਪਾਈ, 300 ਪਾਈ ਜਾਂ 316 ਪਾਈ। ਯਾਨੀ ਕਿ ਇੱਥੇ ਪਾਈ ਦੀ ਵੈਲਿਊ ਫਿਰ ਅਸੀਂ ਨਹੀਂ ਪੁੱਟ ਕਰਨੀ। 22/7 ਮੈਂ ਇਹਨੂੰ ਪਾਈ ਲਿਖ ਲਾਂਗਾ ਦੁਬਾਰਾ, ਬਾਕੀ ਗੁਣਾ ਕਰ ਲੈਂਦੇ। 4 ਦੂਣੀ 8, 8 6 48 ਅਤੇ 48 ਨੂੰ 6 ਨਾਲ ਗੁਣਾ ਕੀਤਾ, 6 8 48, 4 6 ਚੌਕੋ 24 ਅਤੇ 4 28, 288। ਇਹਦੀ ਵੈਲਿਊ ਮੈਂ ਫਿਰ ਇਸ ਤਰ੍ਹਾਂ ਪਾਈ ਲਿਖ ਦਿੰਦਾ। ਇੱਥੇ ਪਾਈ ਦੀ ਵੈਲਿਊ ਪੁੱਟ ਨਹੀਂ ਸੀ ਕਰਨੀ, ਲੇਕਿਨ ਅਸੀਂ ਲਿਖ ਲਈ ਆ 288 ਦੇ ਨਾਲ ਕਿੰਨਾ ਆ ਗਿਆ ਪਾਈ, ਅਤੇ ਇਹਦੇ ਨਾਲ ਮੀਟਰ ਕਿਊਬ, ਮੀਟਰ ਘਣ। ਆ ਗਿਆ ਸਾਡੇ ਕੋਲ ਆਨਸਰ। ਅਤੇ ਇਹ ਦੇਖੋ ਸਾਡੇ ਕੋਲ ਜਿਹੜੀ ਹੈ ਇਹਦੀ ਆਪਸ਼ਨ ਆ 28ਵੇਂ ਕੁਐਸਚਨ 'ਚ। ਆ ਦੇਖੋ ਪਹਿਲਾ ਹੀ ਆਨਸਰ 288 ਪਾਈ ਮੀਟਰ ਕਿਊਬ। ਇਹ ਸਾਡਾ 28ਵਾਂ ਕੁਐਸਚਨ ਸੀਗਾ। ਅੱਗੇ ਦੇਖਦੇ ਹਾਂ ਕੁਐਸਚਨ ਨੰਬਰ 29। ਦਿੱਤੇ ਸੂਤਰ ਵਿੱਚ F0 ਕੀ ਦਰਸਾਉਂਦਾ ਹੈ? ਵਿਚ ਟਰਮ ਇਜ਼ ਰਿਪਰੈਜ਼ੈਂਟਡ ਬਾਈ F0 ਇਨ ਦਾ ਗਿਵਨ ਫਾਰਮੂਲਾ। ਦੇਖੋ ਬੱਚੋ, ਜਦੋਂ ਅਸੀਂ ਫਾਰਮੂਲੇ ਕੀਤੇ ਸੀਗੇ, ਇਹ 'ਚ ਜਿਹੜਾ ਬਹੁਲਕ ਦਾ ਫਾਰਮੂਲਾ ਹੁੰਦਾ ਵਾ, ਉਹਦੇ 'ਚ ਜਦੋਂ ਅਸੀਂ ਸਵਾਲ ਸੋਲਵ ਕਰਦੇ ਹਾਂ, ਆ ਜਿਹੜਾ F1 ਹੁੰਦਾ ਵਾ, ਇਹ ਫਰੀਕੁਐਂਸੀ ਹੁੰਦੀ ਉਹ ਜਿੱਥੇ ਬਹੁਲਕ ਹੁੰਦਾ, ਜਿਹੜੀ ਸਭ ਤੋਂ ਵੱਡੀ ਹੁੰਦੀ ਹੈ ਫਰੀਕੁਐਂਸੀ। ਉਸ ਤੋਂ ਅਗਲੀ ਟਰਮ ਜਿਹੜੀ ਆਉਂਦੀ ਆ ਉਹਨੂੰ ਅਸੀਂ F2 ਲਿਖਦੇ ਹਾਂ, ਅਤੇ ਜਿਹੜੀ ਪਿਛਲੀ ਹੁੰਦੀ ਆ ਉਹਨੂੰ F0। ਹੁਣ ਇਹਨਾਂ ਪੁੱਛਿਆ ਵੀ F0 ਕਿਹਨੂੰ ਦਰਸਾਉਂਦਾ ਵਾ, ਅਤੇ ਇਹ ਕਿਹਨੂੰ ਦਰਸਾਉਂਦਾ ਜੇ? ਇਹ ਦਰਸਾਉਂਦਾ ਵਾ ਬਹੁਲਕ ਵਰਗ ਤੋਂ ਪਹਿਲਾਂ ਵਾਲੇ ਵਰਗ ਦੀ ਬਾਰੰਬਾਰਤਾ, ਯਾਨੀ ਫਰੀਕੁਐਂਸੀ ਆਫ ਦਾ ਕਲਾਸ ਪ੍ਰੋਸੀਡਿੰਗ ਦਾ ਮਾਡਲ ਕਲਾਸ। ਇਹਦਾ ਆਪਸ਼ਨ ਨੰਬਰ 3 ਇਹਦਾ ਆਨਸਰ ਜੇ। 29ਵੇਂ ਕੁਐਸਚਨ ਦਾ ਆਨਸਰ ਆਪਸ਼ਨ ਨੰਬਰ 3 ਜੇ, ਬਹੁਲਕ ਵਰਗ ਤੋਂ ਪਹਿਲਾਂ ਵਾਲੇ ਵਰਗ ਦੀ ਬਾਰੰਬਾਰਤਾ F0। ਦੇਖਦੇ ਹਾਂ ਅਗਲਾ ਕੁਐਸਚਨ। ਆਹ ਦੇਖੋ ਬੱਚਿਓ, ਜਿਹੜਾ 30ਵਾਂ ਕੁਐਸਚਨ ਆ ਉਹ ਕੀ ਆ ਕਿ ਜੇਕਰ ਸਮੀਕਰਨ x² AX 3 = 0 ਅਤੇ y² y b 0 ਦਾ ਮੂਲ 1 ਹੋਵੇ ਤਾਂ AB ਦੀ ਕੀਮਤ ਕੀ ਹੋਵੇਗੀ? ਹੁਣ ਦੇਖੋ ਇੱਥੇ ਕੀ ਲਿਖਿਆ, ਇਫ 1 ਇਜ਼ ਦਾ ਰੂਟ ਆਫ ਦਾ ਇਕੁਏਸ਼ਨ ਦਿਸ ਐਂਡ ਦਿਸ ਦੈਨ ਫਾਈਂਡ ਦਾ ਵੈਲਿਊ ਆਫ AB। ਹੁਣ ਦੇਖੋ ਇਹਨੂੰ ਅਸੀਂ ਸੋਲਵ ਕਰਾਂਗੇ। ਇਹ ਵਾਲੇ ਇਹਨਾਂ ਦਾ ਮੂਲ ਸਾਨੂੰ ਕੀ ਦਿੱਤਾ ਆ 1, ਅਤੇ ਚਲੋ ਦੋਨੋਂ ਸਮੀਕਰਨਾਂ ਨੂੰ ਲਿਖ ਕੇ ਮੈਂ ਸੋਲਵ ਕਰਕੇ ਫਿਰ ਤੁਹਾਨੂੰ AB ਦੀ ਵੈਲਿਊ ਕੱਢ ਕੇ ਦੱਸਦਾ ਕਿ ਕੀ ਆਏਗੀ। ਪਹਿਲੀ ਸਮੀਕਰਨ ਸਾਨੂੰ ਕਿਹੜੀ ਦਿੱਤੀ ਹੋਈ ਆ? x² AX 3 = 0। ਜਿਹੜੀ ਦੂਸਰੀ ਸਮੀਕਰਨ ਵਾ ਉਹ ਸਾਨੂੰ ਕਿਹੜੀ ਦਿੱਤੀ ਹੋਈ ਆ? y² y b = 0। ਹੁਣ ਇਹਨਾਂ ਦਾ ਮੂਲ ਸਾਨੂੰ ਕੀ ਦਿੱਤਾ 1, ਅਤੇ ਜਿਹੜਾ ਮੂਲ ਦਿੱਤਾ ਹੋਇਆ ਵਾ ਉਹ ਅਸੀਂ x ਦੀ ਜਗ੍ਹਾ 'ਤੇ ਲਿਖਾਂਗੇ, ਅਤੇ ਉੱਥੋਂ a ਅਤੇ b ਦੀ ਵੈਲਿਊ ਕੱਢ ਲਾਂਗੇ, ਫਿਰ ਦੋਨਾਂ ਨੂੰ ਮਲਟੀਪਲਾਈ ਕਰਾਂਗੇ, ਸਾਡੇ ਕੋਲ ਆਨਸਰ ਆ ਜਾਏਗਾ। ਹੁਣ ਦੇਖੋ ਸਾਨੂੰ ਮੂਲ ਦਿੱਤਾ ਹੋਇਆ 1, ਇਹਨਾਂ ਦਾ ਮੂਲ ਕਿਹਦੇ ਬਰਾਬਰ ਆ? ਮੂਲ ਬਰਾਬਰ ਹੈ ਦੋਵਾਂ ਦਾ 1, ਅਤੇ ਅਸੀਂ ਵੈਲਿਊ ਕਿਹਦੀ ਫਾਈਂਡ ਕਰਨੀ ਆ? AB ਦੀ। ਹੁਣ ਮੈਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਮੂਲ 1 ਵਾ ਇਹਦੇ 'ਚ ਪਹਿਲੀ ਸਮੀਕਰਨ 'ਚ ਭਰ ਦਿੰਦਾ x² ਯਾਨੀ ਕਿ 1 ਦਾ ਸਕੇਅਰ AX a ਅਤੇ x ਦੀ ਜਗ੍ਹਾ 'ਤੇ 1 3 = 0। ਇਹਨੂੰ ਮੈਂ ਸੋਲਵ ਕੀਤਾ, ਆ ਗਿਆ 1 a 3 = 0। ਇਹ ਬਣ ਗਿਆ a 4 = 0, ਅਤੇ a ਬਰਾਬਰ ਹੈ -4, 4 ਇੱਧਰ ਜਾ ਕੇ ਮਾਈਨਸ ਦਾ ਹੋ ਗਿਆ। ਇਸੇ ਤਰ੍ਹਾਂ ਹੁਣ ਮੈਂ ਆਹ ਦੂਸਰੀ ਸਮੀਕਰਨ ਨੂੰ ਹੱਲ ਕਰ ਲੈਣਾ। ਇਹਦਾ ਵੀ ਮੂਲ ਜਿਹੜਾ 1 ਹੀ ਆ, ਮੈਂ y ਦੀ ਜਗ੍ਹਾ 'ਤੇ 1 ਪੁੱਟ ਕਰ ਦਿੱਤਾ, b = 0। ਇਹ ਆ ਗਿਆ 1 b = 0, 2 b = 0, ਅਤੇ b ਬਰਾਬਰ ਇਹ 2 ਉੱਧਰ ਜਾ ਕੇ ਮਾਈਨਸ ਦਾ ਹੋ ਜਾਏਗਾ। ਹੁਣ ਇਹ ਆ ਗਏ ਸਾਡੇ ਕੋਲ a ਅਤੇ b ਦੀ ਵੈਲਿਊ, ਅਤੇ ਫਾਈਂਡ ਕਿਹਦੀ ਕਰਨੀ? AB ਦੀ, ਯਾਨੀ ਕਿ a × b, ਅਤੇ ਮੈਂ a ਦੀ ਵੈਲਿਊ ਇਹਦੇ 'ਚ ਪੁੱਟ ਕਰ ਦੇਣਾ -4, ਅਤੇ b ਦੀ ਵੈਲਿਊ ਕਿੰਨੀ ਆ? -2। ਦੋਵਾਂ ਨੂੰ ਆਪਸ ਵਿੱਚ ਮਲਟੀਪਲਾਈ ਕਰਨਾ, ਅਤੇ ਮਾਈਨਸ ਕੱਟ 4 ਦੂਣੀ 8। AB ਦੀ ਵੈਲਿਊ ਕਿੰਨੀ ਆ ਗਈ? 8। ਹੁਣ ਇਹੀ ਅਸੀਂ ਦੇਖਦੇ ਹਾਂ ਵੀ ਜਿਹੜੀ ਸਾਡੀ ਆ ਜਿਹੜੀ ਬੁੱਕਲੈਟ ਆ ਉਹਦੇ 'ਚ ਇਹ ਵਾਲੀ ਆਪਸ਼ਨ ਕਿੰਨਵੀਂ ਆ? ਆਹ ਦੇਖੋ ਬੱਚਿਓ, ਤੀਸਰੀ ਆਪਸ਼ਨ। 30ਵੇਂ ਕੁਐਸਚਨ ਦਾ ਆਨਸਰ ਨੰਬਰ 3 ਆ ਗਿਆ 8। ਅੱਗੇ ਦੇਖਦੇ ਹਾਂ ਕੁਐਸਚਨ ਨੰਬਰ 31। PQRS ਇੱਕ ਚੱਕਰੀ ਚਤੁਰਭੁਜ ਹੈ
ਜੇਕਰ ਕੋਣ ਪੀ ਕਿਊ ਆਰ ਬਰਾਬਰ ਹੈ 80 ਡਿਗਰੀ ਤਾਂ ਕੋਣ ਪੀ ਐਸ ਆਰ ਕਿਹਦੇ ਬਰਾਬਰ ਹੋਏਗਾ। ਸਭ ਤੋਂ ਪਹਿਲਾਂ ਤਾਂ ਇੱਕ ਸਾਈਕਲਿਕ ਕੁਆਡਰੀਲੇਟਰਲ ਬਣਾ ਲਾਂਗੇ ਅਸੀਂ, ਉਹਦੇ 'ਚ ਫਿਰ ਐਂਗਲ ਲਿਖ ਲਾਂਗੇ ਅਤੇ ਫਿਰ ਤੁਹਾਨੂੰ ਮੈਂ ਰੂਲ ਦੱਸਾਂਗਾ ਕਿ ਇਹ ਜਿਹੜੇ ਕੋਣ ਵਾ ਇਹਨਾਂ ਦਾ ਰੂਲ ਕਿਹੜਾ ਹੁੰਦਾ। ਆਹ ਦੇਖੋ ਬੱਚਿਓ, ਮੈਂ ਇੱਕ ਸਾਈਕਲਿਕ ਕੁਆਡਰੀਲੇਟਰਲ ਬਣਾ ਲਈ, ਯਾਨੀ ਕਿ ਜਿਹੜੀ ਚੱਕਰੀ ਚਤੁਰਭੁਜ ਹੁੰਦੀ ਹੈ ਇਹ ਚੱਕਰ ਦੇ ਅੰਦਰ ਬਣੀ ਹੋਈ ਚਤੁਰਭੁਜ ਹੁੰਦੀ ਆ। ਹੁਣ ਸਾਨੂੰ ਇਹਦੇ 'ਚ ਕਿਹੜੇ ਕਿਹੜੇ ਕੋਣ ਦਿੱਤੇ ਆ, ਦੇਖੋ ਪਹਿਲਾਂ ਕੋਣ ਦਿੱਤਾ ਪੀ ਕਿਊ ਆਰ, ਜਿਹੜਾ ਕੋਣ ਪੀ ਕਿਊ ਆਰ ਆ ਉਹ ਦਿੱਤਾ 80 ਡਿਗਰੀ, ਅਤੇ ਦੂਸਰਾ ਕੋਣ ਜਿਹੜਾ ਲੱਭਣਾ ਵਾ ਉਹ ਕੋਣ ਹੈਗਾ ਜੇ ਪੀ ਐਸ ਆਰ, ਕਹਿੰਦੇ ਵੀ ਇਹ ਪਤਾ ਕਰੋ ਕਿੰਨਾ ਹੋਏਗਾ। ਹੁਣ ਆਹ ਦੇਖੋ ਜਿਹੜਾ ਕੋਣ ਪੀ ਕਿਊ ਆਰ ਆ ਉਹ ਆਹ ਵਾਲਾ ਕੋਣ ਜੇ, ਇਹ 80 ਡਿਗਰੀ ਆ। ਜਿਹੜਾ ਅਸੀਂ ਕੋਣ ਲੱਭਣਾ ਵਾ ਬਿਲਕੁਲ ਇਹਦੇ ਸਾਹਮਣੇ ਵਾਲਾ ਕੋਣ, ਆਹ ਅਸੀਂ ਫਾਈਂਡ ਕਰਨਾ ਕਿੰਨਾ ਵਾ। ਹੁਣ ਧਿਆਨ ਨਾਲ ਸੁਣਿਓ, ਚੱਕਰੀ ਚਤੁਰਭੁਜ ਦੇ ਅੰਦਰ, ਯਾਨੀ ਕਿ ਜਿਹੜੀ ਚੱਕਰੀ ਚਤੁਰਭੁਜ ਹੁੰਦੀ ਆ ਇਹਦੇ ਵਿੱਚ ਜਿਹੜੇ ਇਹਦੇ ਆਪੋਜ਼ਿਟ ਐਂਗਲ ਯਾਨੀ ਸਨਮੁਖ ਕੋਣ ਵਾ ਉਹ ਦੋਨਾਂ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਜੇ, ਯਾਨੀ ਕਿ ਦੋਨੋਂ ਕੋਣ ਮਿਲ ਕੇ 180 ਡਿਗਰੀ ਦਾ ਕੋਣ ਬਣਾਉਂਦੇ ਆ। ਅਤੇ ਫਿਰ ਅਸੀਂ ਇਹਨੂੰ ਕਿਸ ਤਰ੍ਹਾਂ ਲਿਖਾਂਗੇ, ਇੱਥੇ ਲਿਖਾਂਗੇ ਚੱਕਰੀ ਚਤੁਰਭੁਜ ਦੇ ਸਨਮੁਖ ਕੋਣਾਂ ਦਾ ਜੋੜ ਬਰਾਬਰ 180 ਡਿਗਰੀ। ਹੁਣ ਸਨਮੁਖ ਕੋਣ ਕਿਹੜੇ ਕਿਹੜੇ ਬਣੇ, ਪੀ ਕਿਊ ਆਰ ਅਤੇ ਇੱਕ ਪੀ ਐਸ ਆਰ। ਇਹਦੇ ਲਿਖਾਂਗੇ ਕੋਣ ਪੀ ਕਿਊ ਆਰ ਪਲੱਸ ਕੋਣ ਪੀ ਐਸ ਆਰ ਬਰਾਬਰ 180 ਡਿਗਰੀ। ਦੇਖੋ ਬੱਚਿਓ, ਆਹ ਤਾਂ ਹੁਣ ਤੁਹਾਨੂੰ ਮੈਂ ਲਿਖ ਕੇ ਦੱਸ ਰਿਹਾ, ਆਹ ਰਿਜ਼ਲਟ ਤੁਸੀਂ ਜ਼ੁਬਾਨੀ ਯਾਦ ਰੱਖਣਾ। ਜਦੋਂ ਤੁਸੀਂ ਇਹਨੂੰ ਸੋਲਵ ਕਰਨਾ ਪੇਪਰ 'ਚ ਆ ਜਾਏਗਾ, ਤੁਸੀਂ ਸਾਹਮਣੇ ਧਿਆਨ ਰੱਖਣਾ ਕਿ ਇਹਦੇ ਜਿਹੜੇ ਸਨਮੁਖ ਕੋਣ 180 ਡਿਗਰੀ ਦੇ ਆ, 180 ਚੋਂ 80 ਗਏ ਅਤੇ ਬਾਕੀ ਕਿੰਨਾ ਬਚਿਆ 100, ਇਹਦਾ ਆਨਸਰ 100 ਆ ਗਿਆ। ਤੁਸੀਂ ਪੇਪਰ 'ਚ ਇਸ ਤਰ੍ਹਾਂ ਸੋਲਵ ਕਰਨਾ, ਤੁਹਾਨੂੰ ਆਹ ਲਿਖਣ ਦੀ ਲੋੜ ਨਹੀਂ ਆ, ਇਹ ਸਿਰਫ ਤੁਹਾਨੂੰ ਸਿਖਾਉਣ ਵਾਸਤੇ ਮੈਂ ਥੋੜ੍ਹਾ ਐਕਸਪਲੇਨ ਕਰਦਾ ਪਿਆ ਵਾਂ ਕਿ ਤੁਹਾਨੂੰ ਸਮਝ ਲੱਗ ਜੇ ਵੀ ਇਹ ਹੈ ਕੀ ਆ। ਆਹ ਦੇਖੋ 180 ਡਿਗਰੀ, ਹੁਣ ਇੱਥੇ ਕੋਣ ਜਿਹੜਾ ਪੀ ਐਸ ਆਰ ਉਹ ਕਿਹਦੇ ਬਰਾਬਰ ਆ ਗਿਆ 180 ਡਿਗਰੀ, ਆਹ ਪਲੱਸ ਦਾ ਇੱਧਰ ਆ ਕੇ ਮਾਈਨਸ ਹੋ ਗਿਆ 80 ਡਿਗਰੀ ਬਰਾਬਰ ਕਿੰਨਾ ਆ ਗਿਆ 100 ਡਿਗਰੀ। ਹੁਣ ਆਹ ਦੇਖੋ ਆ ਗਿਆ 100। ਹੁਣ ਇੱਥੇ ਦੇਖਦੇ ਹਾਂ ਅਸੀਂ ਆਪਣੀ ਬੁੱਕਲੈਟ ਦੇ ਵਿੱਚ ਵੀ 31ਵੇਂ ਕੁਐਸਚਨ ਦੀ ਜਿਹੜੀ ਆਪਸ਼ਨ ਵਾ, ਆਹ ਦੇਖੋ ਆਪਸ਼ਨ ਨੰਬਰ 2 100 ਡਿਗਰੀ। ਇਹ ਸੀਗਾ ਸਾਡਾ ਕੁਐਸਚਨ ਨੰਬਰ 31, ਇਹਦੇ ਰਿਜ਼ਲਟ ਨੂੰ ਯਾਦ ਰੱਖਿਓ। ਹੁਣ ਅੱਗੇ ਦੇਖਦੇ ਹਾਂ ਕੁਐਸਚਨ ਨੰਬਰ ਜਿਹੜਾ 32 ਆ, ਉਹ ਕੀ ਆ, ਕਹਿੰਦੇ ਜੇਕਰ ਹੇਠ ਦਿੱਤੇ ਅੰਕੜਿਆਂ ਦਾ ਬਹੁਲਕ 25 ਹੋਵੇ ਤਾਂ x ਦੀ ਕੀਮਤ ਕੀ ਹੋਵੇਗੀ। ਬੱਚੋ ਦੇਖੋ, ਇਹ ਤੁਹਾਨੂੰ ਮੈਂ ਇੱਥੇ ਸਮਝਾ ਦਿੰਦਾ। ਦੇਖੋ ਸਾਨੂੰ ਪਤਾ ਕਿ ਬਹੁਲਕ ਜਿਹੜਾ ਵਾ 25 ਦਿੱਤਾ ਵਾ, ਆਹ ਸਾਨੂੰ ਡਾਟਾ ਦਿੱਤਾ ਆ। ਹੁਣ ਜਿਹੜਾ ਬਹੁਲਕ ਹੁੰਦਾ ਵਾ ਉਹ ਸਭ ਤੋਂ ਵੱਧ ਵਾਰ ਆਇਆ ਹੁੰਦਾ। ਹੁਣ ਆਹ ਧਿਆਨ ਨਾਲ ਦੇਖਿਓ ਵੀ ਇਹਦੇ 'ਚ 25 ਕਿੰਨੀ ਵਾਰੀ ਆ, 1 2 ਅਤੇ 3 ਵਾਰੀ। ਹੋਰ ਨੰਬਰ ਦੇਖਦੇ ਹਾਂ ਵੀ ਉਹਦੀ ਗਿਣਤੀ ਕਿੰਨੀ ਆ, ਜਿਸ ਤਰ੍ਹਾਂ 20 ਆ, ਉਹ ਕਿੰਨੀ ਵਾਰੀ 1 2 ਅਤੇ 3 ਵਾਰੀ, 20 ਵੀ 3 ਵਾਰੀ ਆ ਅਤੇ 25 ਵੀ 3 ਵਾਰੀ ਆ। ਯਾਨੀ ਕਿ ਬਹੁਲਕ ਜੇ 25 ਆ ਅਤੇ 25 ਦੀ ਗਿਣਤੀ ਜਿਹੜੀ ਉਹ ਜ਼ਿਆਦਾ ਹੋਣੀ ਚਾਹੀਦੀ ਆ, ਉਹ 4 ਵਾਰੀ ਹੋਏਗਾ ਕਿਉਂਕਿ x ਇੱਕੋ ਦਿੱਤਾ। ਜੇ ਮੈਂ x ਦੀ ਜਗ੍ਹਾ 'ਤੇ 25 ਲਿਖਦਾ ਅਤੇ ਇਹਦੀ ਗਿਣਤੀ 4 ਹੋ ਗਈ ਅਤੇ 25 ਨੰਬਰ ਜਿਹੜਾ ਵਾ ਉਹ ਕੀ ਬਣ ਗਿਆ ਬਹੁਲਕ। ਫਿਰ ਇਹਦਾ ਆਨਸਰ ਕੀ ਹੋਇਆ, ਪਹਿਲੀ ਆਪਸ਼ਨ 25। ਇਹ 32ਵੇਂ ਕੁਐਸਚਨ ਦਾ ਆਨਸਰ ਜਿਹੜਾ ਜੇ ਪਹਿਲੀ ਆਪਸ਼ਨ ਆ ਗਿਆ 25, ਯਾਨੀ ਕਿ x ਦੀ ਵੈਲਿਊ ਕਿੰਨੀ ਹੋਵੇਗੀ ਇਹਦੇ 'ਚ 25 ਹੋਵੇਗੀ। ਜੇ ਇਸ ਕੁਐਸਚਨ ਦੇ ਵਿੱਚ ਬਹੁਲਕ 20 ਦਿੱਤਾ ਹੁੰਦਾ ਅਤੇ 20 ਵੀ 3 ਵਾਰੀ ਸੀ ਅਤੇ ਮੈਂ x ਦੀ ਜਗ੍ਹਾ 'ਤੇ 20 ਲਿਖ ਦੇਣਾ ਸੀ। ਜੇ ਕੋਈ ਹੋਰ ਨੰਬਰ ਜ਼ਿਆਦਾ ਵਾਰੀ ਹੁੰਦਾ ਜਿਸ ਤਰ੍ਹਾਂ, ਅਤੇ ਉਹਦਾ ਬਹੁਲਕ ਦਿੱਤਾ ਹੁੰਦਾ ਅਤੇ ਮੈਂ ਉਹ ਗਿਣ ਲੈਣਾ ਸੀ ਅਤੇ ਉਹਦਾ x ਦੀ ਜਗ੍ਹਾ 'ਤੇ ਉਹ ਵੈਲਿਊ ਭਰ ਦੇਣੀ ਸੀ। ਇਹ ਸੀਗਾ ਕੁਐਸਚਨ ਨੰਬਰ 32, ਇਹਦਾ ਆਨਸਰ ਕਿੰਨਾ ਆ ਗਿਆ x ਦਾ 25। ਅੱਗੇ ਦੇਖੋ ਕੁਐਸਚਨ ਨੰਬਰ 33, 5 tan ਸਕੁਏਅਰ a ਮਾਈਨਸ 5 ਸੀਕਨ ਸਕੁਏਅਰ a ਪਲੱਸ 1 ਦਾ ਮੁੱਲ ਕੀ ਹੋਵੇਗਾ। ਚਲੋ ਮੈਂ ਤੁਹਾਨੂੰ ਇਹ ਲਿਖ ਕੇ ਕਾਪੀ 'ਤੇ ਸੋਲਵ ਕਰਕੇ ਦੱਸਦਾ। ਆਹ ਦੇਖੋ ਬੱਚਿਓ 33ਵੇਂ ਕੁਐਸਚਨ ਦੀ ਸਟੇਟਮੈਂਟ ਮੈਂ ਇੱਥੇ ਲਿਖ ਲਈ ਆ। ਕਹਿੰਦੇ ਵੀ ਇਹਦਾ ਮੁੱਲ ਕੀ ਹੋਏਗਾ। ਆਹ ਦੇਖੋ ਇੱਥੇ ਦੋਨਾਂ ਪਾਸੇ 5 ਜਿਹੜਾ ਕਾਮਨ ਨਿਕਲ ਰਿਹਾ ਵਾ, ਮੈਂ ਇੱਥੋਂ 5 ਕਾਮਨ ਕੱਢ ਲੈਣਾ। ਬਾਕੀ ਸਾਡੇ ਕੋਲ ਕੀ ਰਹਿ ਗਿਆ, tan ਸਕੁਏਅਰ a ਮਾਈਨਸ ਸੀਕਨ ਸਕੁਏਅਰ a ਪਲੱਸ 1। ਹੁਣ ਦੇਖੋ ਬੱਚੇ ਇੱਕ ਸਾਡੇ ਕੋਲ ਫਾਰਮੂਲਾ ਹੁੰਦਾ ਵਾ, ਉਹ ਫਾਰਮੂਲਾ ਕੀ ਆ। ਆਹ ਦੇਖੋ ਬੱਚੇ ਸਾਡੇ ਕੋਲ ਇੱਕ ਰਿਜ਼ਲਟ ਹੁੰਦਾ ਸੀਕਨ ਸਕੁਏਅਰ a ਮਾਈਨਸ ਟੈਨ ਸਕੁਏਅਰ a ਇਜ਼ ਇਕੁਅਲ ਟੂ 1 ਦੇ। ਹੁਣ ਸਾਡੇ ਕੋਲ ਇੱਥੇ ਕੀ ਆ, ਟੈਨ ਸਕੁਏਅਰ a ਮਾਈਨਸ ਸੀਕਨ ਸਕੁਏਅਰ a। ਹੁਣ ਆਹ ਜਿਹੜਾ ਉਲਟ ਵਾ, ਯਾਨੀ ਕਿ ਜੇ ਮੈਂ ਇਹਦੇ 'ਚੋਂ ਮਾਈਨਸ ਕਾਮਨ ਕੱਢਾਂ ਤਾਂ ਫਿਰ ਬਣਦਾ ਇਹ ਵਾਲਾ। ਮੈਂ ਇੱਥੇ ਕਾਮਨ ਨਹੀਂ ਕੱਢਦਾ, ਮੈਂ ਤੁਹਾਨੂੰ ਦੱਸ ਦਿੰਦਾ ਕਿ ਜੇ ਇਹ +1 'ਚ ਵਾ ਇਹਦਾ ਆਨਸਰ ਸੀਕਨ ਸਕੁਏਅਰ a ਜੇ ਪਹਿਲਾਂ ਹੁੰਦਾ ਅਤੇ ਜੇ ਬਾਅਦ ਵਿੱਚ ਵਾ ਅਤੇ ਇਹਦਾ ਰਿਜ਼ਲਟ ਕੀ ਹੋਏਗਾ -1। ਅਤੇ ਮੈਂ ਇੱਥੇ ਕੀ ਲਿਖ ਦਾਂਗਾ 5 -1 + 1। ਇਹਨੂੰ ਸੋਲਵ ਕਰ ਲਓ, -5 ਅਤੇ ਜਮਾ 1 ਅਤੇ ਕੀ ਆਨਸਰ ਇਹਦਾ ਆਏਗਾ -4, ਕਿਉਂਕਿ ਵੱਡੀ ਟਰਮ ਦਾ ਸਾਈਨ ਲੱਗਦਾ ਪਲੱਸ ਮਾਈਨਸ ਮਾਈਨਸ।
ਇਹ ਆ ਗਿਆ 33ਵੇਂ ਕੁਐਸਚਨ ਦਾ ਆਨਸਰ -4। ਅਸੀਂ ਇੱਥੇ ਦੇਖਦੇ ਹਾਂ ਬੁਕਲੈਟ ਦੇ ਉੱਪਰ, ਆ ਦੇਖੋ 33ਵਾਂ ਕੁਐਸਚਨ ਤੇ ਇਹਦਾ ਆਨਸਰ ਜਿਹੜਾ -4 ਆ, ਚੌਥੀ ਆਪਸ਼ਨ ਆ ਦੇਖੋ -4। ਇਹ ਸੀਗਾ ਬੱਚਿਓ ਕੁਐਸਚਨ ਨੰਬਰ 33। 34 ਕੁਐਸਚਨ ਨੰਬਰ ਦੇਖੋ, 2 ਗੋਲਿਆਂ ਦਾ ਆਇਤਨ 27:8 ਦੇ ਅਨੁਪਾਤ ਵਿੱਚ ਹੈ, ਇਹਨਾਂ ਦੀ ਵਕਰ ਸਤ੍ਹਾ ਦਾ ਅਨੁਪਾਤ ਕੀ ਹੋਵੇਗਾ? The volume of two spheres are in ratio 27:8. The ratio of curved surface area is। ਚਲੋ ਮੈਂ ਤੁਹਾਨੂੰ ਇਹ ਕਾਪੀ ਤੇ ਸੋਲਵ ਕਰਕੇ ਦੱਸਦਾ। ਸਭ ਤੋਂ ਪਹਿਲਾਂ ਸਾਨੂੰ ਕੀ ਦਿੱਤਾ? 2 ਗੋਲਿਆਂ ਦੇ ਆਇਤਨ ਦਾ ਅਨੁਪਾਤ ਅਸੀਂ ਉਹ ਲਿਖ ਲਾਂਗੇ। 2 ਗੋਲਿਆਂ ਦੇ ਆਇਤਨ ਯਾਨੀ ਕਿ ਵੋਲਿਊਮ ਦੀ ਰੇਸ਼ੋ ਦਿੱਤੀ ਹੋਈ ਆ, ਉਹ ਲਿਖ ਲਾਂਗੇ ਅਸੀਂ। ਉਹ ਕਿੰਨਾ ਦਿੱਤਾ? 27:8। ਇਹ ਅਸੀਂ ਲਿਖ ਲਿਆ। ਹੁਣ ਜਿਹੜਾ ਗੋਲੇ ਦਾ ਆਇਤਨ ਵਾ ਉਹ ਕਿਹਦੇ ਬਰਾਬਰ ਹੁੰਦਾ? ਪਹਿਲਾਂ ਉਹ ਫਾਰਮੂਲਾ ਲਿਖਾਂਗੇ ਅਸੀਂ ਕਿ ਗੋਲੇ ਦਾ ਆਇਤਨ ਬਰਾਬਰ ਹੈ 4/3 πr³। ਹੁਣ ਅਸੀਂ ਸਾਡੇ ਕੋਲ 2 ਗੋਲੇ ਨੇ, ਅਸੀਂ ਇੱਕ ਗੋਲੇ ਦਾ ਅਰਧ ਵਿਆਸ ਮੰਨ ਲਾਂਗੇ r1 ਪਹਿਲੇ ਗੋਲੇ ਦਾ, ਅਤੇ ਦੂਸਰੇ ਦਾ r2। ਇੱਥੇ ਲਿਖ ਲੈਂਦੇ ਹਾਂ ਅਸੀਂ। ਮੰਨ ਲਓ ਪਹਿਲੇ ਗੋਲੇ ਦਾ ਅਰਧ ਵਿਆਸ ਯਾਨੀ ਕਿ ਰੇਡੀਅਸ, ਜਿਹੜਾ ਰੇਡੀਅਸ ਵਾ ਉਹ ਕਿੰਨਾ ਮੰਨ ਲਿਆ? r1। ਅਤੇ ਦੂਜੇ ਗੋਲੇ ਦਾ ਜਿਹੜਾ ਰੇਡੀਅਸ ਆ ਉਹ ਕਿੰਨਾ ਲੈ ਲਾਂਗੇ? r2। ਆਹ 2 ਚੀਜ਼ਾਂ ਲਿਖ ਲਈਆਂ। ਹੁਣ ਇਹਨਾਂ ਦਾ ਜਿਹੜਾ ਵੋਲਿਊਮ ਆ ਉਹਨਾਂ ਦਾ ਅਨੁਪਾਤ ਦਿੱਤਾ। ਮੈਂ ਪਹਿਲੇ ਦਾ ਜਿਹੜਾ ਵੋਲਿਊਮ ਉਹ ਵੀ ਲਿਖ ਲਾਂਗਾ ਅਤੇ ਦੂਸਰੇ ਦਾ ਵੀ। ਉਹਦੇ 'ਚ ਇੱਥੇ r1 ਕਿਊਬ ਅਤੇ ਦੂਜੇ 'ਚ r2 ਕਿਊਬ, ਅਤੇ ਉਹਨਾਂ ਦੋਵਾਂ ਦਾ ਅਨੁਪਾਤ ਯਾਨੀ ਕਿ ਪਹਿਲੇ ਦਾ ਵੋਲਿਊਮ ਯਾਨੀ ਆਇਤਨ ਅਤੇ ਦੂਸਰੇ ਦਾ ਆਇਤਨ ਜਿਹੜਾ ਵਾ ਦੋਨੋਂ ਅਨੁਪਾਤ ਵਿੱਚ ਨੇ। ਕਿਸ ਤਰ੍ਹਾਂ ਲਿਖਾਂਗਾ ਮੈਂ? 4/3 πr1 ਉਹਦਾ ਕਿਊਬ, ਦੂਸਰੇ ਵਿੱਚ 4/3 πr2 ਇਹਦਾ ਕਿਊਬ। ਇਹ ਕਿਹਦੇ ਬਰਾਬਰ ਦਿੱਤਾ? 27/8 ਦੇ। ਹੁਣ ਆਹ ਦੇਖੋ 4/3 ਪਾਈ ਅਤੇ 4/3 ਪਾਈ ਕੈਂਸਲ ਹੋ ਗਏ। ਹੁਣ ਬਾਕੀ ਸਾਡੇ ਕੋਲ ਕੀ ਬਚਿਆ? r1। ਮੈਂ ਉਹ ਲਿਖ ਲਾਂਗਾ ਇੱਥੇ r1 ਦਾ ਕਿਊਬ ਬਟਾ r2 ਦਾ ਕਿਊਬ ਬਰਾਬਰ 27/8। ਹੁਣ ਆਹ ਦੇਖੋ ਇਹ ਦੋਨਾਂ ਦਾ ਘਣ ਜਿਹੜਾ ਵਾ ਉਹ ਮੈਂ ਲਾ ਕੇ ਦੂਸਰੇ ਪਾਸੇ ਲੈ ਜਾਂਦਾ। ਸਾਡੇ ਕੋਲ ਕੀ ਆ ਜਾਏਗਾ? r1 ਬਰਾਬਰ ਇਹਦਾ ਘਣ ਮੂਲ ਆ ਗਿਆ 27, ਅਤੇ ਥੱਲੇ ਕੀ ਆ? r2, ਅਤੇ ਉਹਦਾ ਕਿੰਨਾ ਆ ਜਾਏਗਾ ਇੱਧਰ 8 ਦੇ ਉੱਪਰ। ਹੁਣ ਜਿਹੜਾ 27 ਦਾ ਘਣ ਮੂਲ ਕਿੰਨਾ ਹੁੰਦਾ? 3 3 ਤੀਏ 9 ਤੀਏ 27, ਅਤੇ ਇਹਦਾ ਕਿੰਨਾ ਹੁੰਦਾ? 2 ਦੂਣੀ 4 ਦੂਣੀ 8, 3/2 ਆ ਗਿਆ। ਅਤੇ ਸਾਡੇ ਕੋਲ ਜਿਹੜਾ ਅਨੁਪਾਤ ਸਾਨੂੰ ਚਾਹੀਦਾ ਸੀਗਾ, ਜਿਹੜਾ ਕੁਐਸਚਨ 'ਚ ਸਾਨੂੰ ਪੁੱਛਿਆ ਸੀਗਾ ਕਿ ਇਹਨਾਂ ਦੀ ਵਕਰ ਸਤ੍ਹਾ ਦਾ ਅਨੁਪਾਤ। ਹੁਣ ਸਾਡੇ ਕੋਲ ਦੋਨਾਂ ਦਾ ਕੀ ਆ ਗਿਆ? ਅਰਧ ਵਿਆਸ। ਆ ਦੇਖੋ ਪਹਿਲੇ ਦਾ r1 3 ਅਤੇ ਦੂਸਰੇ ਦਾ r2 2। ਹੁਣ ਅਸੀਂ ਇਹੋ ਵੈਲਿਊ ਪੁੱਟ ਕਰਕੇ ਅਤੇ ਇਹਨਾਂ ਦੇ ਜਿਹੜੇ ਵਕਰ ਸਤ੍ਹਾ ਦੇ ਅਨੁਪਾਤ ਫਾਈਂਡ ਕਰ ਲਾਂਗੇ। r1/r2 ਸਾਡੇ ਕੋਲ 3/2 ਆ ਗਿਆ। ਹੁਣ ਅੱਗੇ ਕੀ ਲਿਖਾਂਗੇ? ਇੱਥੇ ਮੈਂ ਵਕਰ ਸਤ੍ਹਾ ਦਾ ਫਾਰਮੂਲਾ ਪਹਿਲਾਂ ਲਿਖਾਂਗਾ ਕਿ ਜਿਹੜੀ ਗੋਲੇ ਦੀ ਵਕਰ ਸਤ੍ਹਾ ਹੁੰਦੀ ਆ ਉਹ ਕਿਹਦੇ ਬਰਾਬਰ ਆ? 4πr² ਦੇ। ਇਹ ਲਿਖ ਲਈ ਵਕਰ ਸਤ੍ਹਾ ਦਾ ਖੇਤਰਫਲ। ਹੁਣ ਇਹਨਾਂ ਦਾ ਅਨੁਪਾਤ ਯਾਨੀ ਕਿ ਸਰਫੇਸ ਏਰੀਆ ਪਹਿਲੇ ਦਾ ਅਤੇ ਸਰਫੇਸ ਏਰੀਆ ਦੂਸਰੇ ਦਾ। 4πr1 ਦੀ ਪਾਵਰ 2 ਅਤੇ 4πr2 ਦੀ ਪਾਵਰ 2। ਸਾਡੇ ਕੋਲ ਆਹ ਦੇਖੋ 4π ਕੈਂਸਲ। ਸਾਡੇ ਕੋਲ ਕੀ ਬਚਿਆ? r1/r2 ਦੋਨਾਂ ਦਾ ਸਕੇਅਰ ਵਾ। ਮੈਂ ਇਹਨਾਂ ਨੂੰ ਕਿਸ ਤਰ੍ਹਾਂ ਲਿਖ ਲਾਂਗਾ? ਹੁਣ ਸਕੇਅਰ ਇਕੱਠਾ ਕਰ ਲੈਂਦੇ ਹਾਂ। r1/r2 ਬਾਹਰ ਪਾਵਰ 2। ਹੁਣ r1/r2 ਦੀ ਵੈਲਿਊ ਕਿੰਨੀ ਆਈ ਸੀ? 3/2, ਅਤੇ ਇਹਨਾਂ ਦਾ ਸਕੇਅਰ ਕੀਤਾ ਅਤੇ ਕਿੰਨਾ ਆ ਗਿਆ? 9/4। ਯਾਨੀ ਕਿ ਜਿਹੜਾ ਸਾਡੇ ਕੋਲ ਅਨੁਪਾਤ ਆਇਆ ਵਕਰ ਸਤ੍ਹਾ ਦਾ ਉਹ ਕਿੰਨਾ ਆਇਆ? 9/4। ਆਹ ਸਾਡਾ ਆਨਸਰ ਜੇ ਜਿਹੜਾ ਸਾਡਾ ਕੁਐਸਚਨ ਸੀਗਾ ਵੀ ਇਹਨਾਂ ਦੇ ਜਿਹੜੀ ਵਕਰ ਸਤ੍ਹਾ ਦਾ ਅਨੁਪਾਤ ਕਿੰਨਾ ਹੈਗਾ। ਦੇਖਦੇ ਹਾਂ ਇੱਥੇ। ਆਹ ਦੇਖੋ 34ਵਾਂ ਕੁਐਸਚਨ 9/4 ਪਹਿਲੀ ਆਪਸ਼ਨ ਇਹਦਾ ਆਨਸਰ ਜੇ 34ਵੇਂ ਕੁਐਸਚਨ ਦਾ।
ਅੱਗੇ ਦੇਖਦੇ ਹਾਂ ਕੁਐਸਚਨ ਨੰਬਰ 35। ਦੋ ਸਮਰੂਪ ਤ੍ਰਿਭੁਜਾਂ ਦਾ ਖੇਤਰਫਲ 36 ਸੈਂਟੀਮੀਟਰ ਵਰਗ ਅਤੇ 100 ਸੈਂਟੀਮੀਟਰ ਵਰਗ ਹੈ। ਤ੍ਰਿਭੁਜਾਂ ਕਿਹੜੀਆਂ ਨੇ? ਸਮਰੂਪ, ਸਿਮੀਲਰ ਟਰਾਇੰਗਲਸ ਨੇ। ਉਹਨਾਂ ਦਾ ਖੇਤਰਫਲ ਦਿੱਤੇ ਨੇ। ਜੇਕਰ ਵੱਡੀ ਤ੍ਰਿਭੁਜ ਦੀ ਇੱਕ ਭੁਜਾ 20 ਸੈਂਟੀਮੀਟਰ ਹੈ ਤਾਂ ਛੋਟੀ ਤ੍ਰਿਭੁਜ ਦੀ ਸੰਗਤ ਭੁਜਾ ਦਾ ਮਾਪ ਕੀ ਹੋਵੇਗਾ, ਯਾਨੀ ਕਿ ਕੋਰਸਪੋਂਡਿੰਗ ਸਾਈਡ ਕੱਢਣੀ ਆ ਸਮੋਲਰ ਟਰਾਇੰਗਲ ਦੀ, ਛੋਟੀ ਟਰਾਇੰਗਲ ਦੀ। ਚਲੋ ਮੈਂ ਤੁਹਾਨੂੰ ਡਾਇਗਰਾਮ ਬਣਾ ਕੇ ਤੇ ਫਿਰ ਦੱਸਦਾ। ਆਹ ਦੇਖੋ ਬੱਚਿਓ, ਮੈਂ ਦੋ ਟਰਾਇੰਗਲਸ ਬਣਾ ਲਈਆਂ। ਮੰਨ ਲਓ ਮੈਂ ਪਹਿਲੀ ਟਰਾਇੰਗਲ ਦਾ ਨਾਮ ਰੱਖ ਲੈਣਾ ABC। ਇਹ ਟਰਾਇੰਗਲ ਛੋਟੀ ਆ। ਦੂਸਰੀ ਟਰਾਇੰਗਲ ਦਾ ਮੈਂ ਨਾਮ ਰੱਖ ਲੈਣਾ DE ਤੇ F। ਇਹ ਟਰਾਇੰਗਲ ਵੱਡੀ ਆ। ਹੁਣ ਜਿਹੜਾ ਸਾਨੂੰ ਏਰੀਆ ਦਿੱਤਾ ਹੋਇਆ ਵਾ ਉਹ ਛੋਟੀ ਟਰਾਇੰਗਲ ਦਾ ਕਿੰਨਾ ਦਿੱਤਾ ਵਾ? ਆ ਦੇਖੋ, ਏਰੀਆ ਆਫ ਟਰਾਇੰਗਲ ABC, ਕਿਉਂਕਿ ਮੈਂ ਛੋਟੀ ਟਰਾਇੰਗਲ ਇਹੀ ਲਈ ਆ। ਇਹਦਾ ਏਰੀਆ ਸਾਨੂੰ ਕਿੰਨਾ ਦਿੱਤਾ? 36 ਸੈਂਟੀਮੀਟਰ ਸਕੁਏਅਰ। ਜਿਹੜੀ ਦੂਸਰੀ ਟਰਾਇੰਗਲ ਆ ਉਹਦਾ ਏਰੀਆ ਟਰਾਇੰਗਲ ਮੈਂ ਉਹਦਾ ਨਾਂ ਲਿਆ DEF, ਉਹ ਕਿੰਨਾ ਵਾ? 100 ਸੈਂਟੀਮੀਟਰ ਸਕੁਏਅਰ। ਇਹ ਸਾਨੂੰ ਏਰੀਆ ਦੇ ਦਿੱਤਾ ਦੋਨਾਂ ਦਾ। ਹੁਣ ਜਿਹੜੀ ਅਗਲੀ ਕੰਡੀਸ਼ਨ ਆ, ਤੁਸੀਂ ਆਪਣੀ ਬੁੱਕਲੈਟ ਦੇ ਉੱਪਰ ਸਟੇਟਮੈਂਟ 'ਚ ਦੇਖਿਓ, ਕਹਿੰਦੇ ਜੇਕਰ ਵੱਡੀ ਤ੍ਰਿਭੁਜ ਦੀ ਇੱਕ ਭੁਜਾ 20 ਸੈਂਟੀਮੀਟਰ ਆ। ਹੁਣ ਮੰਨ ਲਓ ਆ ਵੱਡੀ ਤ੍ਰਿਭੁਜ ਵਾ, ਮੈਂ ਇਹਦੀ ਕੋਈ ਵੀ ਇੱਕ ਸਾਈਡ ਲੈ ਲੈਣਾ। ਮੰਨ ਲਓ ਮੈਂ DE ਸਾਈਡ ਲੈ ਲਈ ਅਤੇ ਇਹਦਾ ਸਾਈਜ਼ ਕਿੰਨਾ ਦਿੱਤਾ? 20 ਸੈਂਟੀਮੀਟਰ। ਕਹਿੰਦੇ ਵੀ ਛੋਟੀ ਤ੍ਰਿਭੁਜ ਦੀ ਸੰਗਤ ਭੁਜਾ ਦਾ ਮਾਪ ਕੀ ਹੋਏਗਾ? ਸੰਗਤ ਭੁਜਾ ਕਿਹੜੀ ਹੋਏਗੀ? DE ਦੇ ਸੰਗਤ ਹੋਏਗੀ AB, ਯਾਨੀ ਕਿ ਆਹ ਭੁਜਾ ਦਾ ਨਾਪ ਮੈਂ ਫਾਈਂਡ ਕਰਨਾ AB ਦਾ। ਇਹਦੀ ਸੰਗਤ ਆ। ਜੇ ਮੈਂ BC ਲੈਂਦਾ, ਇੱਧਰ EF ਲੈਂਦਾ ਮੈਂ 20, ਅਤੇ ਫਿਰ ਮੈਂ BC ਕੱਢਣੀ ਸੀ। ਜੇ DF ਲੈਂਦਾ ਅਤੇ ਫਿਰ ਮੈਂ AC ਦੀ ਵੈਲਿਊ ਕੱਢਣੀ ਸੀ। ਹੁਣ ਮੈਂ ਆਹ ਲਈ ਆ, ਇਹਦੀ ਸੰਗਤ ਭੁਜਾ AB ਬਣਦੀ ਆ। ਮੈਂ AB ਦੀ ਵੈਲਿਊ ਫਾਈਂਡ ਕਰਨੀ ਆ। ਚਲੋ ਇਹਨੂੰ ਲਿਖਦੇ ਹਾਂ ਅੱਗੇ। ਇੱਥੇ ਲਿਖਾਂਗੇ DE, ਕਿ DE ਬਰਾਬਰ 20 ਸੈਂਟੀਮੀਟਰ, ਅਤੇ ਲੱਭਣੀ ਕਿਹੜੀ ਫਿਰ ਮੈਂ ਉਹਦੀ ਸੰਗਤ ਭੁਜਾ AB ਕਿੰਨੇ ਸੈਂਟੀਮੀਟਰ ਆ, ਮੈਂ ਇਹ ਫਾਈਂਡ ਕਰਨੀ ਆ। ਹੁਣ ਸਾਨੂੰ ਦੋਨੋਂ ਤ੍ਰਿਭੁਜਾਂ ਦਿੱਤੀਆਂ ਕੀ ਨੇ? ਸਮਰੂਪ। ਮੈਂ ਇੱਥੇ ਲਿਖ ਲਾਂਗਾ ਟਰਾਈਐਂਗਲ ABC ਸਿਮਿਲਰ, ਯਾਨੀ ਸਮਰੂਪ ਟੂ ਟਰਾਈਐਂਗਲ DEF। ਮੈਂ ਇਹ ਲਿਖ ਲਿਆ। ਹੁਣ ਦੋਨਾਂ ਦੇ ਸਾਨੂੰ ਖੇਤਰਫਲ ਦਿੱਤੇ ਨੇ ਅਤੇ ਇਹਨਾਂ ਦੇ ਏਰੀਆਜ਼ ਦਾ ਅਨੁਪਾਤ ਲਿਖ ਲਾਂਗੇ। ਟਰਾਈਐਂਗਲ ABC ਓਵਰ ਏਰੀਆ ਆਫ ਟਰਾਈਐਂਗਲ DEF, ਇਹ ਇਹਨਾਂ ਦੀਆਂ ਸੰਗਤ ਭੁਜਾਵਾਂ ਦੇ ਵਰਗਾਂ ਦੇ ਅਨੁਪਾਤ ਦੇ ਬਰਾਬਰ ਹੁੰਦਾ। ਆ ਦੇਖੋ, ਸੰਗਤ ਭੁਜਾ ਪਹਿਲੀ AB ਅਤੇ ਦੂਸਰੀ DE, ਇਹਨਾਂ ਦੇ ਅਨੁਪਾਤ ਅਤੇ ਇਹਨਾਂ ਦਾ ਵਰਗ। ਇਹ ਵਰਗ ਹੋ ਗਿਆ ਇਹਨਾਂ ਦਾ। ਹੁਣ ਇਹਨਾਂ ਦੀ ਵੈਲਿਊ ਪੁੱਟ ਕਰ ਦਾਂਗੇ। ਦੇਖੋ, ਪਹਿਲੇ ਦਾ ਏਰੀਆ ਸਾਨੂੰ ਕਿੰਨਾ ਦਿੱਤਾ? 36। ਦੂਸਰੀ ਦਾ ਏਰੀਆ 100। ਇਹ ਕਿਹਦੇ ਬਰਾਬਰ ਆ ਗਿਆ? AB ਬਟਾ DE ਦਾ ਵਰਗ। ਹੁਣ ਇੱਧਰੋਂ ਵਰਗ ਹਟਾਵਾਂਗੇ ਅਤੇ ਇਹਦੇ 'ਤੇ ਵਰਗਮੂਲ ਆ ਜਾਏਗਾ, ਯਾਨੀ ਕਿ ਸਾਡੇ ਕੋਲ ਆ ਗਿਆ ਵਰਗਮੂਲ 36/100 ਬਰਾਬਰ AB ਬਟਾ DE। ਹੁਣ ਇਹਨਾਂ ਦਾ ਵਰਗਮੂਲ ਵੱਖਰਾ ਵੱਖਰਾ ਕਰਕੇ ਕੱਢ ਲਾਂਗੇ ਅਤੇ ਸਾਡੇ ਕੋਲ AB ਬਟਾ DE ਦੀ ਵੈਲਿਊ ਕਿੰਨੀ ਆ ਗਈ? 36 ਦਾ ਵਰਗਮੂਲ 6 ਅਤੇ 100 ਦਾ ਵਰਗਮੂਲ 10। ਹੁਣ ਇੱਥੇ ਮੈਂ ਵੈਲਿਊ ਪੁੱਟ ਕਰ ਦਿੰਦਾ। DE ਮੇਰੇ ਕੋਲ ਹੈਗਾ 20, ਅਤੇ ਇਹਨੂੰ ਮੈਂ ਕਿਸ ਤਰ੍ਹਾਂ ਲਿਖਾਂਗਾ? AB ਬਟਾ 20 ਬਰਾਬਰ 6/10। ਇਹਦੀ ਮੈਂ ਤਿਰਛੀ ਗੁਣਾ ਕੀਤੀ। ਸਾਡੇ ਕੋਲ AB ਕਿਹਦੇ ਬਰਾਬਰ ਆ ਗਿਆ? 6 ਗੁਣਾ 20 ਬਟਾ 10, ਯਾਨੀ ਕਿ 10 ਦੁਣਾ 20, ਅਤੇ AB ਕਿਹਦੇ ਬਰਾਬਰ ਆ ਗਿਆ? AB ਬਰਾਬਰ 12 ਸੈਂਟੀਮੀਟਰ। ਇਹੀ ਸਾਡੀ ਸੰਗਤ ਭੁਜਾ ਦਾ ਆਨਸਰ ਜੇ। ਅਤੇ ਅਸੀਂ ਆਪਣੀ ਬੁੱਕਲੈਟ ਦੇ ਵਿੱਚ ਦੇਖਦੇ ਹਾਂ। ਆਹ ਦੇਖੋ ਬੱਚਿਓ, ਪਹਿਲੀ ਆਪਸ਼ਨ 12 ਸੈਂਟੀਮੀਟਰ। ਇਹ ਸੀਗਾ ਬੱਚਿਓ ਸਾਡਾ ਸੈਂਪਲ ਪੇਪਰ। ਤੁਹਾਡੀ ਜਿਹੜੀ ਬੁੱਕਲੈਟ ਸੀਗੀ ਰਾਸ਼ਟਰੀ ਪ੍ਰਾਪਤੀ ਸਰਵੇਖਣ, ਆ ਦੇਖੋ, ਨੈਸ਼ਨਲ ਅਚੀਵਮੈਂਟ ਸਰਵਿਸ ਯਾਨੀ NAS, ਇਹ ਵਿਦਿਆਰਥੀ ਅਭਿਆਸ ਪੁਸਤਿਕਾ 10ਵੀਂ ਜਮਾਤ ਦੀ। ਮੈਂ ਤੁਹਾਨੂੰ ਇਹਦੀ ਸੈਂਪਲ ਪੇਪਰ ਜਿਹੜਾ ਵਾ ਚੌਥਾ ਕਰਵਾਇਆ ਵਾ। ਅਗਲੇ ਸੈਂਪਲ ਪੇਪਰ ਦਾ ਵੀ ਸੋਲੂਸ਼ਨ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂਗਾ। ਜੇ ਵੀਡੀਓ ਚੰਗੀ ਲੱਗੇ ਲਾਈਕ ਕਰਿਓ, ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਓ, ਔਰ ਇਹ ਚੈਨਲ ਬਿਲਕੁਲ ਫ੍ਰੀ ਜੇ, ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।